जो तिस भावै नानका साई गल चंगी। निर्गुणियार ए आनेआ निर्गुणियार ए आनेआ सो प्रभ सदा संभाल। जिन किया तिस चित रख जिन किया तिस चीत रख। नानक निभही नाल देनहार प्रभ छोड़ कै लागे आन सो आए। नानक कहो ना सीजई बिन नावै पत जाए। कबीरा धूर सकेल कै पुरियां बांधी दे। दिवस चार को पेखना अंत खे की खे। कबीर माटी के हम पूतरे मानस राख्यो नाओ। चार दिवस के पाहो ने बड बड रुंद है ठाओ। 184 भ्रम तियां दुलभ जन्म पायो। नानक नाम संभाल तू 100 दिन नेड़ा आयो। मेरे वाहिगुरु तेरा अंत ना जाना। 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 मेरे वाहिगुरु तेरा अंत ना। वाहिगुरु तेरा अंत ना जाना। मेरे 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 वाहिगुरु तेरा अंत ना जाना। 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 अंत ना जाना। अंत ना जाना। तेरा 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 अंत ना जाना। तेरा अंत ना जाना। तेरा अंत
बेअंत को बिरला जाने, तू 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 बेअंत को बिरला जाने। मेरे वाहिगुरु तेरा अंत ना जाना, 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 मेरे वाहिगुरु तेरा अंत ना जाना। तू सुल्तान कहाँ हो मियाँ तेरी कवन बड़ाई, जो तू देहे सो कहाँ स्वामी मैं मूर्ख कहन ना जाई, तेरे गुण गावां देह बुझाई जैसे सच मह रहूं रजाई, जो तुद भावै सोई आखां तिल तेरी वडियाई, एते कूकर हों बेगाना भौंकां इस तन ताई, भगतहीन नानक जे होएगा तां खसमै नाव ना जाई। दीन दुनिया ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਤਿਕਾਰਯੋਗ ਮਾਤਾ ਜੀ ਮਾਤਾ ਸੁਰਜੀਤ ਕੌਰ ਪਿਛਲੇ ਦਿਨਾਂ ਦੇ ਵਿੱਚ ਅਕਾਲ ਪੁਰਖ ਜੀ ਦੇ ਭਾਣੇ ਅਨੁਸਾਰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਪਣੇ ਢਿੱਲੋਂ ਪਰਿਵਾਰ ਤੇ ਮਾਨ ਪਰਿਵਾਰ ਨੂੰ ਸਦੀਵ ਕਾਲ ਵਾਸਤੇ ਸਰੀਰ ਕਰਕੇ ਵਿਛੋੜਾ ਦੇ ਗਏ। ਢਿੱਲੋਂ ਪਰਿਵਾਰ ਦੇ ਨਾਲ ਮਾਨ ਪਰਿਵਾਰ ਦੇ ਨਾਲ ਦੁੱਖਾਂ ਦੀ ਸਾਂਝ ਪਾਉਣ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਤ ਉੱਤਮ ਪਾਵਨ ਪਵਿੱਤਰ ਦਰਬਾਰ ਸਾਹਿਬ ਵਿਖੇ ਗੁਰਬਾਣੀ ਗੁਰਮਤਿ ਵਿਚਾਰਾਂ ਗੁਰ ਇਤਿਹਾਸ ਸਰਵਣ ਕਰਨ ਵਾਸਤੇ ਪਹੁੰਚੇ ਅਤੇ ਪਹੁੰਚ ਰਹੇ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤਸੰਗੀ ਜਨੋ, ਸਭ ਤੋਂ ਪਹਿਲਾਂ ਮਨ ਚਿੱਤ ਦੀ ਇਕਾਗਰਤਾ ਵਾਸਤੇ, ਸਵਾਸਾਂ ਦੇ ਸਫਲਤਾ ਵਾਸਤੇ ਸਰਬੱਤ ਸੰਗਤ ਮਾਈ ਭਾਈ ਸੇਵਾ ਨਿਭਾ ਰਹੀਆਂ ਗੁਰੂ ਕੀਆਂ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਅਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਵੀ ਸਰੀਰ ਰੂਪੀ ਭਾਂਡਾ ਮਿਲਿਆ ਇਹਨੇ ਇੱਕ ਦਿਨ ਬਿਨਸ ਜਾਣਾ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ, ਇਹਦੇ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਇੱਥੇ ਸੰਸਾਰ 'ਤੇ ਵੱਡੇ ਵੱਡੇ ਪੀਰ ਪੈਗੰਬਰ ਅਵਤਾਰ ਔਲੀਏ ਸੂਰਬੀਰ ਯੋਧੇ ਇਹ ਦੁਨੀਆ 'ਤੇ ਆਏ, ਆਪਣਾ ਵਕਤ ਭੋਗ ਕੇ ਆਪਣੇ ਸਮੇਂ ਦੇ ਅਨੁਸਾਰ ਅਕਾਲ ਪੁਰਖ ਜੀ ਦੇ ਭਾਣੇ ਵਿੱਚ ਆਉਣਾ, ਅਕਾਲ ਪੁਰਖ ਜੀ ਦੇ ਭਾਣੇ ਵਿੱਚ ਵਾਪਸ ਚਲੇ ਜਾਣਾ। ਇਹ ਵਾਹਿਗੁਰੂ ਦੀ ਖੇਡ ਹੈ। ਵਾਹਿਗੁਰੂ ਜੀ ਆਪ ਇਸ ਖੇਡ ਨੂੰ ਚਲਾ ਰਹੇ ਨੇ। ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ। ਜਿਤਨੇ ਵੀ ਜੀਵ ਜੰਤੂ ਆਪਾਂ ਜੋ ਕੁਝ ਵੀ ਵੇਖ ਰਹੇ ਹਾਂ ਵਾਹਿਗੁਰੂ ਦੀ ਖੇਡ ਹੈ, ਵਾਹਿਗੁਰੂ ਕਾ ਤਮਾਸ਼ਾ ਹੈ। ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਇਹ ਵੱਡਾ ਤਮਾਸ਼ਾ ਹੈ। ਇਹ ਤਮਾਸ਼ਾ ਸਮਝ ਵਿੱਚ ਵਿਰਲੇ ਜਨਾਂ ਦੇ ਆਉਂਦਾ, ਹਰ ਇੱਕ ਦੇ ਸਮਝ ਵਿੱਚ ਇਹ ਖੇਡ ਨਹੀਂ ਆਉਂਦੀ। ਇਸੇ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 10 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 4 ਗੁਰੂ ਕੇ ਸਿੱਖ ਔਰ ਬੇਅੰਤ ਮਹਾਂਪੁਰਖ ਪੀਰ ਪੈਗੰਬਰ ਸਮੇਂ ਸਮੇਂ 'ਤੇ ਇਹ ਧਰਤੀ 'ਤੇ ਅਵਤਾਰ ਧਾਰ ਕੇ ਆਏ। ਗੁਰੂ ਸਾਹਿਬਾਨ ਖੁਦ 5 ਤੱਤਾਂ ਦਾ ਸਰੀਰ ਧਾਰਨ ਕਰਕੇ ਆਏ। ਭੁੱਲੀ ਭਟਕੀ ਦੁਨੀਆ ਨੂੰ ਸਮਝਾਉਣ ਵਾਸਤੇ, ਕੁਰਾਹੇ ਪਈ ਦੁਨੀਆ ਨੂੰ ਅੰਧ ਵਿਸ਼ਵਾਸਾਂ ਵਿੱਚੋਂ, ਵਹਿਮਾਂ ਭਰਮਾਂ ਦੇ ਵਿੱਚੋਂ ਕੱਢਣ ਵਾਸਤੇ, ਉਹਨੂੰ ਸੱਤ ਦੇ ਨਾਲ ਜੋੜਨ ਵਾਸਤੇ ਸਤਿਗੁਰਾਂ ਨੇ ਤਰ੍ਹਾਂ ਤਰ੍ਹਾਂ ਦੇ ਉਦਮ ਉਪਰਾਲੇ ਕੀਤੇ, ਜਿਹਦੇ ਵਿੱਚ ਆਪਾਂ ਨੂੰ ਤਤ ਰੂਪ ਗੁਰਬਾਣੀ ਗੁਰ ਸ਼ਬਦ ਬਖਸ਼ਿਸ਼ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਬਖਸ਼ਿਸ਼ ਕੀਤੀ, ਕਿਉਂਕਿ ਮਨੁੱਖ ਨੂੰ ਨਿਰਣਾ ਹੋ ਜਾਵੇ। ਨਿਰਣਾ ਕਿਸ ਗੱਲ ਦਾ ਹੋ ਜਾਵੇ? ਇਹ ਸੰਸਾਰ 'ਤੇ ਸੱਤ ਕੀ ਹੈ ਅਤੇ ਅਸੱਤ ਕੀ ਹੈ, ਇਸ ਗੱਲ ਨੂੰ ਆਪਾਂ ਬੁੱਝਣਾ ਹੈ। ਜੇ ਤਾਂ ਇਸ ਗੱਲ ਨੂੰ ਬੁੱਝ ਗਏ ਫਿਰ ਤਾਂ ਮਾਨੋ ਬਾਜੀ ਜਿੱਤਣ ਦੀ ਕਗਾਰ 'ਤੇ ਪਹੁੰਚ ਗਏ, ਬਾਜੀ ਜਿੱਤ ਜਾਵਾਂਗੇ।
अगर ये गल समझ विच ना आई इत्थे सत्य की है ते असत की है, फिर असीं बाजी पक्की हार चुके हाँ ते जां हार के जावांगे। इस गल नूं अपनी जहन विच, अपने माइंड विच, अपनी सुरत विच बिठाउणा हुंदा है। हुण सतगुरां तो आपां बेनती करके पुछीए, महाराज ये संसार दे उत्ते सत की है ते असत की है, किरपा करके सानूं दसना करो तां कि असीं सत दा वणज करिए। वो जो वाहिगुरू दा सानू सारिਆਂ ਨੂੰ ਵੱਡਿਆਂ ਛੋਟਿਆਂ ਨੂੰ ਹੁਕਮ ਹੈ, ਮਾਈ ਭਾਈ ਨੂੰ ਅਸੀਂ ਉਹੀ ਵਣਜ ਕਰੀਏ। ਕਿਤੇ ਐਸਾ ਨਾ ਹੋਵੇ ਅਸੀਂ ਗਲਤ ਵਣਜ ਕਰਦੇ ਇਹ ਸੰਸਾਰ ਤੋਂ ਤੁਰ ਜਾਈਏ। ਹੁਣ ਵੇਖੋ ਭਗਤ ਕਬੀਰ ਜੀ ਨੂੰ ਪੁੱਛਣਾ ਕੀਤਾ ਸੰਗੀਆਂ ਨੇ, ਭਗਤ ਜੀ ਇਹ ਸੰਸਾਰ ਤੇ ਸਤ ਵਸਤੂ ਕੀ ਹੈ, ਅਸਤ ਵਸਤੂ ਕੀ ਹੈ? ਜੇ ਬਿਲਕੁਲ ਹੀ ਸੌਖਾ ਸਮਝਣਾ ਇੱਥੇ ਸੱਚ ਕੀ ਹੈ ਤੇ ਝੂਠ ਕੀ ਹੈ, ਇਹਦਾ ਭਾਵ ਇਹ ਹੈ। भगत जी ने बड़ा सोहना जवाब दिता। भगत कबीर जी कहते, कहत कबीर चेत रे अंधा, सत राम झूठा सब धंधा। मोहर ही ला दी, गल ही निबेड़ दी भी जे तो समझना तो समझ जा, जे नहीं समझना फिर बाजी हार के जावांगे। संसार तो जितण का कोई चांस नहीं बनता, क्योंकि जे धंधे नूं सच मन के बैठ गया फिर राम कित्थे रह गया? सब कुछ अपना, एक राम पराया। फिर तो राम नूं पराया मन बैठा ना। राम का भाव है इत्थे परमेश्वर भगवान परमात्मा। जे असी परमात्मा नूं पराया मन बैठे, धंधे नूं सच मन बैठे, फिर सानू कोई पास करन वाला नहीं है। असी फेल हो गए अपने वणज दे विच। आपां कोई भी बिजनस करते हैं, कोई भी आपां संसार दे उत्ते वणज वपार करते हैं, उहदे विच अपनी ये सोच हुंदी है भी एक तां सानू घाटा ना पवे, एक असी अपने बिजनस दे विच फेल ना होईए, ਇਹਦੇ ਚੋਂ ਕਿਤੇ ਹਾਰ ਨਾ ਜਾਈਏ। ਤੇ ਉਸੇ ਤਰ੍ਹਾਂ ਹੀ ਸਾਨੂੰ ਇਹ ਆਪਣੀ ਜ਼ਿੰਦਗੀ ਦਾ ਖਿਆਲ ਰੱਖਣਾ ਚਾਹੀਦਾ ਹੈ, ਆਪਣੇ ਸਵਾਸਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਕਹਿਤ ਕਬੀਰ ਚੇਤ ਰੇ ਅੰਧਾ, ਸਤ ਰਾਮ ਝੂਠਾ ਸਭ ਧੰਦਾ। ਆ ਜਿੰਨੇ ਵੀ ਧੰਦੇ ਨੇ ਸੰਸਾਰ ਦੇ, ਇਹ ਵਾਸਤਵ ਦੇ ਵਿੱਚ ਸੱਚ ਨਹੀਂ ਹਨ। ਇਹ ਤਾਂ ਕੁੱਲੀ ਗੁੱਲੀ ਜੁੱਲੀ ਦਾ ਸਾਧਨ ਬਣਾਏ ਸੀ। ਭਾਵੇਂ ਕੋਈ ਨੌਕਰੀ ਪੇਸ਼ੇ ਵਾਲਾ, ਭਾਵੇਂ ਕੋਈ ਘਰ ਦੇ ਕੰਮ ਕਰਨ ਵਾਲੀਆਂ ਧੀਆਂ ਮਾਵਾਂ ਭੈਣਾਂ ਹੈਗੀਆਂ, ਤੇ ਭਾਵੇਂ ਅਸੀਂ खेती ਕਰਨ ਵਾਲੇ, ਮਜ਼ਦੂਰੀ ਕਰਨ ਵਾਲੇ ਲੋਕ ਆ। ਇਹ ਤਾਂ ਕੁੱਲੀ ਗੁੱਲੀ ਜੁੱਲੀ, ਕਿਉਂਕਿ ਕੁੱਲੀ ਤੋਂ ਬਗੈਰ ਬੰਦਾ ਰਹਿ ਨਹੀਂ ਸਕਦਾ। ਕੁੱਲੀ ਕਹੀਏ ਮਕਾਨ, ਮਕਾਨ ਤੋਂ ਬਿਨਾਂ ਅਸੀਂ ਆਪਣਾ ਠੰਡ ਤੋਂ ਬਚਣਾ, ਗਰਮੀ ਤੋਂ ਬਚਣਾ, ਬਾਰਿਸ਼ ਤੋਂ ਬਚਣਾ, ਹਨੇਰੀ ਤੋਂ ਬਚਣਾ, ਉਹਦੇ ਵਾਸਤੇ ਮਕਾਨ ਜ਼ਰੂਰੀ ਸੀ। ਤੇ ਗੁੱਲੀ ਕਹੀਏ ਆਪਣਾ ਜੋ ਵੀ ਅੰਨ ਪਾਣੀ ਭੋਜਨ ਪਦਾਰਥ ਆਪਾਂ ਛਕਦੇ ਹਾਂ, ਇਹ ਗੁੱਲੀ ਹੈ। ਇਹਦੇ ਕਰਕੇ ਇਹਦੀ ਸਰੀਰ ਨੂੰ ਬੜੀ ਲੋੜ ਹੈ। शरीर वास्ते भोजन खुराक की बड़ी जरूरत है। तो जुल्ली कहीए पहनण नूं कपड़ा, लोड़ां तां मनुख दीआं तीनों ही सी। रहण वास्ते घर, छकण वास्ते भोजन, ते पहनण वास्ते कपड़ा। हुण इहनूं ये सच मन के बैठ गया। सच जिहड़ा हैगा ना, वो सच तां परमेश्वर दा नाम है, परमेश्वर दी याद है। किते हिरदे दे विच टिक जावे, बड़भागीआं दे टिक जांदी है, बाकी रह जांदे ने। सो उस याद नूं असी बसाउणा किवें है हिरदे दे विच? तां ओह याद वसदी है गुरमुखो सत संगत द्वारा। सत संगत दे विच आके इहनूं उत्तम सोझी पैंदी है, गुरु दे घर दी सोझी पैंदी है। ये अगियान विचों जागदा है। जिहड़ी अगियान दी नींदर है उहदे विचों इहदी सुरत है जिहड़ी ओह जागृत अवस्था विच जांदी है। जागृत अवस्था विच जाके फिर ये बचन नूं पकड़दी है। फिर ये निर्णय करदा है भी ये मेरे मनण वाला है जां नहीं मनण वाला। उत्थे फिर मन मन जांदा भी हाँ अज तक जो कीता वो ठीक है, कुल्ली गुल्ली जुल्ली करना सी, पर वो सत नहीं है। क्योंकि इन्हां चीज़ां नूं संसार इत्थे ही छड्ड के तुरिया जांदा है। मकान भी इत्थे रहिंदा है, कपड़ा लीड़ा भी इत्थे पिया रह जांदा है, सब कुछ इत्थे रह जांदा है। कपड़ रूप सुहावना छड्ड दुनिया अंदर जावना, मंदा चंगा अपना आपे ही कीता पावना। हुक्म कीए मन भावदे राह, भीड़ा अग्गे जावना। नंगा दोजक चालिया तां दस्सै खरा डरावना, कर औगण पछोतावना। ते औगण कर करके तो फिर कहंदे बंदे नूं पछताउणा पिया। औगण करके इत्थे भी पछताउंदा है, इत्थों खाली तुर जांदी है सुरत आत्मा जोत, ते फिर भी इहनूं पछताउणा ही पैंदा है। कबीर लूटना है ता लूट लै, राम नाम है लूट, फिर पाछै पछताहोंगे, प्राण जाहेंगे छूट। प्राणा ने निकल जाना शरीर दे विचों, जिंद नूं कढ लैणा मौत ने। जिंद नमाणी कढिया हड्डां कूं कड़काए, तो फिर ये पल्ले रोना तो पछताउणा ही रहना, क्योंकि वो काम ही नहीं किया, उधर ध्यान ही नहीं दिता। जदों जिंद शरीर विचों निकलेगी लेखा जोखा नाल ही जाना है, लेखा जोखा नाल ही जाना है।
ਤੇ ਹੁਣ ਕਿਉਂ ਨਹੀਂ ਫਿਰ ਉਦਮ ਕਰਦਾ ਬੰਦਿਆ? ਹੁਣ ਕਿਉਂ ਵੇਸਲਾਪਣ ਕਰਦਾ ਰੇ ਮੂੜੇ? ਲਾਹੇ ਕੋ ਤੂੰ ਢੀਲਾ ਢੀਲਾ ਤੋਟੇ ਕੋ ਬੇਗ ਧਾਇਆ, ਸਸਤ ਵਖਰ ਤੂੰ ਘਿੰਨੈ ਨਾਹੀ ਪਾਪੀ ਵਾਧਾ ਰੇ ਨਾਇਆ। ਰੱਬ ਲੇਖਾ ਮੰਗੇਗਾ ਨਾਮ ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਨਾਮ ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਨਾਮ ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਨਾਮ ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਨਾਮ ਜਪ ਕੇ ਹਿਸਾਬ ਮੁਕਾ ਲੈ। ਲੇਖਾ ਮੰਗੇਗਾ ਨਾਮ ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। 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 ਨਾਮ ਜਪ ਕੇ ਹਿਸਾਬ ਮੁਕਾ ਲੈ। ਉਹ ਜਪ ਕੇ ਹਿਸਾਬ ਮੁਕਾ ਲੈ। ਜਪ ਕੇ ਹਿਸਾਬ ਮੁਕਾ ਲੈ। ਜਪ ਕੇ ਹਿਸਾਬ ਮੁਕਾ ਲੈ। ਜਿੰਦੇ ਨਾਮ ਕੇ ਹਿਸਾਬ ਮੁਕਾ ਲੈ। ਨਾਮ ਜਪ ਕੇ ਹਿਸਾਬ ਮੁਕਾ ਲੈ। ਜਪ ਕੇ ਹਿਸਾਬ ਮੁਕਾ ਲੈ। ਜਪ ਕੇ ਹਿਸਾਬ ਮੁਕਾ ਲੈ। ਨਾਮ ਜਪ ਕੇ ਹਿਸਾਬ ਮੁਕਾ ਲੈ। ਨਾਮ ਜਪ ਕੇ ਹਿਸਾਬ ਮੁਕਾ ਲੈ। ਜਪ ਕੇ ਹਿਸਾਬ ਨਾਮ ਜਪ ਕੇ ਹਿਸਾਬ ਮੁਕਾ ਲੈ। ਬਾਣੀ ਪੜ੍ਹ ਕੇ ਹਿਸਾਬ ਮੁਕਾ ਲੈ। ਨਾਮ ਜਪ ਕੇ ਹਿਸਾਬ ਮੁਕਾ ਲੈ। ਜਪ ਕੇ ਹਿਸਾਬ ਮੁਕਾ ਲੈ। ਹਾਂ ਜਪ ਕੇ ਹਿਸਾਬ ਮੁਕਾ ਲੈ। ਬਾਣੀ ਪੜ੍ਹ ਕੇ ਹਿਸਾਬ ਮੁਕਾ ਲੈ। ਨਾਮ ਜਪ ਕੇ ਹਿਸਾਬ ਮੁਕਾ ਲੈ। ਜਪ ਕੇ ਹਿਸਾਬ ਮੁਕਾ ਲੈ। ਨਾਮ ਜਪ ਕੇ ਹਿਸਾਬ ਮੁਕਾ ਲੈ। ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਰੱਬ ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਲੇਖਾ ਮੰਗੇਗਾ ਜਿੰਦੇ ਨਾਮ ਜਪ ਕੇ ਹਿਸਾਬ ਮੁਕਾ ਲੈ। ਹੁਣ ਵੇਖੋ ਇਹ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਮਹਾਰਾਜ ਨੇ ਨਾ ਇਉਂ ਲਿਖਿਆ ਪਿਆ ਹੈ, ਕਹਿੰਦੇ ਤੂੰ ਬੈਠਾ ਹੈ ਹੱਥ ਤੇ ਹੱਥ ਧਰ ਕੇ, ਤੂੰ ਝੂਠ ਨੂੰ ਸੱਚ ਮੰਨ ਕੇ ਬੈਠਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸਣ ਆਕੀਆ ਬਾਕੀ ਜਿੰਨਾ ਰਹੀ। ਤਲਬ ਕੀਤੇ ਜਾਣਗੇ। ਜਿਵੇਂ ਨਾ ਮੁਰਜਮ ਨੂੰ ਆਵਾਜ਼ ਦਿੰਦਾ, ਸੰਤਰੀ ਆਵਾਜ਼ ਦਿੰਦਾ ਮੁਰਜਮ ਨੂੰ, ਉਹਦਾ ਨਾਮ ਲੈ ਕੇ ਕਹਿੰਦਾ ਵੀ ਫਲਾਣੇ ਨਾਂ ਦਾ ਬੰਦਾ ਆਓ ਜੱਜ ਦੇ ਪੇਸ਼ ਹੋਵੇ, ਤਲਬ ਹੋਵੇ। ਇਉਂ ਕਹਿੰਦੇ ਤਲਬੇ ਜਾਵਾਂਗੇ। ਇਹ ਕਹਿਣ ਕਹਾਉਣ ਮਾਤਰ ਗੱਲਾਂ ਨਹੀਂ ਵੀ ਕੌਣ ਪੁੱਛਦਾ ਕੀ ਹੁੰਦਾ। ਨਹੀਂ, ਸਤਿਗੁਰਾਂ ਨੇ ਆਪਣੇ ਸਿੱਖ ਤੋਂ ਸਾਨੂੰ ਆਪਣੇ ਧੀਆਂ ਪੁੱਤ ਜਾਣ ਕੇ ਕੁਝ ਨਹੀਂ ਲੁਕੋ ਕੇ ਰੱਖਿਆ। ਸਾਨੂੰ ਇਉਂ ਦੱਸਿਆ ਪਿਆ ਵੀ ਬੰਦਿਆ ਤੇਰੇ ਨਾਲ ਆਹ ਹੋਣੀ ਹੈ, ਹੋ ਕੇ ਰਹੇਗੀ ਇਹ। ਸੋ ਇਸ ਕਰਕੇ ਇੰਨੇ ਅਵੇਸਲੇ ਨਾ ਹੋਈਏ। ਤੇ ਹੁਣ ਜਿਵੇਂ ਆਪਾਂ ਕਿਸੇ ਸ਼ਾਹੂਕਾਰ ਦਾ ਕੋਈ ਹਿਸਾਬ ਕਿਤਾਬ ਹੈ ਆਪਣੇ ਨਾਲ, ਜਦੋਂ ਕੋਈ ਹਿਸਾਬ ਕਿਤਾਬ ਹੁੰਦਾ ਉਹਦਾ ਆਪਾਂ ਨਾ ਹੀ ਕਰੀਏ, ਉਹਦੇ ਕੋਲ ਜਾਈਏ ਨਾ, ਉਹਦੀ ਗੱਲ ਨਾ ਸੁਣੀਏ।
ਤੇ ਫਿਰ ਉਹ ਕਿਸੇ ਆਦਮੀ ਕੋਲ ਕਹਿੰਦਾ ਜਿਹੜਾ ਆਪਾਂ ਨੂੰ ਜਾਣਦਾ ਹੁੰਦਾ, ਦੋਨੇ ਧਿਰਾਂ ਨੂੰ ਜਾਣਦਾ ਹੁੰਦਾ। ਉਹ ਕਹਿੰਦਾ ਭਾਈ ਮੈਂ ਫਲਾਣੇ ਬੰਦੇ ਦੇ ਨਾਲ ਮੇਰਾ ਕੋਈ ਹਿਸਾਬ ਕਿਤਾਬ ਰਹਿੰਦਾ। ਤੇ ਫਿਰ ਆਪਾਂ ਕੀ ਕਹਿੰਦੇ ਆ ਨਾ, ਸ਼ਾਹੂਕਾਰ ਇੱਕ ਗੱਲ ਕਹਿੰਦਾ ਹੁੰਦਾ, ਕਹਿੰਦਾ ਚਲੋ ਜੇ ਸਾਰੇ ਨਹੀਂ, ਜਿਵੇਂ ਨਿਬੜਨਾ ਉਵੇਂ ਨਿਬੜ ਲੇ, ਵਾਧਾ ਘਾਟਾ ਕਰਕੇ ਨਿਬੜ ਲੇ। ਵਾਹਿਗੁਰੂ ਪਰਮੇਸ਼ਰ ਜੋ ਹੈ ਉਹਨੇ ਹਿਸਾਬ ਮੰਗਣਾ ਹੈ ਕਿਸ ਗੱਲ ਦਾ, ਇਹ ਵੀ ਗੁਰਬਾਣੀ ਦੇ ਵਿੱਚੋਂ, ਤਾਂ ਕਿ ਸਾਡਾ ਭਰੋਸਾ ਬਣ ਜਾਵੇ। ਜੇ ਹੁਣ ਆਪਾਂ ਗੁਰਬਾਣੀ ਦੇ ਵਿੱਚੋਂ ਉਦਾਹਰਣ ਨਹੀਂ ਦੇਵਾਂਗੇ, ਐਗਜ਼ਾਮਪਲ ਨਹੀਂ ਦੇਵਾਂਗੇ, ਤਾਂ ਸਾਡਾ ਭਰੋਸਾ ਨਹੀਂ ਬਣਨਾ। ਤਾਂ ਉਹ ਸੁਣੋ ਵੀ ਕਿਸ ਗੱਲ ਦਾ ਲੇਖਾ ਮੰਗਣਾ ਵਾਹਿਗੁਰੂ ਨੇ। ਜਿਵੇਂ ਇੱਕ ਸ਼ਾਹੂਕਾਰ ਸਾਨੂੰ ਪੂੰਜੀ ਦਿੰਦਾ ਹੈ, ਸਾਨੂੰ ਆਪਾਂ ਸ਼ਾਹੂਕਾਰ ਤੋਂ ਪੈਸਾ ਲੈ ਕੇ ਆਉਂਦੇ ਹਾਂ, ਬੈਂਕ ਤੋਂ ਪੈਸਾ ਲੈ ਕੇ ਆਉਂਦੇ ਹਾਂ, ਕੀ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ? ਉਹਦਾ ਹਿਸਾਬ ਹੁੰਦਾ ਨਾ ਛਮਾਹੀ, ਸਾਲਾਨਾ, ਉਹਦਾ ਹਿਸਾਬ ਆਪਾਂ ਨੂੰ ਕਰਨਾ ਪੈਂਦਾ ਹੈ। ਉੱਧਰ ਸ਼ਾਹੂਕਾਰ ਕਹਿੰਦਾ ਚਲੋ ਵੱਧ ਘੱਟ ਕਰਕੇ ਨਿਬੜਿਆ ਦਿਓ, ਉਹ ਤਾਂ ਅਸੀਂ ਨਿਬੇੜ ਆਉਂਦੇ ਹਾਂ, ਚੰਗੀ ਗੱਲ ਹੈ। ਕਹਿੰਦੇ ਜਿਨ੍ਹਾਂ ਹੱਥਾਂ ਦੇ ਨਾਲ ਜਿਵੇਂ ਕਿਸੇ ਤੋਂ ਲਈਏ ਉਵੇਂ ਉਹਦਾ ਵਾਪਸ ਕਰਨਾ, ਇਹ ਵੀ ਇੱਕ ਬਹੁਤ ਵੱਡੀ ਇਮਾਨਦਾਰੀ ਹੈ, ਮਨੁੱਖ ਦੇ ਜੀਵਨ ਵਿੱਚ ਹੋਣੀ ਜ਼ਰੂਰੀ ਹੈ। ਤਾਂ ਹੁਣ ਉੱਥੇ ਕੀ ਲਿਖਿਆ ਭਗਤ ਕਬੀਰ ਜੀਆਂ ਨੇ ਵੀ ਪਰਮੇਸ਼ਰ ਕਿਸ ਗੱਲ ਦਾ ਲੇਖਾ ਮੰਗਦਾ ਹੈ? ਉਹ ਲੇਖਾ ਮੰਗਦਾ ਪਰਮੇਸ਼ਰ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਕਹਿੰਦੇ ਨਾ ਤਾਂ ਹਰੀ ਦਾ ਭਜਨ ਕੀਤਾ, ਨਾ ਹੀ ਪਾਪਾਂ ਵਾਲਾ ਜਿਹੜਾ ਲੇਖਾ ਸੀ ਉਹਦਾ ਖਤ ਉਹ ਫਟਿਆ, ਉਹ ਵੀ ਨਹੀਂ ਫਟਿਆ। ਤੇ ਇੰਨੇ ਨੂੰ ਕੀ ਹੋਇਆ, ਇੰਨੇ ਨੂੰ ਕਾਲ ਪਹੁੰਚੋ ਆਏ। ਉਹ ਜਿਹੜਾ ਮੌਤ ਦਾ ਦਿਨ ਹੁੰਦਾ ਉਹ ਤਾਂ ਨੀਅਤ ਹੁੰਦਾ, ਵਾਹਿਗੁਰੂ ਦੇ ਘਰੋਂ ਬੰਨਿਆ ਹੁੰਦਾ ਤੇ ਲਿਖਿਆ ਹੁੰਦਾ, ਇੰਨੇ ਨੂੰ ਉਹ ਪਹੁੰਚ ਆ ਜਾਂਦਾ ਦਿਨ। ਤੇ ਬੰਦਾ ਜਿਹੜਾ ਨਾ ਉਹ ਸਾਰਾ ਵਿਆਜ ਵੱਟੂ ਜਿਹੜਾ ਮੋੜਨਾ ਸੀ ਉਹ ਸਾਰਾ ਲੈ ਕੇ ਵਾਪਸ ਮੁੜ ਜਾਂਦਾ ਹੈ। ਪਰਮੇਸ਼ਰ ਦੇ ਦਰ ਦਾ ਜਿਹੜਾ ਲੇਖਾ ਹੁੰਦਾ ਹੈ ਨਾ, ਤੇ ਉਹ ਸਾਰਾ ਇਹਦਾ ਰਹਿ ਜਾਂਦਾ ਹੈ। ਉਹ ਮੰਗਦਾ ਪਰਮੇਸ਼ਰ ਜਿਹੜੀ ਸਵਾਸਾਂ ਦੀ ਪੂੰਜੀ ਸਾਨੂੰ ਦਿੱਤੀ ਹੋਈ ਹੈ, ਇਹ ਪੂੰਜੀ ਹੈ, ਇਹਨੂੰ ਗੁਰਬਾਣੀ ਨੇ ਪੂੰਜੀ ਲਿਖਿਆ ਹੈ। ਸਵਾਸ ਤੂੰ ਕਿੱਥੇ ਖਰਚ ਕਰ ਰਿਹਾ ਹੈ, ਸਵਾਸ ਤੂੰ ਕਿੱਥੇ ਲਾ ਰਿਹਾ ਹੈ, ਇਹਨਾਂ ਸਵਾਸਾਂ ਨੂੰ ਤੂੰ ਕਿੰਨਾ ਕੁ ਸਫਲਾ ਕੀਤਾ ਹੈ। ਸਵਾਸ ਸਫਲੇ ਉਹ ਨੇ ਜਿਹੜੇ ਗੁਰੂ ਦੀ ਯਾਦ ਵਿੱਚ ਜੁੜਦੇ ਨੇ, ਜਿਹੜੇ ਸਵਾਸਾਂ ਦੇ ਵਿੱਚ ਗੁਰੂ ਨਾਲ ਪਿਆਰ ਹੈ, ਜਿਹੜੇ ਸਵਾਸਾਂ ਨੂੰ ਅਸੀਂ ਗੁਰੂ ਦੀ ਯਾਦ ਵਿੱਚ ਲਾ ਦਿੱਤਾ, ਉਹ ਸਵਾਸ, ਉਹ ਪੂੰਜੀ ਸਾਡੀ ਥਾਂ ਪੈ ਜਾਣੀ ਹੈ। ਉਸ ਪੂੰਜੀ ਨੂੰ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਬੈਂਕ ਵਿੱਚ ਜਮ੍ਹਾਂ ਕਰ ਲੈਣਾ। ਸੋ ਇਹੋ ਹੀ ਧਿਆਨ ਦੇਣ ਜੋ ਗੱਲਾਂ ਹੁੰਦੀਆਂ ਨੇ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਤੇ ਉਹ ਬਹੀ ਤੇ ਫਿਰ ਲਿਖਿਆ ਜਾਣਾ ਸਾਰਾ ਕੁਛ, ਤੇ ਉਹਨੂੰ ਸਾਨੂੰ ਜਾਗਦੇ ਰਹਿਣਾ ਚਾਹੀਦਾ। ਪਰਮੇਸ਼ਰ ਦੇ ਨਾਲ ਜਿੰਨਾ ਪਿਆਰ ਕਰੀਏ, ਪਰਮਾਤਮਾ ਦੇ ਨਾਲ। ਵੇਖੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਜਗਤ ਜਲੰਦੇ ਨੂੰ ਤਾਰਨਾ ਕੀਤਾ, ਕਲ ਤਾਰਨ ਗੁਰ ਨਾਨਕ ਆਇਆ, ਤੇ ਉਸ ਵੇਲੇ ਕਦੇ ਇਤਿਹਾਸ ਨੂੰ ਵਿਚਾਰੀਏ, ਵੈਸੇ ਤਾਂ ਆਪਾਂ ਗਿਣ ਨਹੀਂ ਸਕਦੇ। ਮੇਰੇ ਵਰਗੇ ਇੱਕ ਅਣਜਾਣ ਬੰਦੇ ਦੀ ਰਸਨਾ ਵਿੱਚ ਓਨੀ ਤਾਕਤ ਨਹੀਂ ਵੀ ਦਾਸ ਕਿਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੀਤੇ ਪਰਉਪਕਾਰਾਂ ਨੂੰ ਗਿਣਾ ਦੇਵੇ। ਪਰ ਜਿਤਨੀ ਆਪਾਂ ਨੂੰ ਸਤਿਗੁਰ ਜੀ ਮੱਤ ਬਖਸ਼ਦੇ ਨੇ, ਖਿਆਲ ਕਰਕੇ ਵੇਖਿਓ, ਕੌਰੂ ਬਾਦਸ਼ਾਹ ਤੇ ਸਾਲਸਰਾਏ ਜੌਹਰੀ, ਦੁਨੀ ਚੰਦ ਤੇ ਸੱਜਣ ਠੱਗ, ਇਹਨਾਂ ਚਾਰਾਂ ਨੂੰ ਭਲਾ ਕੀ ਆਖਿਆ ਸੀ ਸਤਿਗੁਰਾਂ ਨੇ? ਵੈਸੇ ਤਾਂ ਅਣਗਿਣਤ ਨੇ ਨਾ, ਪਰ ਆਪਾਂ ਵੱਡੀਆਂ ਉਦਾਹਰਨਾਂ ਲੈ ਲਈਆਂ ਗੁਰੂ ਸਾਹਿਬ ਦੇ ਜੀਵਨ ਕਾਲ ਦੇ ਸਮੇਂ ਜੋ ਘਟਨਾਵਾਂ ਵਾਪਰੀਆਂ। ਇਹਨਾਂ ਚਾਰਾਂ ਨੂੰ ਕੀ ਆਖਿਆ ਸੀ ਗੁਰੂ ਜੀ ਨੇ? ਕੌਰੂ ਬਾਦਸ਼ਾਹ ਨੂੰ, ਸਾਲਸਰਾਏ ਜੌਹਰੀ ਨੂੰ, ਦੁਨੀ ਚੰਦ ਲਾਹੌਰ ਦਾ ਸ਼ਾਹੂਕਾਰ ਤੇ ਸੱਜਣ ਠੱਗ। ਇਹਨਾਂ ਨੂੰ ਮਹਾਰਾਜ ਦਾ ਜਦੋਂ ਮਿਲਾਪ ਹੋਇਆ ਨਾ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਇਹਨਾਂ ਨੇ ਕੀਤੇ, ਇਹ ਪਏ ਸੀ ਕੁਰਾਹੇ, ਇਹ ਮਰਨੇ ਨੂੰ ਭੁੱਲ ਗਏ ਸੀ। ਮੌਤ ਇਹਨਾਂ ਦੇ ਚੇਤੇ ਵਿੱਚੋਂ, ਜਿਹਨ ਵਿੱਚੋਂ ਨਿਕਲ ਗਈ ਸੀ। ਇਹ ਦੁਨੀਆ 'ਤੇ ਰਾਜ ਕਰਨ ਵਾਲੇ ਲੋਕ ਸੀ, ਇਉਂ ਕਹਿ ਲਓ। ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ, ਮੈਨੂੰ ਵੀ ਕਹਿ ਰਹੇ ਨੇ, ਤੁਹਾਨੂੰ ਵੀ ਕਹਿ ਰਹੇ ਨੇ। ਕਿੱਡਾ ਸੋਹਣਾ ਬਚਨ ਹੈ ਮੇਰੇ ਮਾਲਕ ਦਾ। ਅਸਲ ਵਿੱਚ ਨਾ ਜਦੋਂ ਅਸੀਂ ਧਰਮ ਦੀ ਵਿਚਾਰ ਕਰਾਂਗੇ, ਜਦੋਂ ਅਸੀਂ ਆਪਣੇ ਜੀਵਨ ਦੀ ਵਿਚਾਰ ਕਰਾਂਗੇ, ਪਰਮਾਰਥ ਦੀ ਵਿਚਾਰ ਕਰਾਂਗੇ, ਉਸ ਵੇਲੇ ਦਾਸ ਨੇ ਜਿੰਨਾ ਕੁ ਗੁਰੂ ਦੀ ਕਿਰਪਾ ਨਾਲ ਸੰਗਤ ਦੇ ਪਿਆਰ ਸਦਕਾ ਸਿੱਖਿਆ ਤੇ ਸਿੱਖ ਰਿਹਾ, ਉਹਦੇ ਵਿੱਚੋਂ ਕੀ ਸੋਚਿਆ, ਕੀ ਸਮਝਿਆ,
ਜਦੋਂ ਅਸੀਂ ਭਗਤਾਂ ਦਾ ਜੀਵਨ ਪੜ੍ਹਦੇ ਹਾਂ, ਮਹਾਂਪੁਰਖਾਂ ਦਾ ਜੀਵਨ ਪੜ੍ਹਦੇ ਹਾਂ, ਸੰਤਾਂ ਦਾ ਜੀਵਨ ਪੜ੍ਹਦੇ ਹਾਂ, ਉਦੋਂ ਦਾਸ ਨੂੰ ਇੰਨੀ ਕੁ ਸੋਝੀ ਗੁਰੂ ਜੀ ਨੇ ਪਾਈ ਹੈ। ਤੁਹਾਡੇ ਵਿੱਚ ਵੀ ਐਸੇ ਸੱਜਣ ਬੈਠੇ ਨੇ ਜਿਨ੍ਹਾਂ ਨੂੰ ਉਹ ਸੋਝੀ ਹੈ, ਮੱਤ ਵਾਲੇ ਨੇ। ਉਹ ਕੀ ਸੋਝੀ ਪਾਈ ਵੀ ਜਦੋਂ ਅਸੀਂ ਪਰਮਾਰਥ ਦੇ ਨਾਲ ਜੁੜੇ, ਸਭ ਤੋਂ ਪਹਿਲਾਂ ਮਨੁੱਖ ਨੂੰ ਕਾਲ ਚੇਤੇ ਆਉਂਦਾ ਹੈ। ਉਹਨਾਂ ਭਗਤਾਂ ਨੇ ਵੇਖਿਆ ਵੀ ਜ਼ਿੰਦਗੀ ਦੇ ਦਿਨ ਬੜੇ ਥੋੜ੍ਹੇ ਨੇ, ਮੌਤ ਪਤਾ ਨਹੀਂ ਕਿਹੜੇ ਵੇਲੇ ਆ ਜਾਵੇ। ਬਾਬਾ ਬੁੱਢਾ ਜੀ ਦਾ ਜੀਵਨ ਵੇਖ ਲਓ। ਸਾਰੀ 11 ਸਾਲ ਦੀ ਉਮਰ ਜਦੋਂ ਗੁਰੂ ਨਾਨਕ ਦੇਵ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਬੈਠ ਗਏ, ਕਹਿਣ ਲੱਗੇ, ਪੁੱਤਰ ਆਹ ਉਮਰ ਤਾਂ ਨੱਚਣ ਟੱਪਣ ਦੀ, ਖੇਡਣ ਦੀ ਉਮਰ ਹੈ, ਅਤੇ ਤੈਨੂੰ ਇਸ ਵੇਲੇ ਐਡੀਆਂ ਐਡੀਆਂ ਮਹਾਂਪੁਰਖਾਂ ਵਾਲੀਆਂ ਗੱਲਾਂ, ਸਿਆਣਿਆਂ ਵਾਲੀਆਂ ਗੱਲਾਂ, ਇਹ ਤੈਨੂੰ ਕਿੱਥੋਂ ਪਤਾ ਚੱਲ ਗਈਆਂ? ਕਹਿੰਦੇ ਸਤਿਗੁਰ ਜੀ, ਮਾਂ ਦੁਆਰਾ ਉਪਦੇਸ਼ ਮਿਲ ਗਿਆ। ਮਾਂ ਕਿਤੇ ਅੱਗ ਮਚਾਉਂਦੀ ਸੀ, ਮੋਟੀਆਂ ਲੱਕੜਾਂ ਨੂੰ ਅੱਗ ਨਹੀਂ ਲੱਗੀ, ਛੋਟੀਆਂ ਨੂੰ ਬੜੀ ਜਲਦੀ ਲੱਗ ਗਈ। ਉੱਥੋਂ ਸੱਟ ਵੱਜ ਗਈ ਵੀ ਮੌਤ ਦਾ ਕੀ ਪਤਾ, ਨਹਿ ਬਾਰਕ ਨਹਿ ਜੋਬ ਨਹਿ ਬਿਰਧੀ ਕਸ਼ ਬੰਦ, ਉਹ ਬੇਰਾ ਨਹਿ ਬੂਝੀਆ ਜਾਓ ਆਏ ਪਰੈ ਜਮ ਫੰਦ। ਕੀ ਇਹ ਕੌੜੇ ਸੱਚ ਨਹੀਂ ਹੈਗੇ ਜਿੰਨੇ ਕੁ ਆਪਾਂ ਸੱਜਣ ਬੈਠੇ ਹਾਂ? ਕਿਸੇ ਦੇ ਹੱਥਾਂ ਵਿੱਚ ਛੋਟੇ ਤੁਰ ਗਏ, ਕਿਸੇ ਦੇ ਹੱਥਾਂ ਵਿੱਚ ਉਮਰ ਦੇ ਹਾਣੀ ਤੁਰ ਗਏ, ਕਿਸੇ ਦੇ ਹੱਥਾਂ ਵਿੱਚ ਉਮਰ ਤੋਂ ਵੱਡੇ ਤੁਰ ਗਏ। ਕਿਸੇ ਨਾ ਕਿਸੇ ਦਾ ਕੋਈ ਤੁਰਿਆ ਤਾਂ ਹੋਇਆ ਹੈ ਨਾ। ਐਸਾ ਤਾਂ ਨਹੀਂ ਹੈ ਵੀ ਕਿਸੇ ਦਾ ਕੋਈ ਤੁਰਿਆ ਨਹੀਂ ਹੈ ਸੰਸਾਰ ਤੋਂ। ਅਤੇ ਉਹ ਮੌਤ ਉਹਨਾਂ ਭਗਤਾਂ ਦੇ ਚੇਤੇ, ਉਹਨਾਂ ਭਗਤਾਂ ਦੇ ਚੇਤੇ ਹੈ। ਅਤੇ ਸਾਨੂੰ ਕੀ ਆਖਦੇ ਨੇ ਸਤਿਗੁਰੂ ਜੀ? ਕਹਿੰਦੇ ਬੰਦਿਆ ਤੂੰ ਉਵੇਸਲਾ ਹੋਇਆ ਬੈਠਾ ਹੈ। ਉਹ ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਯਾਦ ਰਹਿ ਗਿਆ, ਮਰਨਾ ਤੇਰੇ ਯਾਦ ਨਹੀਂ। ਮਰਨਾ ਤੇਰੇ ਓ ਬੰਦਿਆ ਯਾਦ ਨਹੀਂ, ਓ ਮਰਨਾ ਤੇਰੇ ਯਾਦ ਨਹੀਂ। 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 ਹਾਂ ਮਰਨਾ ਤੇਰੇ ਓ ਬੰਦਿਆ ਯਾਦ, ਮਰਨਾ ਤੇਰੇ ਓ ਭੋਲਿਆ ਯਾਦ ਨਹੀਂ। ਓ ਮਰਨਾ ਤੇਰੇ ਯਾਦ ਨਹੀਂ। ਓ ਮਰਨਾ ਤੇਰੇ ਯਾਦ ਨਹੀਂ। ਓ ਮਰਨਾ ਤੇਰੇ ਯਾਦ ਨਹੀਂ। ਮਰਨਾ ਤੇਰੇ ਯਾਦ ਨਹੀਂ। ਖਾਣਾ ਪੀਣਾ ਤੇ ਹੰਡਾਉਣਾ ਪੱਲੇ, ਹੰਡਾਉਣਾ
पल्ले रह गया बई मरना तेरे याद नहीं, खाना पीना ते हंडाउना पल्ले रह गया मरना तेरे याद नहीं, खाना पीना ते हंडाउना पल्ले रह गया मरना तेरे याद नहीं, ओ खाना पीना ते हंडाउना पल्ले रह गया मरना तेरे याद नहीं, खाना पीना ते हंडाउना पल्ले रह गया मरना तेरे याद नहीं, खाना पीना ते हंडाउना पल्ले रह गया मरना तेरी याद नहीं। ਅਸਲ ਦੇ ਵਿੱਚ ਜਦੋਂ ਅਸੀਂ ਗੁਰਮਤ ਦੀ ਰੌਸ਼ਨੀ ਵਿੱਚ ਗੁਰਮਤ ਦੀਆਂ ਅੱਖਾਂ ਦੇ ਨਾਲ ਇਹ ਵਿਚਾਰ ਕਰਾਂਗੇ ਨਾ, ਗੁਰਮਤ ਬਹੁਤ ਉੱਚੀ ਪੌੜੀ ਹੈ। ਗੁਰਮਤ ਦੀ ਪੌੜੀ ਤੇ ਚੜ੍ਹਨਾ ਨਾ ਸੂਰਮੇ ਦਾ ਕੰਮ ਹੈ। ਡਰਪੋਕ ਨਹੀਂ ਚੜ੍ਹ ਸਕਦਾ, ਸ਼ੰਕਾਬਾਦੀ ਨਹੀਂ ਚੜ੍ਹ ਸਕਦਾ, ਇਹ ਤਾਂ ਭਾਵਨਾ ਦਾ ਮਾਰਗ ਹੈ। ਕੀ ਲਿਖਿਆ ਸਤਿਗੁਰਾਂ ਨੇ ਭਲਾ, ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਜਿਨ੍ਹਾਂ ਨੂੰ ਵਾਹਿਗੁਰੂ ਦਾ ਪਿਆਰ ਹਿਰਦੇ ਵਿੱਚ ਟਿਕ ਗਿਆ, ਸੁਰਤ ਜਿਹੜੀ ਹੈ ਨਾਮ ਵਿੱਚ ਰੰਗੀ ਗਈ, ਉਹ ਕਹਿੰਦੇ ਸੱਚੇ ਸੂਰਮੇ ਨੇ, ਉਹ ਯੋਧੇ ਨੇ। ਅਤੇ ਜਦੋਂ ਅਸੀਂ ਗੁਰਮਤ ਦੀ ਰੌਸ਼ਨੀ ਨਾਲ ਵਿਚਾਰ ਕਰਾਂਗੇ ਸੰਸਾਰ ਦੀ, ਉਦੋਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਸੰਸਾਰ ਇੱਕ ਬੁਝਾਰਤ ਹੈ। ਜਿਵੇਂ ਦਾਦੀਆਂ ਬੁਝਾਰਤਾਂ ਪਾਇਆ ਕਰਦੀਆਂ ਨੇ, ਜਿਹਨੂੰ ਆਪਾਂ ਬਾਤ ਆਖਦੇ ਹਾਂ, ਕਹਾਣੀ। ਸ਼ਾਮ ਦੇ ਵੇਲੇ ਜਦੋਂ ਪੋਤਰੇ ਦਾਦੀ ਕੋਲ ਬੈਠਦੇ, ਦਾਦੀ ਕਹਾਣੀ ਸੁਣਾ, ਬਾਤ ਪਾ, ਉਹ ਕਹਿੰਦੀ ਬੁੱਝੋ ਪੁੱਤ, ਅਤੇ ਉਹਨੇ ਕਹਾਣੀ ਪਾ ਦੇਣੀ ਨਾ। ਅਤੇ ਜਿਤਨਾ ਚਿਰ ਉਹਦਾ ਜਵਾਬ ਨਹੀਂ ਸੀ ਆਉਂਦਾ, ਫਿਰ ਬੱਚੇ ਹਾਰ ਜਾਂਦੇ, ਫਿਰ ਦਾਦੀ ਮਾਂ ਉਹਦਾ ਜਵਾਬ ਦਿਆ ਕਰਦੀ। ਅਤੇ ਸਮਝ ਗਏ ਹੋਵੋਗੇ ਨਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸੰਸਾਰ ਬੁਝਾਰਤ ਹੈ, ਤੂੰ ਬੁੱਝਣ ਵਾਸਤੇ ਆਇਆ। ਆਪਾਂ ਸਾਰੇ ਉਹ ਬੁਝਾਰਤ ਨੂੰ ਬੁੱਝਣ ਵਾਸਤੇ ਆਏ ਹਾਂ। ਅਸਲ ਵਿੱਚ ਮਨੁੱਖ ਨੂੰ ਸਾਜ ਕੇ ਵਾਹਿਗੁਰੂ ਨੇ ਨਾਲ ਭੁੱਲ ਪਾ ਦਿੱਤੀ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ, ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦ ਅਕੁੱਲੈ। ਅਤੇ ਉੱਥੇ ਮਹਾਰਾਜ ਜੀ ਨੇ ਆਖਿਆ ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਸਾਰਾ ਸੰਸਾਰ ਭੁੱਲ ਦੇ ਵਿੱਚ ਹੈ। ਗੁਰੂ ਦੀ ਬਾਣੀ ਉਸ ਭੁੱਲ ਨੂੰ ਚੱਕਦੀ ਹੈ। ਭੁੱਲ ਕਹਿ ਲਓ, ਭਰਮ ਕਹਿ ਲਓ, ਭੱਬਾ ਭਰਮ ਮਿਟਾਵੋ ਆਪਣਾ। ਕਹਿੰਦੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਉਹ ਭਰਮ ਦੂਰ ਕਰ ਲੈ ਸਿੱਖਾ। ਕਿਹੜਾ ਭਰਮ? ਆ ਸੰਸਾਰ ਸਗਲ ਹੈ ਸੁਪਨਾ। ਜਿਹੜੇ ਸੰਸਾਰ ਦੇ ਨਾਲ ਚਿੱਤ ਜੋੜੀ ਬੈਠਾ, ਇਹ ਸੁਪਨਾ ਹੈ ਰਾਤ ਦਾ, ਹੋਰ ਕੁਛ ਨਹੀਂ ਹੈ। ਇਹਨੂੰ ਇੱਕ ਦਿਨ ਅਲਵਿਦਾ ਕਹਿ ਜਾਣਾ ਹੈ। ਅਸੀਂ ਵੀ ਕਹਿ ਜਾਣਾ ਹੈ, ਤੁਸੀਂ ਵੀ ਕਹਿ ਜਾਣਾ, ਇੱਥੇ ਕੋਈ ਨਹੀਂ ਰਿਹਾ। ਇਸ ਕਰਕੇ ਇਹਨੂੰ ਬੁੱਝਣਾ ਹੈ ਬੁਝਾਰਤ ਨੂੰ। ਇਹ ਬੁਝਾਰਤ ਕੀ ਹੈ? ਸੋ ਉਸ ਨੂੰ ਬੁੱਝੇ ਬਗੈਰ ਸਾਡਾ ਜੀਵਨ ਹੈ ਜਿਹੜਾ ਉਹ ਕੰਪਲੀਟ ਨਹੀਂ ਹੋ ਸਕਦਾ। ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਕਿਉਂ ਵਿਸਰ ਗਿਆ ਮਰਨਾ? ਭੁੱਲ ਪਾਈ ਹੈ, ਭਰਮ ਪਾਇਆ। ਵਾਹਿਗੁਰੂ ਨੇ ਆਪਣੀ ਮਾਇਆ ਨਾਲ ਰਚੀ ਹੈ, ਆਪਣੀ ਸ਼ਕਤੀ ਨਾਲ ਰਚੀ ਹੈ। ਉਹਦੇ ਵਿੱਚੋਂ ਨਿਕਲਣਾ ਸਤਸੰਗ ਦੁਆਰਾ, ਗੁਰੂ ਦੀ ਕਿਰਪਾ ਦੁਆਰਾ, ਗੁਰਪ੍ਰਸਾਦ ਦੁਆਰਾ। ਅਤੇ ਉਹ ਸਾਈਡ 'ਤੇ ਬੰਦਾ ਆਉਣਾ ਨਹੀਂ ਪਸੰਦ ਕਰਦਾ। ਸੱਚ ਜਾਣੋ, ਦਾਸ ਦਾ ਜਿਤਨਾ ਕੁ ਤਜਰਬਾ ਹੋ ਗਿਆ ਸੰਸਾਰ 'ਤੇ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਬਿਨਾਂ ਬੰਦਾ ਕੌਡੀ ਦਾ ਵੀ ਹੈ ਨਹੀਂ, ਕੱਖ ਦਾ ਵੀ ਹੈ ਨਹੀਂ। ਕਿਉਂਕਿ ਕਦੇ ਸੁਖਮਨੀ ਸਾਹਿਬ ਦਾ ਜਾਪ ਕਰਕੇ ਵੇਖੋ, ਮਹਾਰਾਜ ਜੀ ਦੀ ਅਸ਼ਟਪਦੀ ਆਉਂਦੀ ਹੈ ਪੂਰੀ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ। ਜਿਹ ਪ੍ਰਸਾਦ, ਜਿਹ ਪ੍ਰਸਾਦ, ਜਿਹ ਪ੍ਰਸਾਦ। ਹਰ ਪੰਗਤੀ ਦੇ ਅੱਗੇ ਜਿਹ ਪ੍ਰਸਾਦ ਦਾ ਅਰਥ ਕੀ ਹੈ? ਜਿਸ ਗੁਰੂ ਦੀ ਕਿਰਪਾ ਦੁਆਰਾ, ਜਿਸ ਗੁਰੂ ਦੀ ਕਿਰਪਾ ਨਾਲ। ਭਾਵ ਆਪਣੇ ਆਪ ਵਿੱਚ ਬੰਦਾ ਆਪਣੀ ਹਉਂ ਦੇ ਜ਼ਰੀਏ, ਆਪਣੀ ਆਕੜ, ਆਪਣੇ ਅਭਿਮਾਨ ਦੇ ਜ਼ਰੀਏ ਕੁਛ ਬਣਿਆ ਫਿਰੇ, ਪਰ ਸਾਨੂੰ ਜੋ ਵੀ ਬਖਸ਼ਣ ਵਾਲੇ ਨੇ ਉਹ ਵਾਹਿਗੁਰੂ ਪਰਮੇਸ਼ਰ ਆਪ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਚਾਹੁਣ ਛੱਜੂ ਝੀਵਰ ਤੋਂ ਗੀਤਾ ਦੇ ਸਲੋਕਾਂ ਦੇ ਅਰਥ ਕਰਵਾ ਸਕਦੇ ਨੇ। ਸਤਿਗੁਰੂ ਜੀ ਚਾਹੁਣ ਲਾਲੂ ਪੰਡਤ ਵਰਗਿਆਂ ਦਾ ਗਿਆਨ ਜ਼ੀਰੋ ਕਰ ਸਕਦੇ ਨੇ। ਇਹ ਗੁਰੂ ਦੇ ਹੱਥ ਹੈ, ਗੁਰੂ ਸੁਪਰੀਮ ਪਾਵਰ ਹੈ। ਗੁਰੂ ਦੇ ਘਰ ਦਾ ਲਾ ਜਿਹੜਾ, ਗੁਰੂ ਦੇ ਘਰ ਦੀ ਮਰਜ਼ਾਦਾ, ਗੁਰੂ ਦੇ ਘਰ ਦੇ ਕਾਨੂੰਨ ਨੂੰ ਸਮਝਣਾ ਹੀ ਬਹੁਤ ਔਖਾ ਹੈ, ਬਹੁਤ ਔਖਾ ਹੈ। ਉੱਥੇ ਜਾ ਕੇ ਤਾਂ ਗੁਰਮਖੋ ਆਪਾ ਭਾਵ ਦਾ ਤਿਆਗ ਹੈ, ਆਤਮ ਸਮਰਪਣ ਹੈ, ਉੱਥੇ ਹੋਰ ਕੁਛ ਨਹੀਂ ਹੈ। ਉੱਥੇ ਤਾਂ ਕਹਿਣਾ ਪੈਂਦਾ, ਭਗਤਾਂ ਦੀ ਡੈਫੀਨੇਸ਼ਨ ਪੜ੍ਹ ਕੇ ਦੇਖ ਲਓ। ਪਹਿਲਾਂ ਸਧਨਾ ਜੀ ਕਹਿੰਦੇ ਸੀ ਮੈਂ ਸਧਨਾ, ਮੈਂ ਫਲਾਣਾ, ਮੈਂ ਫਲਾਣਾ। ਪਰ ਜਦੋਂ ਬਾਣੀ ਦੇ ਬਾਣ ਵੱਜੇ, ਜਦੋਂ ਨਾਮ ਸ਼ਬਦ ਦੇ ਤੀਰ ਵੱਜੇ, ਨਿਢਾਲ ਕਰ ਦਿੱਤਾ। ਕਹਿੰਦੇ ਮੈਂ ਨਾਹੀ ਕਿਛ ਹਾਂ ਨਾਹੀ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ,
ਸਦਨਾ ਜਨ ਤੋਰਾ, ਜਨ ਬਣ ਗਿਆ। ਇਸ ਦਰ ਤੇ ਤਾਂ ਜਿਹੜਾ ਜਨ ਬਣਦਾ, ਸੇਵਕ ਬਣਦਾ, ਗੋਲਾ ਬਣਦਾ, ਕੂਕਰ ਬਣਦਾ, ਉਹਦੀ ਝੋਲੀ ਭਰਦੀ ਹੈ। ਇੱਥੇ ਕੁਝ ਬਣਨ ਵਾਸਤੇ ਨਹੀਂ, ਇੱਥੇ ਕੁਝ ਸੁਣਾਉਣ ਵਾਸਤੇ ਨਹੀਂ ਗੁਰਮਖੋ, ਇੱਥੇ ਤਾਂ ਕੁਝ ਸੁਣਨ ਵਾਸਤੇ ਆਈਦਾ ਹੈ। ਇੱਥੇ ਤਾਂ ਗੁਰੂ ਦੀ ਰਹਿਮਤ ਮੰਗਣ ਵਾਸਤੇ ਆਈਦਾ। ਇਹ ਤਾਂ ਦਰ ਹੀ ਇੰਨਾ ਵਧੀਆ ਨਾ, ਇਹੋ ਜਿਹਾ ਦਰ ਹੋਰ ਕੋਈ ਹੈ ਨਹੀਂ ਦੁਨੀਆ ਤੇ। ਤੇ ਉਹਨਾਂ ਨੇ ਕਹਿ ਦਿੱਤਾ ਫਿਰ ਭਗਤਾਂ ਨੇ, ਗੁਰਮਖੋ ਕੀ ਆਖਿਆ ਸੁਣਿਓ, ਕਿਉਂ ਵਿਸਰ ਜਾਂਦਾ ਇਹਨੂੰ ਵਾਹਿਗੁਰੂ, ਕਿਉਂ ਭੁੱਲ ਜਾਂਦਾ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪੱਤ ਸੇਤੀ ਘਰ ਜਾਵੋ। ਇੱਥੇ ਸਾਡੀ ਪੱਤ ਨੂੰ, ਸਾਡੀ ਇੱਜ਼ਤ ਨੂੰ ਥੋੜ੍ਹਾ ਜਿਹਾ ਦਾਗ ਲੱਗ ਜਾਵੇ ਨਾ, ਧੱਬਾ ਲੱਗ ਜਾਵੇ, ਬੰਦਾ ਘਰੋਂ ਨਹੀਂ ਨਿਕਲਦਾ, ਮੂੰਹ ਨਹੀਂ ਦਿਖਾਉਂਦਾ ਦੁਨੀਆ ਨੂੰ। ਪਰ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾਂ ਤਾਂ ਪੱਤ ਹੈ ਹੀ ਨਹੀਂ ਸਾਡੀ। ਬਿਨ ਨਾਵੈ ਨੱਕੀ ਵੱਢੀ ਫਿਰਹਿ, ਸੋਭਾ ਮੂਲ ਨਾ ਪਾਹੇ। ਵਾਹਿਗੁਰੂ ਦੀ ਮਹਿਮਾ ਤੋਂ ਬਿਨਾਂ, ਵਾਹਿਗੁਰੂ ਦੇ ਪਿਆਰ ਤੋਂ ਬਿਨਾਂ, ਵਾਹਿਗੁਰੂ ਦੀ ਵਡਿਆਈ ਤੋਂ ਬਿਨਾਂ ਤਾਂ ਕਹਿੰਦੇ ਤੇਰਾ ਨੱਕ ਵੀ ਵੱਢਿਆ। ਕਹਿੰਦੇ ਤੇਰੀ ਸੋਭਾ ਕਿਹੜੀ ਗੱਲ 'ਚ ਰਹੇਗੀ। ਇਸ ਕਰਕੇ ਇਸ ਮਾਇਆ ਕੀ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ ਹੋਈ। ਇਹ ਕੀ ਸੋਭਾ ਹੈ, ਇਹ ਤਾਂ ਕੌਡੀਆਂ ਬਹੁਤ ਦੁਨੀਆ ਇਕੱਠੀਆਂ ਕਰਕੇ ਤੁਰ ਗਈ। ਆ ਅੱਗੇ ਸੁਣਿਓ ਮਹਾਰਾਜ ਜੀ ਕੀ ਕਹਿਣਗੇ। ਇਹਨੂੰ ਵਾਹਿਗੁਰੂ ਭੁੱਲ ਜਾਂਦਾ ਹੈ ਸਾਧ ਸੰਗਤ। ਕਿਉਂ ਭੁੱਲ ਜਾਂਦਾ ਹੈ? ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਦੱਸਿਆ ਪਿਆ ਮਹਾਰਾਜ ਨੇ, ਕੋਈ ਬਹੁਤੀ ਉਲਝਣ ਵਾਲੀ ਗੱਲ ਨਹੀਂ। ਕਹਿੰਦੇ ਵਿੱਚੋਂ ਗਰਭੈ, ਜਨਮ ਹੋ ਗਿਆ ਮਾਂ ਦੇ ਪੇਟ ਤੋਂ, ਤੇ ਉਹਦੇ ਤੋਂ ਬਾਅਦ ਕੀ ਹੋਇਆ, ਮਾਸੀਆਂ ਨੇ, ਮਾਮੀਆਂ ਨੇ, ਨਾਨੀਆਂ ਨੇ ਇਹਨੂੰ ਖਿਡਾਉਣਾ ਸ਼ੁਰੂ ਕਰ ਦਿੱਤਾ। ਮੇਰਾ ਦੋਹਤਾ, ਮੇਰਾ ਭਾਣਜਾ, ਮੇਰਾ ਪੁੱਤ, ਮੇਰਾ ਲਾਲ। ਮਾਂ ਬਾਪ ਦੀ ਸੋਝੀ ਪੈ ਗਈ, ਭੈਣ ਭਾਈਆਂ ਭਰਜਾਈਆਂ ਦੀ ਸੋਝੀ ਪੈ ਗਈ, ਫਿਰ ਖੇਡਣ ਦੀ ਲੱਤ ਲੱਗ ਗਈ। ਉਹਦੇ ਤੋਂ ਬਾਅਦ ਵਿਸ਼ੇ ਵਿਕਾਰਾਂ ਦੇ ਵਿੱਚ ਇਹ ਆਪਣੇ ਤਨ ਨੂੰ ਰਜਾਉਂਦਾ, ਆਪਣੇ ਮਨ ਨੂੰ ਰਜਾਉਂਦਾ। ਪਰ ਭੋਲੇ ਨੂੰ ਪਤਾ ਹੀ ਨਹੀਂ ਲੱਗਿਆ ਵੀ 80 ਸਾਲ ਦਾ ਹੋਇਆ ਬੈਠਾ, ਤਾਂ ਰੱਜਿਆ ਤਾਂ ਹੈ ਨਹੀਂ, ਤਾਂ ਭੁੱਖ ਤਾਂ ਹੋਰ ਵਧੀ ਜਾਂਦੀ ਹੈ, ਭੁੱਖ ਤਾਂ ਹੋਰ ਵਧੀ ਜਾਂਦੀ ਹੈ। ਤੇ ਸਾਧ ਸੰਗਤ ਇਉਂ ਕਿਹਾ ਮੇਰੇ ਸਤਿਗੁਰ ਨੇ ਬਾਣੀ ਵਿੱਚ, ਕਹਿੰਦੇ ਥੋੜਾ ਜਾਗ ਉਹ ਬੰਦਿਆ ਜਾਗ, ਜਿਹਨੂੰ ਰਜਾਉਣਾ ਚਾਹੁੰਦਾ ਨਾ ਵਿਸ਼ੇ ਵਿਕਾਰਾਂ ਨਾਲ। ਇਹ ਰੱਜਣ ਵਾਲੀ ਚੀਜ਼ ਹੈ ਹੀ ਨਹੀਂ, ਇਹ ਰੱਜਣ ਵਾਲੀ ਸ਼ੈ ਹੈ ਹੀ ਨਹੀਂ। ਮਹਾਰਾਜ ਨੇ ਬਾਣੀ 'ਚ ਲਿਖਿਆ ਪਿਆ, ਉਹ ਭੁੱਖ ਮਨ ਦੀ ਕਦੇ ਨਾ ਉਤਰੇ, ਪੋਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਵਈ, ਪੋਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਉਤਰੇ, ਪੋਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਉਤਰੇ, ਪੋਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਉਤਰੇ, ਪੁਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਉਤਰੇ, ਪੁਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਉਤਰੇ, ਕਦੇ ਨਾ ਪੋਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਪੋਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਉਤਰੇ, ਪੋਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਉਤਰੇ, ਪੋਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਉਤਰੇ, ਪੋਰੀਆਂ ਦੇ ਪਾਰ ਬੰਨਿਆ। ਭੁੱਖ ਮਨ ਦੀ ਕਦੇ ਨਾ ਉਤਰੇ, ਪੋਰੀਆਂ ਦੇ ਪਾਰ ਬੰਨਿਆ। ਇੱਥੇ ਸਾਡੀ ਤੁਹਾਡੀ ਤਾਂ ਗੱਲ ਛੱਡੋ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਧਨਾਸਰੀ ਰਾਗ ਦੇ ਵਿੱਚ ਪੂਰਾ ਸ਼ਬਦ ਉਚਾਰਿਆ ਹੈ। ਸ਼ਬਦ ਵਿੱਚ ਕੀ ਲਿਖਿਆ, ਵੱਡੇ ਵੱਡੇ ਰਾਜਨ ਅਰ ਭੂਮਨ ਤਾਕੀ ਤ੍ਰਿਸ਼ਨ ਨਾ ਬੂਝੀ, ਲਵਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ। ਵੇਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ। ਤੇ ਫਿਰ ਅੱਗੇ ਗਣਾਤਾ, ਦਿਨ ਦਿਨ ਕਰਤ ਭੋਜਨ ਬਹੁ ਵਿਅੰਜਨ ਤਾਕੀ ਮਿਟੈ ਨਾ ਭੂਖਾ। ਸਾਰੇ ਸ਼ਬਦ ਲਿਖੇ ਪਏ ਨੇ। ਤੇ ਇਸ ਤਰ੍ਹਾਂ ਦੇ ਨਾਲ ਇਹ ਮਨ ਦੀ ਭੁੱਖ ਮਿਟਦੀ ਨਹੀਂ ਹੈ। ਜਦੋਂ ਰਾਜਾ ਜਨਕ ਜੀ ਨੂੰ ਪਤਾ ਲੱਗਿਆ ਨਾ, ਰਾਜਾ ਜਨਕ ਰਾਜੇ ਦੇ ਕੋਲੇ ਕਿਹੜੀਆਂ ਐਸ਼ਾਂ ਨਹੀਂ ਹੁੰਦੀਆਂ। ਰਾਜੇ ਦੇ ਹੱਥ ਵਿੱਚ ਤਾਕਤ ਹੁੰਦੀ ਹੈ, ਪਾਵਰ ਹੁੰਦੀ ਹੈ।
ਤੇ ਉਹਨੇ ਆਪਣੀ ਤਾਕਤ ਦਾ ਬੜਾ ਇਸਤੇਮਾਲ ਕੀਤਾ, ਬੜੀ ਆਪਣੀ ਪਾਵਰ ਨੂੰ ਵਰਤਿਆ। ਪਰ ਜਿਉਂ-ਜਿਉਂ ਉਹ ਵਿਸ਼ੇ ਵਿਕਾਰਾਂ ਵਿੱਚ ਡਿੱਗਦਾ ਗਿਆ, ਕੁਰਾਹੇ ਪੈਂਦਾ ਗਿਆ, ਵਿਆਕਲ ਹੁੰਦਾ ਗਿਆ, ਬੇਚੈਨ ਹੁੰਦਾ ਗਿਆ, ਉਸ ਵੇਲੇ ਫਿਰ ਅਕਲ ਟਿਕਾਣੇ ਆਈ। ਸਤਸੰਗ ਦਾ ਸਾਧ ਸੰਗਤ ਸਮਾਂ ਮਿਲਿਆ। ਸਤ ਸੰਗਤ ਦੇ ਵਿੱਚ ਰਾਜਾ ਜਨਕ ਬੈਠਾ, ਉੱਥੋਂ ਫਿਰ ਅੱਖ ਖੁੱਲ੍ਹੀ ਤੇ ਸਾਰੇ ਜਿਹੜੇ ਉਹਨਾਂ ਦੇ ਸੀ ਪੰਡਤ ਲੋਕ, ਵਿਦਵਾਨ ਲੋਕ, ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਵੀ ਕਹਿੰਦਾ ਮੈਨੂੰ ਗਿਆਨ ਕਰਵਾਓ। ਅਗਿਆਨ ਦੇ ਵਿੱਚ ਸੁੱਖ ਹੈ ਨਹੀਂ। ਜਿਵੇਂ ਹਨੇਰੇ ਦੇ ਵਿੱਚ ਗੱਡੀ ਚਲਾਉਣੀ ਖਤਰੇ ਤੋਂ ਖਾਲੀ ਨਹੀਂ ਹੁੰਦੀ, ਗੁਰਬਾਣੀ ਨਾਲੋਂ ਟੁੱਟ ਕੇ ਬੰਦਾ ਹਨੇਰੇ ਵਿੱਚ ਅਗਿਆਨ ਵਿੱਚ ਚਲਿਆ ਜਾਂਦਾ ਹੈ, ਤੇ ਜਦੋਂ ਇਹ ਗੁਰਬਾਣੀ ਨਾਲ ਜੁੜਦਾ ਹੈ ਤਾਂ ਇਹ ਪ੍ਰਕਾਸ਼ ਵਿੱਚ ਚਲਿਆ ਜਾਂਦਾ ਹੈ। ਸਰੀਰ ਉਹੀ ਹੈ, ਇਹਨੂੰ ਲਾਈਟਾਂ ਮਿਲ ਜਾਂਦੀਆਂ ਨੇ, ਇਹਨੂੰ ਪ੍ਰਕਾਸ਼ ਮਿਲ ਜਾਂਦਾ ਹੈ। ਤੇ ਫਿਰ ਪ੍ਰਕਾਸ਼ ਦੇ ਵਿੱਚ ਨਾ ਤਾਂ ਗੱਡੀ ਟੋਏ 'ਚ ਡਿੱਗਦੀ ਹੈ, ਨਾ ਅੱਗੋਂ ਆਉਂਦੀ ਚੀਜ਼ ਇਹਨੂੰ ਦਿਸ ਰਹੀ ਹੈ, ਸਾਈਡਾਂ ਦਿਸ ਰਹੀਆਂ ਨੇ, ਕਿਉਂਕਿ ਪ੍ਰਕਾਸ਼ ਹੈ। ਬਸ ਸਮਝਣ ਦੀ ਕੋਸ਼ਿਸ਼ ਕਰੀਏ, ਉਦਾਹਰਨਾਂ ਬਹੁਤ ਨੇ ਇਹਨੂੰ ਸਮਝਣ ਵਾਸਤੇ। ਤਾਂ ਫਿਰ ਰਾਜਾ ਜਨਕ ਨੂੰ ਜਦੋਂ ਪਤਾ ਲੱਗਿਆ ਵੀ ਤੂੰ ਜੀਵਨ ਹੈ ਜਿਹੜਾ ਨਾ ਉਹ ਗਲਤ ਰਸਤੇ ਪਾਇਆ ਹੋਇਆ, ਤਾਂ ਸਾਧ ਸੰਗਤ ਅਸ਼ਟਾਵਕਰ ਜੀਆਂ ਨੇ 8 ਵਲ ਪੈਂਦੇ ਸੀ ਤੇ ਆ ਕੇ ਗਿਆਨ ਕਰਵਾਉਣਾ। ਤੇ ਸ਼ਰਤ ਕੀ ਰੱਖੀ ਸੀ? ਕਹਿੰਦਾ ਘੋੜੇ ਦੀ ਕਾਠੀ ਤੋਂ ਜਦੋਂ ਲੱਤ ਪਾਰ ਦੂਸਰੇ ਪਾਸੇ ਲੰਘਾਵਾਂ, ਇੱਕ ਪੈਰ ਰਕਾਬ ਦੇ ਵਿੱਚ ਤੇ ਦੂਜਾ ਦੂਜੇ ਪਾਸੇ ਲੰਘਾਉਣਾ, ਇੰਨੇ ਚਿਰ ਵਿੱਚ ਗਿਆਨ ਕਰਾਉਣਾ। ਰਿਸ਼ੀ ਮੁਨੀ ਹਾਰ ਗਏ। ਚਲੋ ਵੱਖਰਾ ਵਿਸ਼ਾ, ਉਹ ਵਿਸ਼ੇ 'ਤੇ ਨਹੀਂ ਜਾਣਾ, ਸਮਾਂ ਸੀਮਤ ਹੈ, ਵਿਚਾਰ ਹੋਰ ਬਹੁਤ ਕਰਨੀ ਹੈ। ਤਾਂ ਉਸ ਵੇਲੇ ਅਸ਼ਟਾਵਕਰ ਜੀ ਜਦੋਂ ਆਏ, 8 ਵਲ ਪੈਂਦੇ ਸੀ, ਸਭਾ ਹੱਸੀ ਹੈ, ਗਿਆਨੀਆਂ ਦੀ ਸਭਾ ਹੱਸੀ। ਅਸ਼ਟਾਵਕਰ ਜੀ ਨੇ ਪਹਿਲਾ ਸਵਾਲ ਕੀਤਾ, ਰਾਜਨਾ ਆਹ ਇਕੱਠ ਕਾਹਦੇ ਵਾਸਤੇ ਹੈ? ਕਹਿੰਦਾ ਗਿਆਨੀ ਬੁਲਾਏ ਨੇ ਗਿਆਨ ਕਰਾਉਣ ਵਾਸਤੇ। ਤੇ ਉਹਨਾਂ ਨੇ ਉਹ ਵਰਤਿਆ ਸੀ ਸ਼ਬਦ, ਕਹਿੰਦੇ ਫਿਰ ਤੈਨੂੰ ਗਿਆਨ ਹੋਇਆ ਨਹੀਂ? ਕਹਿੰਦੇ ਨਹੀਂ ਇਹਨਾਂ ਤੋਂ ਤਾਂ ਹੋਇਆ ਨਹੀਂ। ਕਹਿੰਦੇ ਮੈਂ ਕਰਾ ਦਿਆਂ? ਕਹਿੰਦੇ ਕਰਵਾ ਦੋਗੇ? ਕਹਿੰਦੇ ਹਾਂ। ਕਹਿੰਦੇ ਜਦੋਂ ਇਹਨਾਂ ਤੋਂ ਨਹੀਂ ਹੋਇਆ, ਵੱਡੇ ਵੱਡੇ ਵੇਦ ਵਿਆਸ ਜਿਹੜੇ ਪਾਠੀ ਬੈਠੇ ਨੇ, ਵੇਦਾਂ ਦੇ ਪੜ੍ਹਨ ਵਾਲੇ ਗਿਆਤਾ ਬੈਠੇ ਨੇ, ਇਹਨਾਂ ਤੋਂ ਨਹੀਂ ਹੋਇਆ ਤੇ ਮੈਨੂੰ ਨਹੀਂ ਲੱਗਦਾ ਤੂੰ ਕਰਾ ਦੇਂਗਾ। ਅਸ਼ਟਾਵਕਰ ਜੀ ਨੇ ਆਖਿਆ ਸੀ, ਕਹਿੰਦੇ ਰਾਜਨਾ ਮਾਫ਼ ਕਰਨਾ, ਜਾਤਾਂ ਪਾਤਾਂ ਗੁਰੂ ਦੇ ਦਰ 'ਤੇ ਹੈ ਨਹੀਂ, ਪਰ ਜਿਹੜਾ ਅਸ਼ਟਾਵਕਰ ਜੀ ਨੇ ਸ਼ਬਦ ਵਰਤਿਆ ਆਪਾਂ ਨੂੰ ਬੋਲਣਾ ਉਹੀ ਪੈਣਾ ਹੈ। ਕਿੱਤੇ ਦਾ ਨਾਮ? ਕਹਿੰਦੇ ਚਮਾਰਾਂ ਤੋਂ ਗਿਆਨ ਭਾਲਦਾ। ਉਹ ਸਾਰੇ ਬੋਲ ਉੱਠੇ, ਕਹਿੰਦੇ ਜੀ ਇਨਸਲਟ ਕੀਤੀ, ਅਸੀਂ ਪੰਡਤ ਲੋਕ ਆ, ਸਾਨੂੰ ਚਮਾਰ ਕਹਿ ਕੇ ਬੁਲਾਉਂਦਾ। ਕਹਿ ਰਵਿਦਾਸ ਚਮਾਰਾ। ਕਈ ਵਾਰ ਫੀਲ ਹੋ ਜਾਂਦਾ ਵੀ ਇਹ ਬਚਨ ਕਿਉਂ ਕਿਹਾ ਮਹਾਰਾਜ ਜੀ ਨੇ ਬਾਣੀ ਵਿੱਚ, ਕਿਉਂਕਿ ਜਿਹੜਾ ਚਮੜੇ ਦਾ ਕੰਮ ਕਰਦਾ ਉਹ ਚਮਾਰ ਹੈ, ਜਿਹੜਾ ਸਿਉਨੇ ਦਾ ਕੰਮ ਕਰਦਾ ਉਹ ਸੁਨਿਆਰ ਹੈ। ਇਹ ਕਿੱਤੇ ਦਾ ਨਾਮ ਹੈ, ਜਾਤ ਨਹੀਂ ਕੋਈ ਇੱਥੇ ਨੋਟ ਕਰਨਾ। ਸ਼ੰਕਾਵਾਦੀ ਨੂੰ ਸ਼ੰਕਾ ਪੈ ਜਾਂਦੀ ਹੈ, ਉਹ ਨਹੀਂ ਆਪਾਂ ਕਰਨਾ। ਕਹਿੰਦੇ ਅਸੀਂ ਚਮਾਰ ਕਿਵੇਂ ਹੋਏ, ਅਸੀਂ ਪੰਡਤ ਲੋਕ ਹਾਂ। ਤਾਂ ਅਸ਼ਟਾਵਕਰ ਜੀ ਕਹਿੰਦੇ ਜਦੋਂ ਮੈਂ ਸਭਾ ਦੇ ਵਿੱਚ ਆਇਆ ਤੁਸੀਂ ਹੱਸੇ ਕਿਉਂ? ਜਵਾਬ ਦਿਓ। ਕਿਸੇ ਕੋਲ ਜਵਾਬ ਨਹੀਂ ਸੀ। ਕਹਿੰਦੇ ਰਾਜਨਾ ਇਹਨਾਂ ਨੂੰ ਚੰਮ ਦੀ ਪਰਖ ਹੈ, ਇਹਨਾਂ ਨੂੰ ਅੰਦਰ ਦੇ ਗਿਆਨ ਦੀ ਪਰਖ ਨਹੀਂ, ਇਸੇ ਕਰਕੇ ਤੈਨੂੰ ਇਹ ਗਿਆਨ ਨਹੀਂ ਕਰਾ ਸਕੇ। ਇਹਨਾਂ ਨੇ ਮੇਰਾ ਟੇਢਾ ਵਿੰਗਾ ਸਰੀਰ ਵੇਖ ਕੇ ਹੱਸੇ ਨੇ। ਇਹ ਚੰਮ ਦ੍ਰਿਸ਼ਟੀ ਦੇ ਨਾਲ ਜੁੜੇ ਹੋਏ ਲੋਕ ਨੇ, ਇਹਨਾਂ ਕੋਲ ਉਹ ਚੀਜ਼ ਹੈ ਹੀ ਨਹੀਂ ਵੀ ਤੈਨੂੰ ਇਹ ਗਿਆਨ ਕਰਵਾ ਦੇਣ। ਤੇ ਫਿਰ ਉਹ ਹੋਰ ਜ਼ਿਆਦਾ ਗੁੱਸੇ ਹੋ ਗਏ। ਕਹਿੰਦੇ ਫਿਰ ਤੂੰ ਕਰਵਾ ਦੇਂਗਾ? ਕਹਿੰਦੇ ਵੇਖਾਂਗੇ, ਜੋ ਮੈਨੂੰ ਆਪਣੀ ਮਾਂ ਕੋਲੋਂ ਗਿਆਨ ਮਿਲਿਆ, ਆਪਣੇ ਨਾਨਾ ਜੀ ਕੋਲੋਂ ਗਿਆਨ ਮਿਲਿਆ, ਮੈਂ ਕੋਸ਼ਿਸ਼ ਕਰਾਂਗਾ ਹੋ ਸਕਿਆ ਤਾਂ, ਕਿਉਂਕਿ ਉਹ ਮਾਣ ਨਹੀਂ ਕਰਦੇ, ਉਹ ਨਿਮਰਤਾ ਵਿੱਚ ਰਹਿੰਦੇ ਨੇ। ਉਸ ਵੇਲੇ ਰਾਜਾ ਜਨਕ ਜੀ ਜਦੋਂ ਘੋੜੇ ਦੀ ਕਹਿੰਦੇ ਚੱਲ ਰਕਾਬ ਦੇ ਵਿੱਚ ਰੱਖ ਪੈਰ, ਰਕਾਬ ਦੇ ਵਿੱਚ ਪੈਰ ਰੱਖਿਆ। ਕਹਿੰਦੇ ਰਾਜਨ ਇੱਕ ਸ਼ਰਤ 'ਤੇ ਗਿਆਨ ਮਿਲੇਗਾ, ਕਿਉਂਕਿ ਗੁਰੂ ਦੀ ਸ਼ਰਤ ਤਾਂ ਹੈ ਨਾ, ਸ਼ਰਤ ਤੋਂ ਬਿਨਾਂ ਤਾਂ ਕਿਸੇ ਨੂੰ ਗਿਆਨ ਹੈ ਨਹੀਂ। ਉਸ ਵੇਲੇ ਕਹਿੰਦੇ ਦੱਸੋ? ਕਹਿੰਦੇ ਤੇਰੇ ਕੋਲ 3 ਚੀਜ਼ਾਂ ਨੇ, ਤੇਰਾ ਤਨ ਹੈ, ਤੇਰਾ ਮਨ ਹੈ ਤੇ ਤੇਰਾ ਧਨ ਹੈ। ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਮੈਨੂੰ ਦੇ ਦੇ। ਵੈਸੇ ਤਾਂ ਗੁਰੂ ਨੂੰ ਸਾਰੀਆਂ ਸੌਂਪਣੀਆਂ ਪੈਂਦੀਆਂ ਨੇ। ਰਾਣੀਆਂ ਨਾਲ ਵਿਚਾਰ ਕਰਨ ਚਲਿਆ ਗਿਆ ਉਤਰ ਕੇ ਘੋੜੇ ਤੋਂ। ਕਹਿੰਦਾ ਅਸ਼ਟਾਵਕਰ ਜੀ ਨੇ, ਗੁਰੂ ਨੇ ਆਹ ਸ਼ਰਤ ਰੱਖੀ ਹੈ, ਬੋਲੋ ਤਨ ਦੇਵਾਂ, ਧਨ ਦੇਵਾਂ ਕਿ ਮਨ ਦੇਵਾਂ? ਕਹਿੰਦੇ ਰਾਜਨਾ ਜੇ ਤਨ ਦੇ ਦਿੱਤਾ, ਸਰੀਰ ਦੇ ਦਿੱਤਾ, ਤੁਸੀਂ ਰਾਜ ਭਾਗ ਦੇ ਕੰਮ ਕਰਨੇ ਨੇ, ਇਹ ਤਨ ਤਾਂ ਫਿਰ ਅਸ਼ਟਾਵਕਰ ਜੀ ਦਾ ਹੋ ਜਾਣਾ, ਤਨ ਬਗੈਰ ਸਰਨਾ ਨਹੀਂ, ਤਨ ਨਾ ਦਿਓ। ਤੇ ਧਨ ਹੈ ਜਿਹੜਾ, ਧਨ ਤੋਂ ਬਗੈਰ ਵੀ ਸਰਦਾ ਨਹੀਂ ਹੈ, ਧਨ ਦੇ ਦਿਓਗੇ ਤਾਂ ਕਾਰੋਬਾਰ ਕਿਵੇਂ ਚਲਾਓਗੇ? ਤੇ ਕਹਿੰਦੇ ਮਨ ਹੈ ਵਿਹਲੀ ਜੀ ਚੀਜ਼ ਹੈ, ਇਹਦੀ ਕੋਈ ਬਹੁਤੀ ਵੈਲਿਊ ਨਹੀਂ ਹੈ, ਮਨ ਵਿਹਲਾ ਜਾਏ, ਇਹ ਦੇ ਦਿਓ ਮਨ। ਤੇ ਆ ਕੇ ਰਾਜਾ ਜਨਕ ਕਹਿੰਦਾ ਗੁਰੂ ਜੀ ਮੈਂ ਮਨ ਤੁਹਾਨੂੰ ਦਿੱਤਾ, ਤਨ ਵੀ ਮੇਰਾ ਹੈ ਤੇ ਧਨ ਵੀ ਮੇਰਾ ਹੈ। ਅਸ਼ਟਾਵਕਰ ਜੀ ਕਹਿੰਦੇ ਰੱਖ ਫਿਰ ਰਕਾਬ ਦੇ ਵਿੱਚ ਪੈਰ। ਕਹਿੰਦੇ ਹੁਣ ਮਨ ਮੇਰਾ, ਤੂੰ ਇਹ ਗੱਲ ਨੂੰ ਬਾਰ-ਬਾਰ ਜਾਣ ਲੈ, ਸਮਝ ਲੈ। ਕਹਿੰਦੇ ਜੀ ਹਾਂ ਮਨ ਤੁਹਾਡਾ ਹੈ, ਵੇਚ ਦਿੱਤਾ ਮਨ।
ਕਹਿੰਦੇ ਚੜ੍ਹ ਘੋੜੇ ਤੇ, ਰਕਾਬ ਵਿੱਚ ਪੈਰ ਰੱਖਿਆ। ਦੂਸਰੇ ਪਾਸੇ ਜਦੋਂ ਲੱਤ ਲੰਘਾਉਣ ਲੱਗਿਆ ਸਾਰੀ ਸਭਾ ਹੈਰਾਨ ਹੈ। ਉਸ ਵੇਲੇ ਅਸ਼ਟਾਵਕਰ ਜੀ ਕਹਿੰਦੇ ਰਾਜਾ ਜਨਕ ਕਹਿੰਦਾ ਜੀ ਹਾਂ, ਕਹਿੰਦੇ ਲੱਤ ਦੂਜੇ ਪਾਸੇ ਨਹੀਂ ਲੰਘਾਉਣੀ। ਕਹਿੰਦਾ ਜੀ ਗਿਆਨ ਕਰਵਾਉਣਾ ਮੇਰੀ ਸ਼ਰਤ ਹੈ। ਕਹਿੰਦੇ ਤੁਸੀਂ ਮੈਨੂੰ ਕਰਾ ਨਹੀਂ ਸਕਦੇ ਗਿਆਨ। ਕਹਿੰਦੇ ਨਹੀਂ, ਮੈਂ ਗਿਆਨ ਕਰਾ ਰਿਹਾ, ਲੱਤ ਦੂਜੇ ਪਾਸੇ ਨਹੀਂ ਲੰਘਾਉਣੀ। ਕਹਿੰਦਾ ਜੀ ਲੰਘਾਉਣੀ ਹੈ। ਕਹਿੰਦੇ ਕੌਣ ਕਹਿੰਦਾ? ਕਹਿੰਦੇ ਮੇਰਾ ਮਨ ਕਹਿੰਦਾ। ਕਹਿੰਦੇ ਮਨ ਤੂੰ ਮੈਨੂੰ ਦੇ ਚੁੱਕਿਆ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਮੇਰਾ ਮਨ ਕਹਿੰਦਾ ਥੱਲੇ ਉਤਰ ਜਾ, ਮਨ ਮੇਰਾ ਹੈ, ਕਾਰਜ ਰਾਸ ਹੈ। ਕੀ ਲਿਖਿਆ ਸਤਿਗੁਰਾਂ ਨੇ ਬਾਣੀ ਵਿੱਚ? ਗੁਰਮਤਿ ਹੈ ਜਿਹੜੀ ਨਾ, ਬਹੁਤੀ ਉਲਝਣ ਵਾਲੀ ਗੱਲ ਨਹੀਂ, ਗੱਲ ਤਾਂ ਬੜੀ ਸਿੰਪਲ ਹੈ ਪਰ ਸੋਝੀ ਪੈ ਜਾਵੇ। ਉਹ ਮਨ ਵੇਚਦੇ ਗੁਰਾਂ ਦੇ ਪਾਸ, ਬਈ ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਪਾਸ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਪਾਸ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਪਾਸ, ਮੈਂ ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਪਾਸ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਪਾਸ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਪਾਸ, ਕਾਰਜ ਤੇਰੇ ਰਾਸ ਹੋਣਗੇ। ਉਹ ਮਨ ਵੇਚਦੇ ਗੁਰਾਂ ਦੇ ਪਾਸ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਪਾਸ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਪਾਸ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਵੇਚਣ ਦੀ ਉਹ ਗੱਲ ਹੈ। ਜਦੋਂ ਅਸੀਂ ਖੰਡੇ ਕੀ ਪਹੁਲ ਲੈਂਦੇ ਹਾਂ, ਆਪਾਂ ਅੰਮ੍ਰਿਤ ਛਕਿਆ ਜਿਨ੍ਹਾਂ ਨੇ, ਤੇ ਉਸ ਵੇਲੇ ਜਿਹੜੇ ਪੰਜਾਂ ਪਿਆਰਿਆਂ ਦੇ ਮੁਖੀ ਸਹਿਬਾਨ ਜਥੇਦਾਰ ਜੀ ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ, ਜਥੇਦਾਰ ਜੀ ਆਪਾਂ ਨੂੰ ਪੁੱਛਦੇ ਨੇ ਨਾ ਵੀ ਅੱਜ ਤੋਂ ਬਾਅਦ ਸਿਰ ਕਲਗੀ ਵਾਲੇ ਪਾਤਸ਼ਾਹ ਦੀ ਅਮਾਨਤ ਹੈ ਤੇ ਅੱਜ ਤੋਂ ਬਾਅਦ ਮਨ ਗੁਰੂ ਦਾ ਹੈ, ਕਹਿੰਦੇ ਨੇ ਕਿ ਨਹੀਂ ਕਹਿੰਦੇ? ਤੇ ਫਿਰ ਜਦੋਂ ਮਨ ਵੇਚ ਦਿੱਤਾ, ਜਦੋਂ ਫਿਰ ਇਹ ਠੇਕੇ ਵੱਲ ਜਾਂਦਾ ਹੈ, ਮਨ ਠੇਕੇ ਵੱਲ ਜਾਂਦਾ ਹੈ, ਪਰ ਗੁਰੂ ਕਹਿੰਦਾ ਨਹੀਂ ਜਾਣਾ, ਮਨ ਮੇਰਾ ਹੈ। ਗੁਰੂ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਵੀ ਮੇਰਾ ਸਿੱਖ ਬੁਰੇ ਪਾਸੇ ਜਾਵੇ। ਗੁਰੂ ਹਰ ਵੇਲੇ ਆਪਣੇ ਸਿੱਖ ਨੂੰ ਚੰਗੇ ਪਾਸੇ ਲੈ ਕੇ ਆਉਂਦਾ ਤੇ ਚੰਗੇ ਪਾਸੇ ਲੈ ਕੇ ਜਾਂਦਾ। ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਕਦੇ ਵੀ ਗਲਤ ਕੰਮ ਕਰਦਾ ਵੇਖਣਾ ਪਸੰਦ ਨਹੀਂ ਕਰਦੀ, ਉਸੇ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਕਦੇ ਵੀ ਅੱਗ ਨਾਲ ਨਹੀਂ ਖੇਡਣ ਦਿੰਦਾ, ਕਦੇ ਵੀ ਸੱਪ ਦੀ ਸਿਰੀ ਨੂੰ ਹੱਥ ਨਹੀਂ ਪਾਉਣ ਦਿੰਦਾ। ਇਹ ਦੁਨੀਆ ਅੱਗ ਹੈ, ਇਹ ਦੁਨੀਆ ਸੱਪ ਦੀ ਸਿਰੀ ਹੈ। ਸਤਿਗੁਰੂ ਜੀ ਇਹਦੇ ਵਿੱਚ ਜਦੋਂ ਅਸੀਂ ਵਿਚਰਨਾ ਹੈ ਨਾ, ਤਾਂ ਵਿਚਰਨਾ ਸਿਖਾਉਂਦੇ ਨੇ ਵੀ ਦੁਨੀਆ ਦੇ ਵਿੱਚ ਕਿਵੇਂ ਵਿਚਰਨਾ ਹੈ, ਕਿਸ ਤਰ੍ਹਾਂ ਦਾ ਜੀਵਨ ਤੂੰ ਆਪਣਾ ਇੱਥੇ ਸੰਸਾਰ ਵਿੱਚ ਬਸਰ ਕਰਨਾ ਹੈ। ਤਾਂ ਉੱਥੇ ਸਾਧ ਸੰਗਤ ਆਖਿਆ ਉੱਤਰ ਥੱਲੇ ਮੇਰਾ ਮਨ ਕਹਿੰਦਾ ਹੈ। ਬਸ ਇੰਨੀ ਉਹ ਗੱਲ ਸੀ, ਚਰਨਾਂ 'ਤੇ ਡਿੱਗ ਪਿਆ। ਤੇ ਫਿਰ ਲਿਖਿਆ ਸਤਿਗੁਰਾਂ ਨੇ, ਭਾਈ ਗੁਰਦਾਸ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਸ਼ਾਰੇ ਮਾਤਰ ਟੂਕ ਮਾਤਰ ਗੱਲ ਸਾਂਝੀ ਕੀਤੀ ਆਪਾਂ ਨੇ। ਤੇ ਜਦੋਂ ਸਿੰਘਾਸਣ 'ਤੇ ਬੈਠਾ ਸੀ, ਅਗਿਆਨ ਵਿੱਚ ਸੀ, ਝੂਠੇ ਧੰਦਿਆਂ ਵਿੱਚ ਜੁੜਿਆ ਸੀ ਰਾਜਾ ਜਨਕ। ਤੇ ਉਸ ਵੇਲੇ ਕਹਿੰਦਾ ਸੀ ਮੈਂ ਰਾਜਾ, ਮੇਰੇ ਵਰਗਾ ਕੋਈ ਨਹੀਂ। ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚ ਹੀ ਡਿੱਗ ਗਿਆ ਸੀ, ਮਾਨੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ। ਤੇ ਪਿਆਰਿਓ, ਅੱਜ ਜਦੋਂ ਅਸ਼ਟਾਵਕਰ ਜੀ ਨੇ ਕਰਵਾਇਆ ਗਿਆਨ, ਭਾਈ ਗੁਰਦਾਸ ਜੀ ਨੇ ਆਪਣੀ ਕਲਮ ਨਾਲ ਲਿਖ ਦਿੱਤਾ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਅੱਜ ਫਿਰ ਉਹਨੂੰ ਉਹ ਕੌਡੀਆਂ ਦਿਸ ਰਹੀਆਂ ਨੇ, ਅੱਜ ਮਿੱਟੀ ਦਿਸ ਰਹੀ ਹੈ। ਪਹਿਲਾਂ ਕਹਿੰਦਾ ਸੀ ਮੈਂ ਇੰਨਿਆਂ ਦਾ ਮਾਲਕ ਨਹੀਂ, ਅੱਜ ਉਹ ਹਉਂ ਵਾਲਾ ਜਿਹੜਾ ਸੀ ਕਿੱਲਾ ਹੰਕਾਰ ਵਾਲਾ, ਉਹ ਪੱਟ ਦਿੱਤਾ ਪੂਰੇ ਗੁਰੂ ਨੇ। ਤਾਂ ਭਾਈ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਕੌਰੂ ਬਾਦਸ਼ਾਹ ਕੋਲ ਜਾਂਦੇ ਨੇ, ਜਦੋਂ ਸਾਲਸਰਾਏ ਜੌਹਰੀ ਦੇ ਨਾਲ ਸੰਗ ਹੁੰਦਾ, ਮਿਲਾਪ ਹੁੰਦਾ,
ਤੇ ਜਦੋਂ ਦੁਨੀ ਚੰਦ ਲਾਹੌਰ ਦਾ ਸ਼ਾਹੂਕਾਰ ਇਹਦੇ ਨਾਲ ਮਿਲਾਪ ਹੁੰਦਾ, ਸੱਜਣ ਠੱਗ ਨਾਲ ਮਿਲਾਪ ਹੁੰਦਾ ਹੈ। ਇਹਨਾਂ ਚਾਰਾਂ ਨੂੰ ਕੀ ਆਖਿਆ ਸੀ ਉਹ ਸੁਣੋ ਧਿਆਨ ਨਾਲ। ਸਾਲਸਰਾਏ ਜੌਹਰੀ ਕਹਿੰਦਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਪਟਨੇ ਦੇ ਰਹਿਣ ਵਾਲਾ, ਅੱਜ ਪਟਨਾ ਸਾਹਿਬ ਦੀ ਧਰਤੀ ਹੈ ਪਰ ਉਸ ਵੇਲੇ ਦਾ, ਤੇ ਦੁਨੀਆ ਦਾ ਅਮੀਰ ਬੰਦਾ ਸੀ, ਬਹੁਤ ਵੱਡਾ ਜੌਹਰੀ ਸੀ, ਬਹੁਤ ਵੱਡਾ ਅਮੀਰ ਬੰਦਾ ਸੀ, ਪਰ ਅਗਿਆਨਤਾ ਦੇ ਵਿੱਚ ਸੀ। ਗਿਆਨ ਦਾ ਰੱਤੀ ਭਰ ਵੀ ਨਹੀਂ ਸੀ ਸਾਲਸਰਾਏ ਦੇ ਕੋਲ। ਮਾਇਆ ਇਕੱਠੀ ਕਰਨ ਤੇ ਲੱਗਿਆ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਦੋਂ ਸਾਧ ਸੰਗਤ ਜਾ ਕੇ ਮਿਲਾਪ ਹੁੰਦਾ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਾਂ ਬਲਿਹਾਰੀ ਸਤਿਗੁਰ ਚਰਨਾ, ਚਰਨਾਂ ਵਿੱਚ ਆ ਕੇ ਬੈਠਿਆ ਤੇ ਬਚਨ ਸੁਣੇ, ਦਰਸ਼ਨ ਕੀਤੇ, ਸੇਵਾ ਕੀਤੀ, ਅੰਦਰ ਦੀ ਮੈਲ ਉਤਰੀ। ਤੇ ਉਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਂ ਬੇਨਤੀ ਕਰਨੀ ਚਾਹੁੰਦਾ। ਮਹਾਰਾਜ ਜੀ ਕਹਿੰਦੇ ਦੱਸ। ਕਹਿੰਦਾ ਜੀ ਮੇਰਾ ਜਨਮ ਮਰਨ ਮਿਟਾ ਦਿਓ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਆਪਾਂ ਇਕੱਲਾ ਗੁਰੂ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਨਹੀਂ ਆਉਣਾ, ਉਹ ਸਿੱਖੋ। ਜਦੋਂ ਕੋਈ ਚੰਗਾ ਅਫਸਰ, ਜਦੋਂ ਚੰਗਾ ਕੋਈ ਨੇਤਾ, ਆਪਾਂ ਕਹਿੰਦੇ ਆ ਨਾ ਵੀ ਆਹ ਵਧੀਆ ਬੰਦਾ ਮਿਲ ਗਿਆ ਵੀ ਇਹਦੇ ਤੋਂ ਆਹ ਚੀਜ਼ ਮੰਗ ਲਓ, ਹੁਣ ਵੇਲਾ ਹੈ। ਆਪਾਂ ਕਹਿੰਦੇ ਨਹੀਂ ਨਾ, ਇਹ ਗੱਲ ਕਹਿੰਦੇ ਆ। ਸਾਰੀਆਂ ਪੰਚਾਇਤਾਂ ਇਕੱਠੀਆਂ ਹੁੰਦੀਆਂ ਨੇ, ਪਿੰਡ ਦਾ ਇਕੱਠ ਹੁੰਦਾ, ਭਾਈ ਆਹ ਫਲਾਣਾ ਬੰਦਾ ਆਇਆ ਅੱਜ ਮੰਗ ਲਓ ਇਹਦੇ ਤੋਂ। ਆਪਾਂ ਵੱਡੀ ਲਿਸਟ ਬਣਾ ਲੈਂਦੇ ਆ। ਅਫਸੋਸ ਅਸੀਂ ਦੀਨ ਦੁਨੀਆ ਦੀ ਮਾਲਕ ਦੀ ਹਜ਼ੂਰੀ ਵਿੱਚ ਆਉਂਦੇ ਆ ਤੇ ਮੰਗ ਕੋਈ ਰੱਖਦੀ ਨਹੀਂ। ਹਾਂ ਚੱਜ ਦੀ ਮੰਗ ਰੱਖੀਏ ਅਸੀਂ ਗੁਰੂ ਦੇ ਹਜ਼ੂਰੀ ਵਿੱਚ। ਤੇ ਦੁਨੀ ਜਿਵੇਂ ਸਾਲਸਰਾਏ ਜੌਹਰੀ ਕਹਿੰਦਾ ਨਾ, ਅੱਜ ਆਪਾਂ ਵੀ ਕਹਿ ਦਿਓ, ਆਪਾਂ ਵੀ ਕਹਿ ਦਿਓ ਪ੍ਰਤੱਖ ਗੁਰੂ ਨੂੰ ਕੀ ਕਹਿਣਾ। ਜੀ ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਜੀ ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਜੀ ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਜੀ ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਜੀ ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਜੀ ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਜੀ ਮੈਂ ਬਾਹੁੜ ਜਨਮ ਨਾ ਆਵਾਂ ਜੀ, ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਜੀ ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਜੀ ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਜੀ ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਜੀ ਮੈਂ ਬਾਹੁੜ ਜਨਮ ਨਾ ਆਵਾਂ, ਐਸੀ ਕਿਰਪਾ ਕਰ ਦਿਓ ਸਤਿਗੁਰ ਜੀ। ਗੁਰਮਤਿ ਦਾ ਜਿਹੜਾ ਮਾਰਗ ਹੈ ਨਾ, ਉਹ ਕਾਹਲੀ ਦਾ ਮਾਰਗ ਨਹੀਂ। ਧਿਆਨ ਨਾਲ, ਕਿਉਂਕਿ ਕਈ ਸੱਜਣ ਹੁੰਦੇ ਨੇ, ਕਈਆਂ ਨੂੰ ਸ਼ੌਂਕ ਲੱਗ ਜਾਂਦਾ ਵੀ ਆਪਾਂ ਇਹ ਕਰਨਾ ਹੈ, ਆਪਾਂ ਮੰਨਣਾ ਅੱਜ ਤੋਂ ਬਾਅਦ। ਤੇ ਉਹਦੇ ਵਾਸਤੇ ਕੀ ਹੈ? ਸਹਿਜ। ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਕਾਹਲੀ ਨਹੀਂ ਕਰਨੀ, ਬਿਲਕੁਲ ਆਨੰਦ ਵਿੱਚ। ਬੇਚੈਨੀ ਤਾਂ ਹੈ ਹੀ ਨਹੀਂ ਇੱਥੇ। ਇਹ ਤਾਂ ਸਾਧ ਸੰਗਤ ਆਨੰਦ ਭਇਆ ਮੇਰੀ ਮਾਏ, ਇਹ ਤਾਂ ਆਨੰਦ ਦਾ ਮਾਰਗ ਹੈ। ਇਹ ਤਾਂ ਸਾਧ ਸੰਗਤ ਉਹ ਪਰਮ ਆਨੰਦ, ਮਹਾ ਆਨੰਦ। ਤੇ ਉਹਨੂੰ ਨਾ ਆਪਾਂ ਸਹਿਜ ਨਾਲ ਅਰਦਾਸਾਂ ਕਰਨੀਆਂ ਨੇ, ਬੇਨਤੀਆਂ ਕਰਨੀਆਂ ਨੇ। ਮਹਾਰਾਜ ਜੀ ਤਾਂ ਸਾਧ ਸੰਗਤ ਦਾਤਾਂ ਦੇ ਖਜ਼ਾਨੇ ਨੇ, ਵੱਡੇ ਖਜ਼ਾਨੇ ਨੇ। ਕਹਿੰਦੇ ਸਿੱਖਾ ਤੂੰ ਝੋਲੀ ਕਰ, ਤੇ ਮੈਂ ਤਾਂ ਉਹ ਦਾਤਾਂ ਲਈ ਖੜਾ, ਤੇਰੀ ਝੋਲੀ 'ਚ ਪਾਉਣੀਆਂ ਹੀ ਨੇ ਬਸ। ਇਹਦਾ ਜੇ ਹੋਰ ਜੇ ਵਿਸ਼ਵਾਸ ਕਰਨਾ ਹੈ ਨਾ, ਆਪਾਂ ਸ਼ਾਮ ਦੇ ਵੇਲੇ ਗੁਰੂ ਘਰੋਂ ਜਾਂ ਗੁਰਸਿੱਖ ਜਿਹੜੇ ਨਿਤਨੇਮੀ ਨੇ, ਰਹਿਰਾਸ ਸਾਹਿਬ ਦਾ ਨਿਤਨੇਮ ਕਰਦੇ ਆ ਨਾ, ਤੇ ਉਹਦੇ 'ਚੋਂ ਆਪਾਂ ਸਪਸ਼ਟ ਕਰ ਲੈਂਦੇ ਹਾਂ ਵੀ ਕਿਵੇਂ ਖਜ਼ਾਨੇ ਨੇ ਗੁਰੂ ਦੇ ਕੋਲ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਕਰ ਦਾ ਅਰਥ ਹੈ ਹੱਥ, ਤਲ ਦਾ ਅਰਥ ਹੈ ਤਲੀ। ਸਾਰੀ ਦੁਨੀਆ ਦੇ 9 ਨਿਧੀਆਂ 18 ਸਿੱਧੀਆਂ, ਸਾਰੇ ਭੰਡਾਰ ਤੇ ਪਰਮੇਸ਼ਰ ਨੇ ਹੱਥ ਦੀ ਤਲੀ ਤੇ ਰੱਖੇ ਹੋਏ ਨੇ। ਹੁਣ ਜਿਹੜੀ ਚੀਜ਼ ਹੱਥ ਦੀ ਤਲੀ ਤੇ ਪਈ ਹੈ, ਦੱਸੋ ਉਹ ਚੱਕਣੀ ਜਾਂ ਫੜਾਉਣੀ ਕਿੰਨੀ ਔਖੀ ਹੈ? ਕੋਈ ਜਿੰਦਾ ਨਹੀਂ ਖੋਲ੍ਹਣਾ,
कोई अंदरों कमरे 'च नहीं चीज़ पई, तली दे उत्ते पई है ते सिख मंग लवे भी महाराज मैनू दुੱਧ चाहिदा, मैनू पुੱਤ चाहिदा, मैनू नौकरी चाहिदी है, मैनू देह अरोगता चाहिदी है, मैं बाहरले देश जाना, मैनू सिमरन दे दिओ, मैनू बंदगी दे दिओ, मैं गुरु वाला बन जावां। ते जो सिख ने मंगिया परमेश्वर ने तली तो चक के फड़ाउणा है। इन्ना सौखा है। पर तू मंगना सिख, मैनू भी मंगण दी जाच आ जावे, तुहानू भी मंगण दी जाच आ जावे ते अपना मनुखा जन्म धारिया सफला हो जाना है। ਇਹਦੇ 'ਚ ਕਾਹਲੀ ਕਦੇ ਵੀ नहीं करनी। प्रेम नाल, प्रेम दा मार्ग है, बहुत चंगा ते सोहना बन जाए जिंदगी दा। तां उत्थे आपां मंगना एक शब्द मेरा प्राण वस्त है, बाहड़ जन्म ना आवां। हे वाहिगुरू किरपा करके जिथे दुनिया दियां निंदिया चुगली कूड़ कबाड़ दे नाल मेरी सुरत भरी पई है, महाराज किरपा करके काम क्रोध लोभ झूठ इन ते आप छडावो, यह भीतर ते इनको डारो, आपन निकट बुलावो, अपनी विद आप जनावो, हर जन मंगल गावो। कितना सोहनी गुरबाणी है गुरमुखो, कितनी प्यारी गुरबाणी है। इन्हां तो बचाओ महाराज जी, किरपा करके बचाओ। साल सराय जौहरी कहंदा सच्चे पातशाह मेरा जन्म मरण मिटा दिओ। गुरु नानक देव साहब जी ने इक्को ही बाण मारिया सी, कहंदे कौडियां होर जोड़ लै, कौडियां होर जोड़ लै साल सराए, तैनू जाग ना आई, तैनू सुरत ना आई, तू सारी जिंदगी कौडियां दा वणज करदा रहे। हीरे लालां दा वणज करन वाला बंदा कौडियां दा वणज करे? कहंदा नहीं महाराज, वेखो अज्ञानता दे विच सी। कहंदा मैं तां कौडियां कदे खरीदियां ही नहीं, मैं तां कदे कौडियां दा वणज कीता ही नहीं, अलमारियां खोलतियां गुरु जी दे सामने। कहंदा वेखो महाराज दादे दादियां दा, दादे पड़दादियां दा पुश्त दर पुश्त आ, वेखो हीरे लाल अलमारियां भरियां पईयां। महाराज जी कहंदे कौडियां ने, होर कुछ नहीं है। तेरा दादा नाल लै गया, तेरा प्यो नाल लै गया, हुण तूं लैके जावेंगा। अख खुल गई, बाण मारे सतगुरां ने खिच खिच के, हर प्रेम बाणी मन मारिया, अणियाले अणियां राम राजे। जदों अणियां वाले बाण मारे पूरे गुरु ने, साल सराय कहंदा अखां मलदा, कहंदा सच्चे पातशाह ये लाल तुहाडी नज़र विच कौडियां ने? कहंदे कौडियां नहीं, ये मिट्टी है साल सराय, मिट्टी। तू मिट्टी नाल खेडदा, तेरा शरीर भी मिट्टी, आ हीरे लाल भी मिट्टी, ते तू वणज काहदा करन आया? तू वणजारा आया, आपां सारे वणजारे आए हैं संसार ते। सच शाहो हमारा तू धनी, सब जगत वणजारा राम राजे। सारा जगत वणजारिਆਂ ਦਾ वणज करदा फिरदा है। किसी का वणज छोटा है, किसी का व्यापार वड्डा है, किसी का मीडियम है सारे वणजारे व्यापारी तुरे फिरदे हैं, आपां बिजनस करदे हैं। महाराज कहंदे व्यापार कर कोई चज दा, सुण मुंदे हरनाखीए गूढ़ा मैण अपार। पहला वस्त संझाणक तां कीचै व्यापार। सच जानो जितनी जितनी अपने कोल नॉलेज है, कदे कोई बनौटी चीज़ खरीद के घरे लिआउंदा है? नहीं। पहला आपां पुछदे हां दुकानदार नूं भी ओरिजिनल है, गारंटी दिना है, फिर ही जाके वणज करदे हां, व्यापार करदे हां। पर सिखा जदों तेरी आत्मा, तेरे शरीर, तेरे मन की खेड हुंदी है, उत्थे शराब दा वणज सारी जिंदगी करदा रहा, अमृत दा कीता ही नहीं, नाम दा वणज कीता ही नहीं, उत्थे क्यों नहीं जागिया? बस इन्नी गल है। जिवें असीं दुकानां ते जागरूक हाँ, माड़ा कपड़ा नहीं लैंदे, माड़ी चीज़ नहीं घर लेके आउंदे, तो फिर जदों साडी जिंदगी दा वणज है, उत्थे असीं सारी जिंदगी जहर दे वणज करदे तुरदे फिरदे हां, ते गुरु वल असीं ध्यान नहीं दिंदे। साल सराय नूं जदों ये मारे बाण, चरनी डिग पिया, चरनी डिग के ना फिर वो जिहड़ी रील सी, इस तरह कौरू बादशाह दी, इस तरह साध संगत जिहड़े जिहड़े आपां पहिलां गिणे ने उन्हां दी, दुनी चंद दी ते सज्जण ठग होर अणगिणत। ते वो जदों कैस्ट सामने आ गई ना भी कदों किसी का गल वड्ढिया, कदों किसी नूं मारिया, कदों किसी का घर लुट्टिया, फुट फुट के रोए गुरु के चरणों ते डिग के। ते नाले की कहंदे शुक्र है समय सिर जाग आ गई, चोर गेट दे उत्ते आ गया, ते उधरों मालक दी अख खुल जावे, समझो उहदा कुछ नहीं बिगड़िया, वो लुटण तो बच गया क्योंकि वो जाग पिया। ये ना होवे सिखा मौत तेरे बूहे ते आ जाए, तू आखे मैं हुण जागना, ये तो मुश्किल है। ते वो जदों समय ते जागे, उन्हां सारिਆਂ ने की कहा, जिन्हां जिन्हां दा मिलाप गुरु जी नाल होया, अज आपां भी कह दिओ गुरु नूं, जागत जोत श्री गुरु ग्रंथ साहिब जी नूं अंदरों कहो, ते ऐसे वेले किरपा हो जानी है। बख्श लहो महाराज हम अपराधी, हम अपराधी,
बख्श लहो महाराज हम अपराधी, हम अपराधी। 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 सानू बख्श लहो महाराज हम अपराधी, हम अपराधी। 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 हम अपराधी, हम अपराधी, 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 हम अपराधी, हम अपराधी। बख्श लहो महाराज 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 हम अपराधी, हम अपराधी। ਜਦੋਂ ਮੁਰਜਮ ਜੱਜ ਦੇ ਖੜਾ ਹੁੰਦਾ ਹੈ ਨਾ ਤੇ ਮੁਰਜਮ ਅੰਦਰੋਂ ਰੋ ਕੇ ਕਹਿ ਦੇਵੇ ਜੱਜ ਸਾਹਿਬ ਇਹ ਗੁਨਾਹ ਮੈਂ ਕੀਤਾ, ਇਹ ਅਪਰਾਧ ਮੈਂ ਕੀਤਾ, ਪਰ ਮੈਨੂੰ ਬਖਸ਼ ਲਓ। ਅਣਗਿਣਤ ਇਸ ਗੱਲ ਦੇ ਪ੍ਰਮਾਣ ਨੇ। ਜਦੋਂ ਮੁਰਜਮ ਨੇ ਸੱਚ ਕਬੂਲ ਲਿਆ ਜੱਜ ਨੂੰ ਤਰਸ ਆਇਆ। ਇਹ ਤਾਂ ਹੈਗੀ ਸੰਸਾਰੀ ਗੱਲ, ਪਰ ਗੁਰੂ ਨਾਨਕ ਦੇਵ ਸਾਹਿਬ ਜੀ ਉਹ ਜੱਜ ਨੇ ਜਿੱਥੇ ਕਠੋਰਤਾ ਹੈ ਹੀ ਨਹੀਂ, ਬਿਲਕੁਲ ਦਰਿਆ ਦਿਲੀ ਹੈ, ਸਦ ਬਖਸ਼ੰਦ ਮਿਹਰਬਾਨ ਸੱਚੇ ਪਾਤਸ਼ਾਹ। ਜਦੋਂ ਸਿੱਖ ਨੇ ਕਹਿ ਦਿੱਤਾ ਨਾ, ਇਤਿਹਾਸ ਪੜ੍ਹ ਕੇ ਵੇਖ ਲਓ, ਜਿਹੜੇ ਵੀ ਸਿੱਖ ਨੇ ਆ ਕੇ ਕਹਿ ਦਿੱਤਾ, ਭਾਵੇਂ ਵਿਧੀਆ ਡਾਕੂ ਸੀ ਵਿਧੀ ਚੰਦ ਬਣਾ ਦਿੱਤਾ, ਭਾਵੇਂ ਸੱਜਣ ਠੱਗ ਸੀ ਸੱਜਣ ਸੰਤ ਬਣਾ ਦਿੱਤਾ, ਭਾਵੇਂ ਬਲੀ ਕੰਧਾਰੀ ਸੀ ਬਲੀ ਸੰਤ ਬਣਾ ਦਿੱਤਾ। ਤੇ ਜਦੋਂ ਕਹਿ ਦਿੱਤਾ ਨਾ ਵੀ ਮਹਾਰਾਜ ਅਸੀਂ ਅਪਰਾਧੀ ਹਾਂ, ਅਸੀਂ ਗੁਨਾਹਗਾਰ ਹਾਂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਸੋ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ। ਤੇ ਇਸ ਤਰ੍ਹਾਂ ਜਦੋਂ ਜਦੋਂ ਆਖਿਆ ਸਿੱਖ ਨੇ ਵੀ ਸਤਿਗੁਰੂ ਜੀ ਮੈਨੂੰ ਬਖਸ਼ ਲਓ, ਮੈਂ ਅਪਰਾਧੀ ਹਾਂ, ਮੈਂ ਪਾਪੀ ਹਾਂ, ਤੇ ਸੱਚ ਜਾਣੋ ਗੁਰੂ ਨੇ ਦੇਰ ਨਹੀਂ ਕੀਤੀ। ਗੁਰੂ ਬਖਸ਼ਦਿਆਂ ਦੇਰ ਨਹੀਂ ਲਾਉਂਦਾ, ਸਿੱਖ ਕਹਿੰਦਿਆਂ ਦੇਰੀ ਕਰ ਦਿੰਦਾ ਹੈ। ਸਿੱਖ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ ਵੀ ਮੈਂ ਕਿਤੇ ਕੋਈ ਅਪਰਾਧ ਕਰਦਾ। ਸੱਚ ਜਾਣੋ ਜਦੋਂ ਅਸੀਂ ਗੁਰਮਤਿ ਦੀ ਕਸਵੱਟੀ ਦੇ ਉੱਤੇ ਵਿਚਾਰ ਕਰਾਂਗੇ ਤਾਂ ਨਾ ਦਾਸ ਤੇ ਨਾ ਤੁਸੀਂ ਬਖਸ਼ਣ ਦੇ ਲਾਇਕ ਹੀ ਨਹੀਂ ਹਾਂ ਆਪਾਂ। ਕਿਉਂ? ਸੁਣੋ ਗੁਰਬਾਣੀ ਦੇ ਵਿੱਚੋਂ ਦੱਸ ਦਿੰਨਾ, ਲੇਖੈ ਕਤੇ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ। ਜਿਹੜਾ ਬੰਦਾ ਕੱਲੇ ਕੱਲੇ ਸਵਾਸ ਦੇ ਨਾਲ ਗਲਤੀਆਂ ਕਰਦਾ ਹੋਵੇ, ਜੇ ਉਹ ਆਖੇ ਵੀ ਮੈਂ ਤਾਂ ਕੋਈ ਗਲਤੀ ਨਹੀਂ ਕਰਦਾ, ਉਹਨੂੰ ਕਿਵੇਂ ਬਖਸ਼ੇਗਾ ਗੁਰੂ? ਦਿਨ ਦੀ ਗੱਲ ਛੱਡੋ ਵੀ ਪੂਰਾ ਦਿਨ ਸਾਡਾ ਕਿਵੇਂ ਬੀਤਦਾ ਹੈ। ਖਿਨ ਖਿਨ ਦਾ ਭਾਵ ਹੈ ਸਵਾਸ ਸਵਾਸ। ਸਵਾਸ ਸਵਾਸ ਦੇ ਨਾਲ ਅਸੀਂ ਭੁੱਲਾਂ ਕਰਦੇ ਹਾਂ, ਗਲਤੀਆਂ ਕਰਦੇ ਹਾਂ, ਤੇ ਫਿਰ ਸਿੱਖ ਨੂੰ ਕਹਿਣਾ ਪੈਣਾ ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸਤਿਗੁਰ ਜੀ ਜੇ ਅਸੀਂ ਆਪਣੇ ਲੇਖਿਆਂ ਦੇ ਮੁਤਾਬਕ, ਕਿਉਂਕਿ ਸੇਵਾ ਥੋੜ੍ਹੀ ਮੰਗਣ ਬਹੁਤਾ ਮਹਿਲ ਨਾ ਪਾਵੈ ਕਹਿ ਤੋ ਬਹੁਤਾ, ਉਨੀ ਤਾਂ ਆਪਣੀ ਸੇਵਾ ਘਾਲਣਾ ਹੈ ਹੀ ਨਹੀਂ ਵੀ ਅਸੀਂ ਗੁਰੂ ਦੇ ਦਰ 'ਤੇ ਉਸ ਤਰ੍ਹਾਂ ਬਖਸ਼ੇ ਜਾਈਏ ਵੀ ਸਾਡੇ ਪੁੰਨ ਕਰਮ ਬਹੁਤੇ ਹੋ ਜਾਣ, ਸਾਡੇ ਚੰਗੇ ਕਰਮ ਬਹੁਤੇ ਹੋ ਜਾਣ। ਉਹਨੇ ਤਾਂ ਮੈਨੂੰ ਵੀ ਪਤਾ ਆਪਣਿਆਂ ਦਾ, ਤੁਹਾਨੂੰ ਵੀ ਪਤਾ ਆਪਣਿਆਂ ਦਾ, ਕਿੰਨੇ ਕੁ ਚੰਗੇ ਕਰਮ ਹੁੰਦੇ ਨੇ ਆਪਣੇ ਤੋਂ। ਪਤਾ ਨਹੀਂ ਦਿਨ ਵਿੱਚ ਕਿੰਨੀਆਂ ਠੱਗੀਆਂ ਕਰਦਾ, ਕਿੰਨੇ ਬੇਈਮਾਨੇ ਕਰਦਾ, ਕਿੰਨਿਆਂ ਦੇ ਦਿਲ ਦਿਖਾਉਂਦਾ, ਕਿੰਨੇ ਵਸਦੇ ਘਰਾਂ ਨੂੰ ਉਜਾੜਦਾ, ਕਿੰਨੇ ਆਪਣਾ ਤੁਰੇ ਫਿਰੇ ਲੋਕਾਂ ਨੂੰ ਧੱਕੇ ਮਾਰ ਕੇ ਸਿੱਟ ਦਿੰਦਾ, ਡੇਗ ਦਿੰਦਾ। ਇਹ ਸਾਰੀਆਂ ਗਲਤੀਆਂ ਨੇ ਸਾਡੀਆਂ, ਇਹ ਸਾਰੇ ਭੁੱਲਣਹਾਰ ਹਾਂ ਅਸੀਂ।
ਸੋ ਉੱਥੇ ਫਿਰ ਸਤਿਗੁਰਾਂ ਨੇ ਇਸ ਤਰ੍ਹਾਂ ਜਦੋਂ ਉਹਨਾਂ ਨੇ ਆਖਿਆ ਵੀ ਮਹਾਰਾਜ ਸਾਨੂੰ ਬਖਸ਼ ਲਓ, ਤੇ ਸਤਿਗੁਰਾਂ ਨੇ ਸਚਿਆਰ ਸਿੱਖ ਬਣਾ ਕੇ ਜੰਮਣ ਮਰਨ ਤੋਂ ਰਹਿਤ ਕਰ ਦਿੱਤੇ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਇਹ ਨਹੀਂ ਹੁੰਦਾ ਵੀ ਇੱਕੋ ਹੀ ਦਿਨ ਹੋ ਜਾਵੇ, ਨਹੀਂ। ਜਿਵੇਂ ਕੋਈ ਬੱਚਾ ਪੜ੍ਹਾਈ ਕਰਨ ਲੱਗਦਾ ਹੈ, ਉਹ ਪਹਿਲੇ ਦਿਨ ਤਾਂ ਨਹੀਂ MA ਦਾ ਵਿਦਿਆਰਥੀ ਬਣ ਜਾਂਦਾ, ਨਹੀਂ। ਉਹ ਪਹਿਲੀ ਤੋਂ ਚੱਲਦਾ ਹੈ, ਪਹਿਲੀ, ਦੂਜੀ, ਤੀਜੀ, 10ਵੀਂ, BA, MA, ਫਿਰ MA, ਫਿਰ ਉਹ ਤੋਂ ਅੱਗੇ ਹੋਰ। ਅਤੇ ਇਸ ਤਰ੍ਹਾਂ ਇਸੇ ਤਰ੍ਹਾਂ ਗੁਰਮਤਿ ਦੀ ਵਿੱਦਿਆ ਹੈ। ਗੁਰਮਤਿ ਦੀ ਵਿੱਦਿਆ ਗੁਰੂ ਦੇ ਘਰ ਵਿੱਚ ਦਾਖਲਾ ਹੋ ਕੇ ਸਤ ਸੰਗਤ ਦੇ ਦੁਆਰਾ, ਇਹ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਦੱਸਿਆ। ਗੁਰੂ ਨਾਨਕ ਦੇਵ ਸਾਹਿਬ ਜੀ ਜਗਤ ਜਲੰਦੇ ਨੂੰ ਤਾਰਦੇ ਬਾਹਰ ਜੰਗਲ ਦੇ ਵਿੱਚ ਬੈਠੇ, ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਸਨਮੁਖ ਬੈਠੀਆਂ। ਸਤਿਗੁਰੂ ਜੀ ਪਿਆਰ ਦੇ ਪ੍ਰਵਚਨ ਸਰਵਣ ਕਰਾ ਰਹੇ ਨੇ, ਆਪਣੇ ਸੰਗੀਆਂ ਦੇ, ਸੇਵਕ ਸਿੱਖਾਂ ਦੇ ਲੋਕ ਪਰਲੋਕ ਸਵਾਰ ਰਹੇ ਨੇ, ਅੱਜ ਵੀ ਸਵਾਰ ਰਹੇ ਨੇ। ਸਮਾਂ ਕੱਢਿਆ ਕਰੋ। ਦੋ ਚੀਜ਼ਾਂ ਦੀ ਦਾਸ ਬੇਨਤੀ ਪੁਰਜ਼ੋਰ ਕਰਦਾ ਹੁੰਦਾ ਹੈ। ਵੈਸੇ ਤਾਂ ਬਹੁਤ ਬੇਨਤੀਆਂ ਨੇ ਇਹਦੇ ਨਾਲ ਮਿਲਦੀਆਂ। ਇੱਕ ਤਾਂ ਮਾਂ ਪਿਓ ਦੀ ਸੰਭਾਲ, ਜੇ ਅਸੀਂ ਮਾਂ ਪਿਓ ਦੀ ਸੰਭਾਲ ਦੇ ਵਾਸਤੇ ਸਮਾਂ ਨਹੀਂ ਕੱਢਾਂਗੇ ਤਾਂ ਪਿਆਰ ਵਾਲਿਓ ਸਾਡਾ ਇਹ ਮਨੁੱਖਾ ਜੀਵਨ ਧਾਰਿਆ ਕੋਈ ਬਹੁਤਾ ਵਧੀਆ ਮੈਨੂੰ ਨਹੀਂ ਲੱਗਦਾ ਵੀ ਹੈਗਾ। ਕਿਉਂਕਿ ਮਾਂ ਪਿਓ ਨੇ ਮਾਲੀ ਬੂਟੇ ਨੂੰ ਹਮੇਸ਼ਾ ਇਸ ਕਰਕੇ ਪਰਵਰਿਸ਼ ਕਰਦਾ ਹੈ, ਪਾਲਦਾ ਹੈ, ਸੰਭਾਲਦਾ ਵੀ ਵੱਡਾ ਹੋਇਆ ਬੂਟਾ ਮਿੱਠੇ ਫਲ ਦੇਵੇ। ਇਸੇ ਤਰ੍ਹਾਂ ਬਿਲਕੁਲ ਮਾਂ ਪਿਓ ਦੀ ਸੋਚ ਹੁੰਦੀ ਹੈ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਸੰਵਾਰਨਾ, ਵਿਆਹੁਣਾ ਅਤੇ ਉਹਨਾਂ ਦੀ ਸਾਰੇ ਤਰ੍ਹਾਂ ਦੇ ਨਾਲ ਸੰਭਾਲ ਕਰਨੀ। ਮਾਂ ਪਿਓ ਦੀ ਸੋਚ ਹੁੰਦੀ ਹੈ ਬੇਟਾ ਜਾਂ ਬੇਟੀ ਵੱਡੇ ਹੋ ਕੇ ਸਾਨੂੰ ਪਿਆਰ ਦੇਣ ਅਤੇ ਸਾਡੀ ਸੰਭਾਲ ਕਰਨ। ਪਰ ਜੇ ਸਾਡੇ ਕੋਲ ਮਾਂ ਪਿਓ ਨੂੰ ਸੰਭਾਲਣ ਦਾ ਵੀ ਵੇਲਾ ਨਹੀਂ, ਸਮਾਂ ਹੀ ਨਹੀਂ ਹੈ, ਤਾਂ ਫਿਰ ਸ਼ਾਇਦ ਸਾਡਾ ਮਨੁੱਖਾ ਜਨਮ ਧਾਰਿਆ ਕੋਈ ਬਹੁਤਾ ਵਧੀਆ ਨਹੀਂ ਹੈ। ਤਾਂ ਇੱਕ ਤਾਂ ਇਹ ਵੀ ਮਾਂ ਪਿਓ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ, ਮਾਂ ਪਿਓ ਨੇ ਧੀਆਂ ਪੁੱਤਰਾਂ ਦਾ ਖਿਆਲ ਰੱਖਣਾ, ਭਾਵ ਆਪਸੀ ਜਿਹੜੇ ਸਾਡੇ ਰਿਸ਼ਤੇ ਨੇ ਉਹਨਾਂ ਨੂੰ ਬਹੁਤ ਤਰੀਕੇ ਦੇ ਨਾਲ, ਢੰਗ ਦੇ ਨਾਲ ਅਸੀਂ ਚਲਾਉਣਾ ਹੈ। ਇਹ ਨਹੀਂ ਵੀ ਅਵੇਸਲੇਪਣ ਦਾ ਕਰਨਾ ਆਪਾਂ ਨੇ, ਉਹ ਵਧੀਆ ਨਹੀਂ ਗੱਲ ਹੁੰਦੀ। ਸੱਚ ਜਾਣੋ ਜਿਹੜੇ ਕਦਰਵਾਨ ਲੋਕ ਹੁੰਦੇ ਨੇ ਉਹਨਾਂ ਵਾਸਤੇ ਇਹ ਬਚਨ ਨੇ। ਬਹੁਤ ਵੱਡੇ ਭਾਗ ਹੋਣ, ਬਹੁਤ ਚੰਗੇ ਪੁੰਨ ਕਰਮ ਬੀਜੇ ਹੋਣ ਤਾਂ ਇੱਕ ਚੰਗੇ ਮਾਂ ਪਿਓ ਬੱਚਿਆਂ ਨੂੰ ਮਿਲਦੇ ਨੇ। ਚੰਗੀ ਮਾਂ ਮਿਲਦੀ ਆ, ਚੰਗਾ ਪਿਓ ਮਿਲਦਾ, ਚੰਗੇ ਕਰਮ ਹੋਣ। ਬਹੁਤ ਚੰਗੇ ਕਰਮ ਕੀਤੇ ਹੋਣ ਤਾਂ ਇੱਕ ਪਤਨੀ ਨੂੰ ਇੱਕ ਚੰਗਾ ਪਤੀ ਪ੍ਰਾਪਤ ਹੁੰਦਾ ਹੈ। ਬਹੁਤ ਚੰਗੇ ਕਰਮ ਹੋਣ, ਇੱਕ ਪਤੀ ਨੂੰ ਇੱਕ ਚੰਗੀ ਪਤਨੀ ਮਿਲਦੀ ਹੈ, ਮਿਲਾਪ ਹੁੰਦਾ ਹੈ। ਬਹੁਤ ਚੰਗੇ ਕਰਮ ਹੋਣ ਤਾਂ ਘਰ ਦੇ ਵਿੱਚ ਚੰਗੀਆਂ ਧੀਆਂ ਅਤੇ ਚੰਗੇ ਪੁੱਤਾਂ ਦਾ ਜਨਮ ਹੁੰਦਾ ਹੈ। ਜੇਕਰ ਇਹ ਕਰਮ ਸਹੀ ਨਾ ਹੋਣ ਤਾਂ ਸਮਾਜ ਵਿੱਚ ਆਪਾਂ ਵੇਖਦੇ ਹਾਂ ਵੀ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਆਪਾਂ ਵੇਖਦੇ ਨਹੀਂ ਹਾਂ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹੁੰਦਾ। ਇਹਨਾਂ ਰਿਸ਼ਤਿਆਂ ਨੂੰ ਬਾਖੂਬੀ ਨਿਭਾਓ, ਬਹੁਤ ਪਿਆਰ ਦਿਓ ਅਤੇ ਬਹੁਤ ਪਿਆਰ ਲਓ। ਅਤੇ ਦੂਸਰੀ ਗੱਲ, ਗੁਰੂ ਨਾਨਕ ਦੇਵ ਸਾਹਿਬ ਦੇ ਘਰ ਵਾਸਤੇ ਆਪਣੇ ਕੰਮਾਂ ਧੰਦਿਆਂ 'ਤੇ ਜਾਣ ਤੋਂ ਪਹਿਲਾਂ ਟਾਈਮ ਕੱਢਣਾ। ਗੁਰੂ ਨਾਨਕ ਦੇਵ ਸਾਹਿਬ ਜੀ ਵਾਸਤੇ ਕੰਮਾਂ ਧੰਦਿਆਂ 'ਤੇ ਬਾਅਦ ਵਿੱਚ ਜਾਓ, ਪਹਿਲਾਂ ਗੁਰੂ ਜੀ ਨੂੰ ਚੇਤੇ ਕਰੋ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇਹ ਨਹੀਂ ਆਖਿਆ ਵੀ ਦਿਨ ਦੇ ਵਿੱਚ, ਫੇਰ ਤਾਂ ਚਲੋ ਉਹ ਵੱਖਰੀ ਵਿਚਾਰ ਹੁੰਦੀ ਹੈ, ਪਰ ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਹ ਤਾਂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਨੇ ਵੀ ਭਲਕੇ ਅੰਮ੍ਰਿਤ ਵੇਲੇ ਦਾ ਭਾਵ ਦੱਸਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਹਰੀ ਦੇ ਨਾਮ ਨੂੰ ਧਿਆਉਣਾ, ਵਾਹਿਗੁਰੂ ਨੂੰ ਪਿਆਰ ਕਰਨਾ, ਵਾਹਿਗੁਰੂ ਦੀਆਂ ਮਹਿਮਾ ਕਰਨੀ, ਵਡਿਆਈ ਕਰਨੀ। ਬਹੁਤ ਵਡਿਆਈਆਂ ਕਰਨ ਵਾਸਤੇ ਨੇ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਇੱਥੋਂ ਤੱਕ ਵੀ ਮਹਾਰਾਜ ਨੇ ਆਖਿਆ, ਕਹਿੰਦੇ ਕਦੇ ਅੰਮ੍ਰਿਤ ਵੇਲੇ 'ਤੇ ਸ਼ੰਕਾ ਨਾ ਕਰੀ, ਕਿਉਂਕਿ ਜੇ ਤੂੰ ਭੁੱਲ ਗਿਆ ਨਾ, ਮੈਨੂੰ ਕਹਿੰਦੇ ਜੇ ਤੂੰ ਭੁੱਲ ਗਿਆ ਤਾਂ ਕਹਿੰਦੇ ਕਦੇ ਸਵੇਰੇ 4 ਵਜੇ 3 ਵਜੇ ਉੱਠ ਕੇ ਵੇਖੀ, ਪਹੁ ਫਟਾਲਾ ਜਾਂ ਜਦੋਂ ਹੋਵੇ ਅੱਜ ਦੇ ਸਮੇਂ ਨਾਲ 5:30 ਵਜੇ, ਅੱਜ ਦੇ ਦਿਨਾਂ ਵਿੱਚ ਤੁਸੀਂ ਜਾ ਕੇ ਵੇਖਿਓ, ਅੱਜ ਸਵੇਰੇ 5:30 ਵਜੇ ਘਰੋਂ ਬਾਹਰ ਨਿਕਲਿਓ ਅਤੇ ਤੁਹਾਡੇ ਘਰਾਂ ਦੇ ਬਾਹਰ ਨਾ ਪਿਆਰੇ ਪਿਆਰੇ ਪੰਛੀ ਬੋਲਣਗੇ। ਚਿੜੀ ਚੁਹਕੀ ਪਹੁ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ। ਚਿੜੀਆਂ ਆਪਣੀ ਬੋਲੀ ਵਿੱਚ ਬੋਲਦੀਆਂ ਨੇ, ਹਰ ਪੰਛੀ ਆਪਣੀ ਬੋਲੀ ਵਿੱਚ ਬੋਲਦਾ ਅਤੇ ਕਦੇ ਸੂਖਸ਼ਮ ਜੀ ਵਿਚਾਰ ਦੇ ਨਾਲ ਨਾ, ਵਿਵੇਕ ਬੁੱਧ ਦੇ ਨਾਲ ਉਹਨਾਂ ਦੀ ਆਵਾਜ਼ ਨੂੰ ਕਦੇ ਆਪਣੇ ਨਾਲ ਫੀਲ ਕਰਕੇ ਵੇਖਿਓ। ਉਹ ਇੰਨਾ ਪਿਆਰਾ ਬੋਲਦੇ ਨੇ, ਇੰਨਾ ਮਿੱਠਾ ਬੋਲਦੇ ਨੇ, ਮਾਨੋ ਉਹਨਾਂ ਦੀ ਬੋਲੀ ਦੇ ਵਿੱਚ ਕੋਈ ਗੁਪਤ ਰਾਜ ਛੁਪੇ ਹੋਏ ਨੇ। ਸੱਚ ਜਾਣੋ, ਗੁਰਬਾਣੀ ਕਹਿੰਦੀ ਹੈ, ਗੁਰੂ ਜੀ ਕਹਿੰਦੇ ਨੇ,
ਕਹਿੰਦੇ ਉਸ ਵੇਲੇ 5:30 ਤੇ 5:45 ਸੂਰਜ ਚੜ੍ਹਨ ਤੋਂ ਪਹਿਲਾਂ ਸਾਰੇ ਪੰਛੀ ਜਿਹੜੇ ਹੁੰਦੇ ਨੇ ਜੰਗਲ ਦੇ ਨਾ, ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹੁੰਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਬੰਦਾ 4 ਕਿਤਾਬਾਂ ਪੜ੍ਹ ਕੇ ਗੁਰੂ ਤੇ ਸ਼ੰਕੇ ਕਰਨ ਲੱਗ ਜਾਂਦਾ ਹੈ। ਬੰਦਾ 2 ਅੱਖਰ ਪੜ੍ਹ ਕੇ ਗੁਰੂ ਕੀ ਹੈ, ਫਲਾਣਾ ਕੀ ਹੈ, ਧਰਮ ਤਾਂ ਪਖੰਡ ਹੈ। ਉਹ ਧਰਮ ਪਖੰਡ ਨਹੀਂ ਭਾਈ, ਧਰਮ ਪਖੰਡ ਨਹੀਂ ਹੈ। ਧਰਮ ਤਾਂ ਸੱਚ ਦਾ ਸੂਰਜ ਹੈ। ਪਰ ਕਿਸੇ ਨੂੰ ਸਮਝਣਾ ਤਾਂ ਆਵੇ ਨਾ, ਸਮਝਣਾ ਤਾਂ ਆਵੇ। ਤੇ ਫਿਰ ਉੱਥੇ ਮਹਾਰਾਜ ਜੀ ਨੇ ਬਾਣੀ ਵਿੱਚ ਲਿਖ ਦਿੱਤਾ, ਕਹਿੰਦੇ ਉਹਨਾਂ ਤੋਂ ਸਿੱਖਿਆ ਲੈ। ਉਹ ਕੱਕਰ ਚੁਗਦੇ ਨੇ, ਥਲਾਂ ਵਿੱਚ ਵਸਦੇ ਨੇ, ਤੇਰੇ ਨਾਲੋਂ ਪੰਛੀ ਚੰਗੇ ਨੇ। ਕੱਕਰ ਚੁਗਦੇ ਤੇ ਥਲਾਂ ਦੇ ਵਿੱਚ, ਤੇਰੇ ਨਾਲੋਂ ਪੰਛੀ ਚੰਗੇ ਨੇ। ਕੱਕਰ ਚੁਗਦੇ ਨੇ, ਥਲਾਂ ਦੇ ਵਿੱਚ ਰਹਿੰਦੇ ਨੇ, ਤੇਰੇ ਨਾਲੋਂ ਪੰਛੀ ਚੰਗੇ ਨੇ। ਕੱਕਰ ਚੁਗਦੇ ਨੇ, ਥਲਾਂ ਦੇ ਵਿੱਚ ਰਹਿੰਦੇ ਨੇ, ਤੇਰੇ ਨਾਲੋਂ ਪੰਛੀ ਚੰਗੇ ਨੇ। ਕੱਕਰ ਚੁਗਦੇ ਨੇ, ਥਲਾਂ ਦੇ ਵਿੱਚ ਰਹਿੰਦੇ ਨੇ, ਤੇਰੇ ਨਾਲੋਂ ਪੰਛੀ ਚੰਗੇ ਨੇ। ਕੱਕਰ ਚੁਗਦੇ ਨੇ, ਥਲਾਂ ਦੇ ਵਿੱਚ ਰਹਿੰਦੇ ਨੇ, ਤੇਰੇ ਨਾਲੋਂ ਪੰਛੀ ਚੰਗੇ ਨੇ। ਫਰੀਦਾ ਹਾਂ ਬਲਹਾਰੀ 3 ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ। ਆਹ ਬਚਨ ਸੁਣਿਓ। ਜਿਹੜਾ ਬੰਦਾ ਨਾ 2 ਕਿਤਾਬਾਂ ਪੜ੍ਹ ਕੇ, ਮੈਂ ਪੜ੍ਹਾਈ ਦੇ ਖਿਲਾਫ ਨਹੀਂ ਯਾਦ ਰੱਖਣਾ, ਪਰ ਜਿਹੜਾ ਬੰਦਾ ਪੜ੍ਹ ਕੇ ਰੱਬ ਤੇ ਤਰਕਾਂ ਕਰਦਾ ਨਾ, ਵਾਹਿਗੁਰੂ ਤੇ ਤਰਕਾਂ ਕਰਦਾ, ਉਹਦੇ ਸਖਤ ਖਿਲਾਫ ਆ। ਤੇ ਹੁਣ ਇਹ ਬਚਨ ਕੀ ਹੈ ਲਾਸਟ ਵਾਲਾ, ਫਿਰ ਉਹ ਤੋਂ ਸਿੱਧ ਹੁੰਦਾ ਨਾ ਵੀ ਅਸੀਂ ਗੁਰਬਾਣੀ ਤੇ ਵੀ ਸਿੱਧਾ ਹੀ ਅਟੈਕ ਕਰੀ ਜਾਂਦੇ ਹਾਂ। ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਇਹਦਾ ਅਰਥ ਕਰਕੇ ਵੇਖੋ, ਜਿੱਥੋਂ ਮਰਜ਼ੀ ਪੜ੍ਹ ਲਓ, ਜਿਹੜੇ ਮਰਜ਼ੀ ਵਿਦਵਾਨ ਦਾ ਅਰਥ ਪੜ੍ਹ ਲਓ, ਇਹਦਾ ਭਾਵ ਇਹ ਬਣਦਾ ਵੀ ਉਹ ਪੰਛੀ ਹੋ ਕੇ ਵੀ ਵਾਹਿਗੁਰੂ ਦਾ ਜਿਹੜਾ ਪਿਆਰ ਨਹੀਂ ਛੱਡਦੇ, ਰੱਬ ਦਾ ਪਿਆਰ ਨਹੀਂ ਛੱਡਦੇ। ਉਹ ਰੱਬੀ ਪਿਆਰ ਵਿੱਚ ਜਿਉਂਦੇ ਨੇ। ਇਹਦਾ ਭਾਵ ਇਹ ਬਣਦਾ। ਅਸੀਂ ਆਖਦੇ ਰੱਬ ਦਿਖਾਓ ਜੀ, ਫਲਾਣਾ ਕੁਛ ਕਰੋ ਜੀ, ਇਹ ਸਭ ਫੋਕਟ ਗੱਲਾਂ ਨੇ। ਉੱਧਰ ਨੂੰ ਨਾ ਜਾਓ। ਜਿਹਨੇ ਭਵ ਸਾਗਰ ਨੂੰ ਤਰਨਾ ਹੈ ਨਾ, ਨਾਨਕ ਭਾਉ ਜਲ ਪਾਰ ਪਰੈ ਜਾਓ ਗਾਵੈ ਪ੍ਰਭ ਕੇ ਗੀਤ। ਪ੍ਰਭ ਦਾ ਅਰਥ ਵੀ ਇੱਥੇ ਰੱਬ ਹੈ, ਪਰਮਾਤਮਾ। ਜਿੰਨਾ ਚਿਰ ਤੂੰ ਰੱਬ ਦੇ ਗੀਤ ਨਹੀਂ ਗਾਉਂਦਾ, ਮਹਾਰਾਜ ਜੀ ਕਹਿੰਦੇ ਭਵ ਸਾਗਰ ਨੂੰ ਨਹੀਂ ਤਰ ਸਕਦਾ। ਉਹ ਡੁੱਬੇਗਾ ਪੱਕਾ। ਕੋਈ ਤਰਨ ਦਾ, ਪਾਸ ਹੋਣ ਦਾ, ਜਿੱਤਣ ਦਾ ਸਮਾਂ ਬਣਾ ਲੈ, ਫਿਰ ਹੀ ਜਿੱਤਿਆ ਜਾਵੇਗਾ, ਨਹੀਂ ਤਾਂ ਹਾਰ ਜਾਵੇਗਾ ਬਾਜੀ ਨੂੰ। ਸੋ ਸਾਧ ਸੰਗਤ, ਉੱਥੇ ਮਹਾਰਾਜ ਜੀ ਕਹਿੰਦੇ ਉਹਨਾਂ ਪੰਛੀਆਂ ਤੋਂ ਸਿੱਖਿਆ ਲੈ। ਉਹ ਬੰਦਿਆ ਐਵੇਂ ਨਾ ਖੁਰਾੜੇ ਮਾਰ ਮਾਰ ਕੇ ਜ਼ਿੰਦਗੀ ਬਤੀਤ ਕਰਕੇ ਸੰਸਾਰ ਤੋਂ ਹਾਰ ਕੇ ਤੁਰ ਜਾਵੀਂ। ਹੁਣ ਵੇਲਾ ਵਾਹਿਗੁਰੂ ਦੇ ਗੁਣ ਗਾਉਣ ਦਾ। ਮੀਠੇ ਹਰ ਗੁਣ ਗਾਓ ਜਿੰਦੂ, ਤੂੰ ਮੀਠੇ ਹਰ ਗੁਣ ਗਾਓ, ਸੱਚੇ ਸੇਤੀ ਰਤਿਆਂ ਮਿਲਿਆ ਨਿਥਾਵੇ ਥਾਓ। ਤੇ ਕਹਿੰਦੇ ਨਥਾਵਿਆਂ ਨੂੰ ਵੀ ਥਾਂ ਮਿਲਦਾ ਜਦੋਂ ਅਸੀਂ ਗੁਰੂ ਦੇ ਪਿਆਰ ਵਿੱਚ ਰੰਗੇ ਜਾਵਾਂਗੇ। ਸਾਡੀ ਸੁਰਤ, ਸਾਡੀ ਰੂਹ ਗੁਰੂ ਦੇ ਪਿਆਰ ਵਿੱਚ ਰੰਗੀ ਜਾਵੇਗੀ। ਗੁਰੂ ਨਾਨਕ ਦੇਵ ਸਾਹਿਬ ਜੀ ਇਸ ਤਰ੍ਹਾਂ ਬਚਨ ਕਰ ਰਹੇ। ਇੱਕ ਸ਼ੰਕਾਵਾਦੀ ਉੱਠ ਕੇ ਕਹਿੰਦਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਮੈਂ ਕੁਝ ਕਹਿਣਾ। ਗੁਰੂ ਜੀ ਕਹਿੰਦੇ ਕਹੋ। ਕਹਿੰਦਾ ਜੀ ਸਤਸੰਗ ਦਾ ਲਾਭ ਕੀ ਹੁੰਦਾ ਹੈ, ਰੱਬ ਦੇ ਗੁਣ ਗਾ ਕੇ ਕੀ ਮਿਲਦਾ ਹੈ, ਜਾਂ ਅੱਜ ਦੇ ਹਿਸਾਬ ਨਾਲ ਕਹਿ ਲਓ ਅੰਮ੍ਰਿਤ ਛਕ ਕੇ ਕੀ ਮਿਲਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਦੱਸ ਤਾਂ ਤੈਨੂੰ ਹੁਣ ਵੀ ਦਈਏ, ਜਵਾਬ ਤਾਂ ਅਸੀਂ ਵੀ ਦੇ ਦਈਏ, ਪਰ ਤੇਰੀ ਸ਼ੰਕਾ ਨਿਵਰਤੀ ਨਹੀਂ ਹੋਣੀ। ਇਉਂ ਕਰ ਬਈ, ਇੱਥੋਂ 5 ਕੋਹ 'ਤੇ ਜਾ, ਉੱਥੇ ਇੱਕ ਬੋਹੜ ਦਾ ਦਰਖਤ ਹੈ, ਵੱਡਾ ਦਰਖਤ ਹੈ, ਉਹਦੇ ਥੱਲੇ ਜਾ ਕੇ ਬੈਠ ਜਾ, ਤੈਨੂੰ ਤੇਰਾ ਜਵਾਬ ਮਿਲ ਜਾਣਾ ਹੈ। ਇਸ਼ਾਰੇ ਮਾਤਰ ਦਾਸ ਗੱਲ ਕਰ ਰਿਹਾ, ਸਾਖੀ ਤਾਂ ਬਹੁਤ ਲੰਮੀ ਚੌੜੀ ਹੈ। ਬਚਨ ਮੰਨ ਕੇ ਕਹਿੰਦਾ ਮਹਾਰਾਜ ਤੁਸੀਂ ਇਹ ਦੱਸੋ। ਕਹਿੰਦੇ ਦੱਸ ਅਸੀਂ ਉਹ ਰਹੇ ਹਾਂ, ਪਰ ਤੂੰ ਸਮਝਣੀ ਇਸ ਤਰੀਕੇ ਨਾਲ ਹੈ। ਚਲਿਆ ਗਿਆ, ਉਡੀਕਦਾ ਵੀ ਕੋਈ ਬੰਦਾ ਹੋਵੇਗਾ, ਕੋਈ ਫਰਿਸ਼ਤਾ ਹੋਵੇਗਾ, ਕੁਛ ਤਾਂ ਹੋਵੇਗਾ, ਪਰ ਉੱਥੇ ਕੁਛ ਨਹੀਂ ਹੈ। ਦਰਖਤ ਦੇ ਉੱਪਰ ਵੇਖਦਾ ਕਾਂ ਤੇ ਕੌਣੀ ਬੈਠੇ ਨੇ। ਕਾਂ ਤੇ ਕੌਣੀ ਨੂੰ ਵੇਖ ਕੇ ਵਾਪਸ ਆ ਗਿਆ ਤੇ ਆ ਕੇ ਕਹਿੰਦਾ ਸਤਿਗੁਰੂ ਜੀ ਐਵੇਂ ਮੇਰੀ ਖੇਚਲ ਕਰਵਾਈ, ਉੱਥੇ ਕੀ ਹੈ, ਕੁਛ ਨਹੀਂ ਹੈ, ਕਿਰਪਾ ਕਰਕੇ ਮੈਨੂੰ ਦੱਸੋ ਸਤਸੰਗ ਦਾ ਲਾਭ ਕੀ ਹੈ, ਗੁਰਬਾਣੀ ਪੜ੍ਹੇ ਦਾ ਭਾਵ ਕੀ ਹੈ, ਅਰਥ ਕੀ ਹੈ ਇਹਦਾ। ਮਹਾਰਾਜ ਜੀ ਕਹਿੰਦੇ ਜਾ ਫਿਰ ਅੱਜ ਫਿਰ ਸਾਡਾ ਬਚਨ ਮੰਨ, ਤੂੰ ਫਿਰ ਉੱਥੇ ਜਾ, ਤੇਰਾ ਜਵਾਬ ਮਿਲੇਗਾ। ਦੂਜੇ ਦਿਨ ਜਾਂਦਾ, ਆਲੇ ਦੁਆਲੇ ਵੇਖਦਾ ਕਿਹਨੇ ਆਉਣਾ, ਕੋਈ ਨਹੀਂ ਆਇਆ। ਤੇ ਦਰਖਤ ਵੱਲ ਵੇਖਦਾ, ਉੱਪਰ ਟਾਹਣੀ ਦੇ ਉੱਪਰ ਇੱਕ ਬਗਲਾ ਤੇ ਇੱਕ ਬਗਲੀ ਬੈਠੀ ਹੈ। ਤੇ ਇਹਨਾਂ ਨੂੰ ਵੇਖ ਕੇ ਵਾਪਸ ਆ ਗਿਆ। ਕਹਿੰਦਾ ਮਹਾਰਾਜ ਮੈਂ ਬਹੁਤ ਜਲੀਲ ਹੋ ਰਿਹਾ, ਮੈਨੂੰ ਹੁਣ ਨਾ ਭੇਜਿਆ ਜਾਵੇ, ਮੈਨੂੰ ਜਵਾਬ ਦਿਓ। ਸਤਿਗੁਰੂ ਜੀ ਕਹਿੰਦੇ ਸਾਡੇ ਕਰਕੇ ਅੱਜ ਫਿਰ ਚਲਿਆ ਜਾ। ਤੀਜੇ ਦਿਨ ਫਿਰ ਗਿਆ, ਕਿਸੇ ਨੇ ਨਹੀਂ ਆਉਣਾ, ਕੋਈ ਨਹੀਂ ਉੱਥੇ ਹੈ। ਕੀ ਵੇਖਦਾ, ਉੱਥੇ ਇੱਕ ਹੰਸ ਤੇ ਹੰਸਣੀ ਬੈਠੇ ਨੇ। ਵਾਪਸ ਆ ਜਾਂਦਾ ਤੇ ਮਹਾਰਾਜ ਉੱਥੇ ਕੁਛ ਨਹੀਂ ਹੈ, ਪੰਛੀ ਨੇ ਬਸ, ਹੋਰ ਕੁਛ ਨਹੀਂ ਹੈ।
अज फिर जा। अज फिर गया चौथे दिन तो वेखदा होर कुछ नहीं है, उत्थे देव रूहां ने, देव रूहां आके सतगुरु जी कहंदे दस तैनूं जवाब मिलिया कोई? कहंदा नहीं महाराज, महाराज मैनूं क्यों भेजिया? 4 दिन हो गए कोई जवाब नहीं मिलिया, कृपा करके मेरी तसल्ली करवाओ। सतगुरु जी कहंदे तेरे सवाल का जवाब तैनूं मिल चुके है। महाराज मैं समझिया नहीं, कृपा करके मैनूं दसना करो। सतगुरु जी कहंदे सत संगत तो बगैर मनुख का जीवन एक ਕਾਂ ते कौणी वर्गा है। जिवें ਕਾਂ पिछा तकाउंदा है, मालक परे होया ते बलद दे कन्ने ते ठुंग मारी ते लहू लुहान करके तुर जांदा है। मालक परे होया मक्खण दे विच गंदी ठुंग मार के परे चलिया जांदा है। ਕਾਂ ते कौणी वाला सुभाਅ, हर वेले किसी नाल छल करना, कपट करना, धोखा करना। ये जदों मनुख सत्संग नालों टुट जांदा है, गुरु नालों टुट जांदा है, फिर ये बेपरवाहियां करदा है, मनमानियां करदा है। पहली गल। दूसरी गल, जदों ये थोड़ा बहुता किते सत्संग नाल जुड़दा है, फिर ये अपने आप नूं अखमाउंदा सत्संगी है, पर जीवन बगले वर्गा हो जाता है। और डरिया बेचारा बगला मत होवे मंझ लखावे। तो वो जिहड़ा ना बगला है वो फिर समाधि ला के बहिंदा पानी दे विच, एक लत्त दे भार, अखां बंद करदा। डड्डियां मच्छियां बेचारियां कहंदियां ने तां भगत है, अखां मीची बैठा है। दुनिया ते इस तरह के भी अणगिणत लोग ने। समाधियां ला के फिर अपने आप नूं धर्मी जनाउणा, अपने आप नूं वड्डे महापुरख खवाउणा, 1008 खवाउणा, ते इस तरह इत आदक ये गल्लां ला के फिर दुनिया दे नाल जो कुछ हो रहा है वो आपां सारे वेखदे आ। उत्थे फिर कहंदे ये बगला ते बगली जदों जुड़दा हुंदा अंदर छल कपटी है, पर शुद्ध नहीं हुंदा। तीसरी गल, जदों ये फिर हौली हौली गुरु दे नाल जुड़दा, गुरु दी बाणी इहदी सुरत विच टिकदी है, फिर ये सारियां बुराइयां छड्ड के गुरु नूं जीवन सौंप दिंदा है। इहदा जीवन हंस वर्गा बन जांदा है। कल्ला हंस नहीं, गुरु अमरदास महाराज जी ने भाई पारो जुलका जदों गुरु दे दर ते सेवा कीती, सिमरन कीता, हुक्म मन्निया गुरु दा, धन गुरु अमरदास महाराज जी कहंदे भाई पारो तू साडा परमहंस बन गया। आखो सतनाम श्री वाहिगुरू। ते फिर ये परमहंस बनदा भाई। फिर उहदे तो बाद जदों ये जुड़िया रहिंदा है, ब्रह्म ज्ञान की दात प्राप्त होंदी है। राम कबीरा एक भय है, कोई ना सकै पछानी। ते ओ ज्यों जिवें ना अपना गुर किरपा जे नरको कीनी, तिह ए जुगत पछानी। नानक लीन भयो गोबिंद सिंह, ज्यों पानी संग पानी। इउं सुरत गुरु विच अभेद हो जाती है। फिर कहंदे ये देव रूहां भाव एक मिकता हो जाती है गुरु दे विच। सूरज किरण मिले, आपां तां पढ़दे आ ना मरग दे भोग ते भी जोत जोती विच नहीं, ये जिउंदियां मिलदी है, मरन तो बाद नहीं। सूरज किरण मिले जल का जल हुआ राम। समुंदर विचों जल का घड़ा भरिया सी, बख बख दिस रहा सी, पर जदों घड़ा समुंदर दे विच वापस उल्टा दिता ते वो घड़े वाला पानी ते समुंदर वाला दो नहीं रहे, दोनों एक हो गए। ते साध संगत जल का जल हुआ राम, ज्योति ज्योत रली, संपूर्ण थिया राम। फिर सब मह जोत जोत है सोए, तिसदा चानण सब मह चानण होए। इक्को ही जोत है। फिर असी जिहड़े द्वंद विच पै जाने, द्वैत विच पै जाने, वो द्वैत गुरु किरपा दे नाल दूर हो जाती है, निकल जाती है। इउं शंकावादी सिख नूं दसना कीता भाई, जिवें जिवें सिख एत राहे पत पवड़ियां चढ़िए होए 21, कहंदे पौड़ियां चढ़ते जाइए। संत का मार्ग धर्म की पौड़ी, को वडभागी पाए, कोट जन्म के किलवख नासे, हर चरनी चित लाए। उस्तत करो सदा प्रभ अपने, जिन पूरी कल राखी, जी जंत सब भय पवित्रा, सतगुर की सच साखी। विघ्न विनाशन सब दुख नासन, सतगुर नाम दृढ़ाया, खोए पाप भय सब पावन, जन नानक सुख घर आया। फिर इनू सदीप काल का सुख मिल जाता है। सतगुਰਾਂ ने फिर वो डेफिनेशन दसी है, कहते ये 9 दरवाजियां तो उपर चलिया जाता है। गुरमुख अंतर सहज है, मन चढ़िया 10वें आकाश, तिथै ऊंग ना भुख है, हर अमृत नाम सुख वास। साध संगत वो ना फिर 10वें द्वार सुरत टिक जाती है। भाव 9 द्वार है जिहड़े लुटदे ने। अखां राही लुटिया गया सी, कन्नां राही लुटिया गया सी, जीभ करके लुटिया गया सी, हत्थां पैरां करके लुटिया गया सी। फिर इन्हां द्वारियां तो ये मुक्त हो जाता है, बरी हो जाता है, जिउंदा संसार दे विच परिवार विच रहिंदा। वेखो वचन आपां पहिलां पढ़िया, भगत वड्डा राजा जनक है, गुरमुख माया विच उदासी। 10वां द्वारा मुक्त द्वारा, परम पुरख की घाटी, ऊपर हाट हाट पर आला, आले भीतर थाती।
ਇਹ ਫਿਰ ਸਾਧ ਸੰਗਤ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ। ਇਹ ਪੂਰੇ ਗੁਰੂ ਦੀ ਸ਼ਰਨ ਵਿੱਚ ਜਦੋਂ ਸਿੱਖ ਆਉਂਦਾ ਉਦੋਂ ਜਾ ਕੇ ਇਹ ਮੰਜ਼ਲਾਂ ਤੈਅ ਹੁੰਦੀਆਂ ਨੇ। ਉਹ ਤੋਂ ਬਿਨਾਂ ਤਾਂ ਇਉਂ ਲੱਗਦਾ ਵੀ ਇਹ ਬੋਲੀ ਕੀ ਜਾਂਦੇ ਨੇ। ਨਹੀਂ ਗੁਰਮਖੋ, ਇਹ ਇੱਕ ਅਵਸਥਾ ਹੈ। ਆਰਿਆਂ ਥੱਲੇ ਖੋਪਰੀਆਂ ਤਰਾਉਣੀਆਂ, ਚਰਖੜੀਆਂ ਤੇ ਚੜ੍ਹਨਾ, ਬੱਚਿਆਂ ਦੇ ਟੁਕੜੇ ਗਲਾਂ ਵਿੱਚ ਪਵਾਉਣੇ, ਉਹਨਾਂ ਗੁਰਸਿੱਖਾਂ ਦੀ ਇਹ ਅਵਸਥਾ ਸੀ। ਇਸੇ ਅਵਸਥਾ ਕਰਕੇ ਉੱਥੇ ਡੋਲਣਾ ਡਿੱਗਣਾ ਉੱਥੇ ਹੈ ਹੀ ਨਹੀਂ। ਉੱਥੇ ਤਾਂ ਇੱਕ ਰਸ ਜ਼ਿੰਦਗੀ ਹੈ, ਉਸੇ ਨੂੰ ਸਤਿਗੁਰਾਂ ਨੇ ਜੀਵਨ ਮੰਨਿਆ। ਸੋ ਆਓ ਅੱਜ ਆਪਾਂ ਢਿੱਲੋਂ ਪਰਿਵਾਰ ਵਿੱਚ, ਮਾਣ ਪਰਿਵਾਰ ਵਿੱਚ ਬੈਠੇ ਹਾਂ ਪਿਆਰ ਵਾਲਿਓ, ਜਿਸ ਦੇ ਵਿੱਚ ਇੱਕ ਬਹੁਤ ਪਿਆਰੀ ਨਾਨੀ ਮਾਂ, ਇੱਕ ਸਤਿਕਾਰਯੋਗ ਮਾਂ। ਨਾਨੀ ਦਾ ਜਿਹੜਾ ਪਿਆਰ ਹੁੰਦਾ ਹੈ ਨਾ, ਸੱਚ ਜਾਣੋ, ਜੇ ਇਹਨੂੰ ਸੱਚੇ ਸ਼ਬਦਾਂ ਵਿੱਚ ਸੁਣਨਾ ਚਾਹੁੰਦੇ ਹੋ ਤਾਂ ਨਾਨੀ ਮਾਂ ਦਾ ਪਿਆਰ ਵੀ ਆਪਣੀ ਮਾਂ ਨਾਲੋਂ ਘੱਟ ਨਹੀਂ ਹੁੰਦਾ। ਜਿਹੜੇ ਲਾਡ ਨਾਨੀਆਂ ਆਪਣੇ ਦੋਹਤਿਆਂ ਨੂੰ ਲੜਾਉਂਦੀਆਂ ਨੇ, ਜਿਹੜੇ ਲਾਡ ਨਾਨੀਆਂ ਆਪਣੇ ਦੋਹਤੇ ਦੋਹਤੀਆਂ ਨੂੰ ਲੜਾਉਂਦੇ, ਮਾਮੇ ਆਪਣੇ ਭਾਣਜਿਆਂ ਨੂੰ ਲੜਾਉਂਦੇ ਨੇ, ਉਹ ਇੱਕ ਮਾਤਾ ਪਿਤਾ ਦੇ ਪਿਆਰ ਤੋਂ ਘੱਟ ਨਹੀਂ ਹੁੰਦਾ। ਬਹੁਤ ਜ਼ਿਆਦਾ ਪਿਆਰ ਹੁੰਦਾ ਹੈ, ਬਹੁਤ ਹੀ ਜ਼ਿਆਦਾ ਪਿਆਰ ਹੁੰਦਾ ਹੈ। ਸੋ ਪਿਆਰਿਓ, ਅੱਜ ਇੱਕ ਉਹ ਪਿਆਰੀ ਨਾਨੀ ਮਾਂ ਆਪਣੇ ਦੋਹਤੇ ਦੇ ਕੋਲੋਂ, ਆਪਣੇ ਪਰਿਵਾਰ ਦੇ ਕੋਲੋਂ ਲੰਮੀ ਉਮਰ ਭੋਗ ਕੇ ਇੰਨਾ ਕੁ ਸਿਆਣਾ ਪਰਿਵਾਰ, ਇੰਨੀ ਕੁ ਸੱਚੀ ਤੇ ਸੁੱਚੀ ਕਿਰਤ ਕਰਨ ਵਾਲਾ ਪਰਿਵਾਰ, ਆਪ ਜੀ ਸਾਰੇ ਰਿਸ਼ਤੇਦਾਰ ਬੈਠੇ ਹੋ, ਬਹੁਤ ਸੱਜਣਾ ਨੂੰ ਦਾਸ ਨੇੜਿਓਂ ਜਾਣਦਾ ਹੈ। ਕਿਉਂਕਿ ਤੁਹਾਡੇ ਵੀ ਜਿਹੜਾ ਸਾਧ ਸੰਗਤ ਜੀਵਨ ਨੇ, ਤੁਹਾਡੀਆਂ ਜਿਹੜੀਆਂ ਕਮਾਈਆਂ ਨੇ, ਉਹਨਾਂ ਦੀ ਮੈਂ ਕਿੰਨੀ ਕੁ ਮਹਿਮਾ ਕਰਾਂ। ਮੈਨੂੰ ਪਤਾ ਵੀ ਆਪਾਂ ਕਿੰਨੀ ਹੱਡ ਭੰਨਵੀਂ ਮਿਹਨਤ ਕਰਦੇ ਹਾਂ, ਪਰ ਪਾਪੀ ਹਾਕਮਾਂ ਨੇ ਤਿਲ ਭਰ ਵੀ ਕਦਰਾਂ ਨਹੀਂ ਪਾਈਆਂ। ਲਖੀਮਪੁਰ ਦੇ ਵਿੱਚ ਵੇਖੋ ਕਿਵੇਂ ਸਾਡੇ ਭਰਾਵਾਂ ਦੇ ਉੱਪਰ ਗੱਡੀਆਂ ਚਾੜੀਆਂ ਇਹਨਾਂ ਤਾਨਾਸ਼ਾਹੀ, ਇਹ ਡਿਕਟੇਟਰਸ਼ਿਪ ਜਿਹੜੀ ਹੈਗੀ ਹੈ, ਤਾਂ ਇਹਨਾਂ ਨੇ ਗੁਰਮਖੋ ਇਉਂ ਕਹੀਏ ਸਿੰਘਾਂ ਨਾਲ ਮਿੱਟੀ ਚੁੱਕੀ ਹੋਈ ਹੈ। ਦਰਦ ਨਾਮ ਦੀ ਚੀਜ਼ ਹੀ ਕੋਈ ਹੈ ਨਹੀਂ ਇਹਨਾਂ ਕੋਲੇ। ਇਹਨਾਂ ਦੇ ਕੋਲ ਉਹ ਚੀਜ਼ਾਂ ਹੈ ਹੀ ਨਹੀਂ। ਰਾਜੇ ਦਾ ਪ੍ਰਜਾ ਦੇ ਨਾਲ ਸੰਬੰਧ ਕੀ ਹੁੰਦਾ ਭੁੱਲ ਚੁੱਕੇ ਨੇ ਆਪਣੀਆਂ ਡਿਊਟੀਆਂ ਨੂੰ ਇਹ। ਸੋ ਜੋ ਇਹ ਕਰ ਰਹੇ ਨੇ ਉਹ ਠੀਕ ਨਹੀਂ ਕਰ ਰਹੇ। ਪ੍ਰਜਾ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਕਿੰਨੀਆਂ ਮਿਹਨਤਾਂ, ਉਹਨਾਂ ਮਿਹਨਤਾਂ ਦਾ ਮੁੱਲ, ਉਹਨਾਂ ਮਿਹਨਤਾਂ ਦੀ ਇਹਨਾਂ ਨੂੰ ਪਾਪੀਆਂ ਨੂੰ ਕੀਮਤ ਚੁਕਾਉਣੀ ਚਾਹੀਦੀ ਹੈ। ਪਰ ਉਲਟਾ ਸਾਡੇ ਵੀਰਾਂ ਨੂੰ, ਸਾਡੇ ਭਰਾਵਾਂ ਨੂੰ, ਸਾਡੇ ਪੁੱਤਰਾਂ ਨੂੰ ਗੱਡੀਆਂ ਨਾਲ ਦਰੜ ਕੇ ਆਪਣੇ ਆਪ ਨੂੰ ਪਤਾ ਨਹੀਂ ਇਹ ਕਿੱਡੇ ਕੁ ਵੱਡੇ ਅਖਵਾਉਂਦੇ ਨੇ। ਖੈਰ, ਜਦੋਂ ਕਿਤੇ ਹੱਕਾਂ ਦੀ ਗੱਲ ਆਈ, ਇਹ ਸਾਧ ਸੰਗਤ ਐਸਾ ਕੁਛ ਹੋਣਾ ਨਾਮੁਮਕਿਨ ਨਹੀਂ ਹੈ। ਇਹ ਹੁੰਦਾ ਆਇਆ ਹੈ। ਪਰ ਆਪਾਂ ਲੜਦੇ ਰਹਾਂਗੇ ਆਪਣੇ ਹੱਕਾਂ ਦੀ ਖਾਤਰ, ਆਪਣੀ ਹੋਂਦ ਦੀ ਖਾਤਰ। ਕਦੇ ਵੀ ਦਿਲ ਨਹੀਂ ਛੋਟਾ ਕਰਨਾ, ਕਿਉਂਕਿ ਆਪਾਂ ਪੰਜਾਬ ਹਰਿਆਣਾ ਵੱਡੇ ਛੋਟੇ ਭਰਾ ਜਾਂ ਬਰਾਬਰ ਦੇ ਭਰਾ ਕਹਿ ਲਓ ਤਾਂ ਵੀ ਅਤਕਥਨੀ ਨਹੀਂ ਹੈ। ਸੋ ਇਹ ਤਾਂ ਕੁਰਸੀਆਂ ਦੀ ਖਾਤਰ ਵੰਡੀਆਂ ਪਾਈਆਂ ਨੇ ਇਹਨਾਂ ਨੇ। ਕੁਰਸੀਆਂ ਦੀ ਖਾਤਰ, ਵੋਟਾਂ ਦੀ ਖਾਤਰ, ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਜਾਤਾਂ ਪਾਤਾਂ ਦੇ ਨਾਂ 'ਤੇ, ਮੰਦਰਾਂ ਗੁਰਦੁਆਰਿਆਂ ਦੇ ਨਾਂ 'ਤੇ ਇਹ ਦੁਨੀਆ ਨੂੰ ਬੁੱਧੂ ਬਣਾ ਰਹੇ ਨੇ, ਉੱਲੂ ਬਣਾ ਰਹੇ ਨੇ। ਉਹਨਾਂ ਚੀਜ਼ਾਂ ਵਿੱਚ ਆਪਾਂ ਨਾ ਆਈਏ ਤਾਂ ਬਹੁਤ ਵਧੀਆ ਗੱਲਾਂ ਹੁੰਦੀਆਂ ਨੇ। ਸੋਚ ਸਮਝ ਕੇ ਆਪਣਾ ਸਮਾਜ ਵਿੱਚ ਵਿਚਰੀਏ, ਇੱਕ ਚੰਗਾ ਸਮਾਜ ਸਿਰਜਣ ਦੀ ਸੋਚ ਬਣਾਈਏ। ਇਹ ਨਹੀਂ ਵੀ ਉਹਨੂੰ ਵੇਖ ਕੱਲੀਆਂ ਫੋਟੋਆਂ ਅਖਬਾਰਾਂ 'ਤੇ TV 'ਤੇ ਲਾਉਣ ਵਾਸਤੇ ਵੀ ਫਲਾਣੇ ਨੇਤੇ ਨਾਲ ਖੜ੍ਹੇ ਹਾਂ, ਫਲਾਣੇ ਨਾਲ ਖੜ੍ਹੇ ਹਾਂ, ਉਹਦੇ ਵਿੱਚ ਫਿਰ ਅਸੀਂ ਘਾਟੇ ਵਾਲੇ ਪਾਸੇ ਚਲੇ ਜਾਂਦੇ ਹਾਂ। ਅਸੀਂ ਇੱਕ ਚੰਗੀ ਸੋਚ ਦੇ ਧਾਰਨੀ ਬਣ ਕੇ ਚੰਗਾ ਸਮਾਜ ਸਿਰਜ ਸਕਦੇ ਹਾਂ। ਆਪਣੇ ਕੋਲੇ ਉਹ ਪਾਵਰ ਹੈ, ਆਪਣੇ ਕੋਲ ਉਹ ਤਾਕਤ ਹੈ। ਸੋ ਇਸ ਕਰਕੇ ਇਹ ਜ਼ਰੂਰੀ ਹੈ। ਇੱਕ ਮਾਂ ਹੀ ਇਹ ਚੰਗੀ ਸਿੱਖਿਆ ਦਿੰਦੀ ਹੈ, ਇੱਕ ਪਿਓ ਹੀ ਇਹ ਚੰਗੀ ਸਿੱਖਿਆ ਦਿੰਦਾ ਹੈ। ਉਹ ਸਮਾਜ ਨੂੰ ਸਮਾਜ ਵਿੱਚ ਲਾਗੂ ਕਰਕੇ ਸੋਹਣਾ ਸਮਾਜ ਆਪਾਂ ਬਣਾਈਏ। ਸਾਰੇ ਗੁਰੂ ਜੀ ਨੇ ਵੀ ਉਹੀ ਕੀਤਾ। ਖੰਡਾ ਚੁੱਕਿਆ, ਤਲਵਾਰਾਂ ਕਿਰਪਾਨਾਂ ਚੁੱਕੀਆਂ ਮੀਰੀ ਪੀਰੀ ਦੀਆਂ। ਕਾਰਨ ਹੀ ਇਹ ਸੀ ਵੀ ਜਦੋਂ ਸਮਾਜ ਵਿੱਚ ਕੋਈ ਗਿਰਾਵਟ ਆਈ, ਲਾ ਨਾਮ ਦੀ ਕੋਈ ਚੀਜ਼ ਨਾ ਰਹੀ, ਉਸ ਵੇਲੇ ਸਤਿਗੁਰਾਂ ਨੇ ਸੰਘਰਸ਼ ਕੀਤਾ। ਆਪਾਂ ਸਤਿਗੁਰਾਂ ਦਾ ਪਰਿਵਾਰ ਹਾਂ ਅਤੇ ਆਪਾਂ ਨੂੰ ਵੀ ਸਾਧ ਸੰਗਤ ਉਸ ਸੰਘਰਸ਼ ਵਿੱਚ ਕੁੱਦਣਾ ਚਾਹੀਦਾ। ਆਪਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਆਪਣੇ ਹੱਕਾਂ ਦੀ ਖਾਤਰ ਆਪਾਂ ਕੁਛ ਵੀ, ਕਿਸੇ ਤੱਕ ਵੀ ਆਪਾਂ ਪਹੁੰਚ ਸਕਦੇ ਹਾਂ, ਪਹੁੰਚਾਂਗੇ ਜ਼ਰੂਰ ਅਤੇ ਜਿੱਤਾਂਗੇ ਜ਼ਰੂਰ। ਆਓ ਜੀ, ਦਾਸ ਇੰਨੀਆਂ ਕੁ ਬੇਨਤੀਆਂ ਕਰਕੇ ਖੇਮਾਂ ਦਾ ਜਾਚਕ ਹੋਵੇਗਾ। ਮਾਤਾ ਪਿਤਾ ਦੀ ਸੰਭਾਲ ਕਰੋ, ਕਿਉਂਕਿ ਮਾਂ ਦਾ ਜਿਹੜਾ ਸਫ਼ਰ ਹੈ, ਕਈ ਵਾਰ ਬੇਨਤੀਆਂ ਕੀਤੀਆਂ ਨੇ, ਮਾਂ ਦਾ ਸਫ਼ਰ ਧੀ ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ ਧੀ ਹੈ ਅਤੇ ਉਹਦੇ ਤੋਂ ਬਾਅਦ ਸਾਧ ਸੰਗਤ ਨੂੰਹ ਹੈ, ਅਤੇ ਨੂੰਹ ਤੋਂ ਬਾਅਦ ਪਤਨੀ ਕਹਿ ਲਓ ਨਾਲ ਹੀ। ਧੀ, ਪਤਨੀ, ਮਾਂ ਅਤੇ ਦਾਦੀ, ਇਹ 4 ਪੜਾਅ ਮਾਂ ਦੇ ਹੁੰਦੇ ਨੇ। ਚਾਰੇ ਪੜਾਅ ਇਹ ਕਦੋਂ ਸਿਰੇ ਚੜ੍ਹਨਗੇ? ਜਦੋਂ ਅਸੀਂ ਧੀ ਦਾ ਸਤਿਕਾਰ ਕਰਾਂਗੇ। ਧੀ ਦਾ ਸਤਿਕਾਰ ਕਰਾਂਗੇ, ਮਾਂ ਦਾ ਸਤਿਕਾਰ ਆਪਣੇ ਆਪ ਹੋ ਜਾਣਾ ਹੈ। ਪਰ ਅੱਜ ਸਮਾਜ ਦੀ ਜਿਹੜੀ ਦਸ਼ਾ ਹੈ, ਅੱਜ ਸਮਾਜ ਦੀ ਜਿਹੜੀ ਸੋਚ ਹੈ, ਉਹ ਸਾਨੂੰ ਥੋੜ੍ਹੀ ਜਿਹੀ ਬਦਲਣੀ ਪਵੇਗੀ। ਅੱਜ ਸਮਾਜ ਦੀ ਸੋਚ ਹੈ, ਨੂੰਹ ਸੋਹਣੀ ਆਵੇ ਪਰ ਧੀ ਨਾ ਘਰੇ ਜਨਮ ਲਵੇ।
ਹੁਣ ਜੇ ਧੀ ਜਨਮ ਨਹੀਂ ਲਵੇਗੀ ਘਰੇ ਤਾਂ ਨੂੰਹ ਕਿੱਥੋਂ ਆਵੇਗੀ। ਅੱਜ ਜਦੋਂ ਐਵਰੇਜ ਵੇਖਦੇ ਆ, ਅੱਜ ਐਵਰੇਜ ਹੈ ਗੁਰਮੁਖੋ 60 ਲੜਕੇ ਤੇ 40 ਲੜਕੀਆਂ। ਕਿੱਥੋਂ ਪੂਰੀਆਂ ਕਰਾਂਗੇ ਉਹ ਲੜਕੀਆਂ। ਸਾਡੀ ਸੋਚ ਨੇ ਅੱਜ ਸਾਨੂੰ ਕੁਝ ਨਾ ਕੁਝ ਸੋਚਣ ਤੇ ਮਜਬੂਰ ਕਰ ਦਿੱਤਾ। ਮੇਰਾ ਵੀ 10 ਸਾਲਾਂ ਦਾ ਇਹ ਤਜਰਬਾ ਹੈ। ਜਦੋਂ ਅਸੀਂ ਜਾ ਕੇ ਪਰਿਵਾਰ ਦੇ ਨਾਂ ਲਿਖਦੇ ਹਾਂ, ਭਾਈ ਪੋਤਰੇ ਤੇ ਪੋਤਰੀਆਂ ਦੱਸਿਓ, ਤਾਂ ਪੋਤਰੇ 2 ਹੁੰਦੇ ਨੇ, ਪੋਤਰੀ 1 ਹੁੰਦੀ ਹੈ। ਜਾਂ ਕਈ ਥਾਂ ਤੇ 2 ਪੋਤਰੇ ਨੇ, ਪੋਤਰੀ ਹੈ ਹੀ ਨਹੀਂ। ਐਵਰੇਜ ਇਹ ਹੈ ਵੀ ਧੀਆਂ ਦੀ ਗਿਣਤੀ ਬਹੁਤ ਘਟ ਚੁੱਕੀ ਹੈ। ਜਦੋਂ ਅਸੀਂ ਬੱਚੇ ਨੂੰ ਵਿਆਹ ਹੈ, ਘੱਟੋ ਘੱਟ ਸਾਨੂੰ ਇਹ ਤਾਂ ਸੋਚ ਰੱਖਣੀ ਚਾਹੀਦੀ ਹੈ ਵੀ ਪਹਿਲਾ ਬੱਚਾ ਭਾਵੇਂ ਲੜਕਾ ਹੋਵੇ ਭਾਵੇਂ ਲੜਕੀ, ਸਾਨੂੰ ਕਬੂਲਣਾ ਚਾਹੀਦਾ ਹੈ। ਪਰ ਜਦੋਂ ਅਸੀਂ ਪਹਿਲੇ ਬੱਚੇ ਤੇ ਹੀ ਫਲਾਣੀ ਥਾਂ ਤੇ ਮੁੰਡਾ ਹੋਣ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ, ਫਲਾਣੀ ਥਾਂ ਤੇ ਲੜਕਾ ਹੋਣ ਦੇ ਟੀਕੇ ਲਾਏ ਜਾਂਦੇ ਨੇ, ਜੇ ਪਹਿਲਾ ਲੜਕਾ ਹੀ ਅਸੀਂ ਇਹ ਚੀਜ਼ ਕਰਦੇ ਹਾਂ ਤਾਂ ਫਿਰ ਲੜਕੀਆਂ ਕਿੱਥੋਂ ਲੈ ਕੇ ਆਉਂਗੇ। ਉਹਦੇ ਤੋਂ ਬਾਅਦ ਜੇ ਕਿਤੇ ਸਾਧ ਸੰਗਤ ਪਤਾ ਚੱਲ ਗਿਆ ਵੀ ਸਾਡੇ ਘਰ ਧੀ ਆਉਣੀ ਹੈ, ਜਾਂ 2 ਧੀਆਂ ਨੇ ਜਨਮ ਲੈ ਲਿਆ, ਤੀਜੀ ਧੀ ਆਉਣੀ ਹੈ, ਇਹ ਸੰਸਾਰ ਹੈ, ਸਮਾਜ ਹੈ, ਪਤਾ ਨਹੀਂ ਸਾਧ ਸੰਗਤ ਕਿੱਥੇ ਕਿੱਥੇ ਕੀ ਹੋ ਰਿਹਾ ਹੈ। ਤੇ ਉੱਥੇ ਧੀ ਦੀ ਮਾਂ ਕਹਿੰਦੀ ਹੈ ਮੈਂ ਨਹੀਂ ਜਾਣਾ ਟੈਸਟ ਕਰਵਾਉਣ। ਪਰ ਜਿਹੜੀ ਮਾਂ ਨੂੰ ਅਸੀਂ ਰੱਬ ਦਾ ਰੂਪ ਕਹਿੰਦੇ ਆ, ਸੱਸ ਦੇ ਰੂਪ ਵਿੱਚ ਨੂੰਹ ਦੀ ਬਾਂਹ ਫੜ ਕੇ ਗੱਡੀ ਵਿੱਚ ਬਿਠਾਉਂਦੀ ਹੈ। ਪਤੀ ਆਖਦਾ ਮੈਨੂੰ ਤੀਜੀ ਧੀ ਨਹੀਂ ਚਾਹੀਦੀ, ਬੈਠ ਗੱਡੀ ਵਿੱਚ। ਤੇ ਅਸੀਂ ਉਹ ਜਾ ਕੇ ਉੱਥੇ ਡਾਕਟਰ ਦਾ ਜਿਹੜਾ ਸਹਾਇਤਾ ਦੇ ਨਾਲ ਅਸੀਂ ਉਹ ਧੀ ਨੂੰ ਘਰੇ ਨਹੀਂ ਰੱਖਣਾ ਚਾਹੁੰਦੇ। ਤੇ ਜਦੋਂ ਫਿਰ ਰੋਂਦੀ ਕਰਲਾਉਂਦੀ ਨੂੰਹ ਨੂੰ ਡਾਕਟਰ ਦੇ ਜਾ ਕੇ ਸਿੱਟਿਆ ਜਾਂਦਾ। ਪਿਆਰ ਵਾਲਿਓ, ਇੱਕ ਮਾਂ ਨੂੰ ਅਸੀਂ ਰੱਬ ਦਾ ਰੂਪ ਦਿੰਨੇ ਆ, ਪਰ ਮਾਂ ਤਾਂ ਧੱਕੇ ਨਾਲ ਹੀ ਆਉਂਦੀ ਹੈ ਸੰਸਾਰ ਤੇ। ਕਿਤੇ ਨਾ ਕਿਤੇ ਅਸੀਂ ਸਟੇਜਾਂ ਤੇ ਖੜ ਕੇ ਝੂਠ ਬੋਲ ਜਾਂਦੇ ਆ। ਧੀ ਦਾ ਆਉਣਾ, ਧੀ ਦੇ ਆਉਣ ਤੇ ਮਠਿਆਈਆਂ ਦੇ ਡੱਬੇ 100 ਚੋਂ 1 ਪਰਿਵਾਰ ਬਣਦਾ ਹੋਵੇਗਾ। ਪੁੱਤ ਦੇ ਆਉਣ ਤੇ ਗੁਰਮੁਖੋ ਅਸੀਂ ਕੀ ਕੁਛ ਕਰਦੇ ਆ। ਇੱਥੋਂ ਪਤਾ ਚੱਲ ਜਾਂਦਾ ਹੈ ਵੀ ਮਾਂ ਨੂੰ ਕਹਿੰਦੇ ਰੱਬ ਦਾ ਰੂਪ ਆ, ਤੇ ਜਦੋਂ ਮਾਂ ਸਾਡੇ ਘਰੇ ਧੀ ਦੇ ਰੂਪ ਵਿੱਚ ਆਉਂਦੀ ਹੈ ਤੇ ਫਿਰ ਮੂੰਹ ਤੋਂ ਰੰਗ ਕਿਉਂ ਉੱਡ ਜਾਂਦੇ ਨੇ, ਖੁਸ਼ੀ ਕਿਉਂ ਨਹੀਂ ਮਹਿਸੂਸ ਕਰਦੇ। ਜਿਹੜੇ ਕਰਨ ਵਾਲੇ ਨੇ ਵਡਭਾਗੇ ਹੋ। ਤੇ ਪਿਆਰਿਓ, ਜਦੋਂ ਡਾਕਟਰ ਦੇ ਜਾ ਕੇ ਉਹ ਨੂੰਹ ਰਾਣੀ ਨੂੰ ਸਿੱਟਿਆ ਜਾਂਦਾ ਹੈ, ਉਹ ਰੋਂਦੀ ਕਰਲਾਉਂਦੀ ਕਹਿੰਦੀ ਹੈ ਨਹੀਂ ਮੈਂ ਇਹ ਕੁਝ ਨਹੀਂ ਕਰਵਾਉਣਾ, ਮੈਂ ਬੱਚੇ ਨੂੰ ਜਨਮ ਦੇਵਾਂਗੀ, ਮੈਂ ਬੱਚੇ ਦੀ ਮਾਂ। ਤੇ ਕੁੱਖ ਵਿੱਚ ਪਈ ਧੀ ਨਾ ਕੋਲ ਖੜੇ ਪਿਓ ਨੂੰ ਛੁਰੀ ਚੁੱਕ ਕੇ ਖੜੇ ਡਾਕਟਰ ਨੂੰ ਆਖਦੀ ਹੈ, ਸੁਣੋ ਪ੍ਰੇਮ ਨਾਲ, ਨਾ ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰ ਬਾਬਲਾ ਵੇ ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਕੀ ਅਸੀਂ ਗੁਰੂ ਨਾਨਕ ਦੇਵ ਸਾਹਿਬ ਦੇ ਵਾਰਸ ਹਾਂ? ਮਹਾਰਾਜ ਜੀ ਨੇ ਕੀ ਲਿਖਿਆ ਸੀ? ਸੋ ਕਿਉ ਮੰਦਾ ਆਖੀਐ ਜਿਤ ਜੰਮ ਹੈ ਰਾਜਾਨ। ਕਹਿੰਦੇ ਰਾਜਿਆਂ, ਪੀਰਾਂ, ਪੈਗੰਬਰਾਂ, ਗੁਰੂਆਂ, ਅਵਤਾਰਾਂ, ਔਲੀਆਂ ਨੂੰ
ਸੂਰਬੀਰ ਯੋਧਿਆਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਮੰਦਾ ਕੋਈ ਕਿਵੇਂ ਆਖ ਸਕਦਾ ਹੈ। ਪਰ ਲਾਹਣਤ ਹੈ ਸਮਾਜ ਦੇ ਗੁਰਮਖੋ, ਮਾਂ ਜਿਹਾ ਘਣਸ਼ਾਵਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ। ਅਸੀਂ ਸਟੇਜਾਂ ਤੋਂ ਪੜ੍ਹਦੇ ਹਾਂ, ਪਰ ਰੂੜੀਆਂ ਦੇ ਉੱਤੇ ਉਹ ਮਾਵਾਂ ਛੋਟੇ ਛੋਟੇ ਬਲੂਰ ਬੱਚੇ ਕਾਗਜ਼ਾਂ ਵਿੱਚ ਪਾ ਕੇ ਸਿੱਟ ਜਾਂਦੇ ਆ। ਕੁੱਤੇ ਨੋਚ ਰਹੇ ਨੇ ਰੱਬ ਵਰਗੀ ਮਾਂ ਨੂੰ, ਕੁੱਤੇ ਨੋਚ ਰਹੇ ਨੇ। ਤੁਸੀਂ ਕੱਲ ਪਰਸੋਂ ਦੀ ਖਬਰ ਪੜ੍ਹੀ ਹੋਣੀ ਹੈ, ਰਾੜਾ ਸਾਹਿਬ ਦੀ ਧਰਤੀ ਤੇ 2 ਧੀਆਂ, ਮੋਟਰਸਾਈਕਲ ਤੇ ਇੱਕ ਨੌਜਵਾਨ, 2 ਧੀਆਂ, ਸ਼ਾਇਦ ਉਹਨਾਂ ਦੀ ਉਮਰ 6 ਜਾਂ 7 ਸਾਲ ਤੋਂ ਜ਼ਿਆਦਾ ਨਹੀਂ ਹੈ, 6-6 7-7 ਸਾਲ ਦੀਆਂ ਦੋਨਾਂ ਧੀਆਂ ਨੂੰ ਮੋਟਰਸਾਈਕਲ ਤੇ ਉਤਾਰ ਗਿਆ। ਸਾਰੀ ਦੁਨੀਆ ਦੇ ਵਿੱਚ ਉਹ ਖਬਰ ਤੁਹਾਡੇ ਮੋਬਾਈਲਾਂ ਤੇ ਵੀ ਆ ਗਈ ਹੋਣੀ ਹੈ ਵੀ ਕਿੱਥੋਂ ਦੀਆਂ ਇਹ ਧੀਆਂ ਨੇ। ਇੱਕ ਪਾਸੇ ਤਾਂ ਉਹ ਮਾਂ ਰੱਬ ਦਾ ਨਾਂ ਤੇ ਮਾਂ ਰੱਬ ਦਾ ਰੂਪ, ਅਤੇ ਦੂਜੇ ਪਾਸੇ ਦੀ ਦਸ਼ਾ। ਤਰਸ ਕਰੋ, ਤਰਸ ਕਰੋ ਉਹਨਾਂ ਧੀਆਂ ਤੇ, ਤਰਸ ਕਰੋ ਉਹਨਾਂ ਪਤਨੀਆਂ ਤੇ, ਤਰਸ ਕਰੋ ਉਹਨਾਂ ਭੈਣਾਂ ਤੇ, ਉਹਨਾਂ ਮਾਵਾਂ ਤੇ ਜਿਨ੍ਹਾਂ ਨੂੰ ਅਸੀਂ ਰੱਬ ਦਾ ਰੂਪ ਆਖਦੇ ਹਾਂ। ਉਹਨਾਂ ਦਾ ਸਤਿਕਾਰ ਕਰੋ, ਉਹਨਾਂ ਦੀ ਇੱਜ਼ਤ ਦਾ ਖਿਆਲ ਕਰੋ, ਉਹਨਾਂ ਦਾ ਹਰ ਦਰਦ ਵੰਡਾਉਣਾ ਸਿੱਖੀਏ ਗੁਰਮਖੋ। ਪਤੀ ਪਤਨੀ ਦੀ ਰਿਸਪੈਕਟ ਕਰੇ ਤੇ ਪਤਨੀ ਪਤੀ ਦੀ ਰਿਸਪੈਕਟ ਕਰੇ। ਸੋਹਣਾ ਜੀਵਨ ਗੁਜ਼ਾਰੀਏ ਸੰਸਾਰ ਤੇ, ਬੇਚੈਨੀ ਵਾਲਾ ਜੀਵਨ ਨਾ ਗੁਜ਼ਾਰੀਏ। ਸੋ ਆਓ ਗੁਰਮਖੋ, ਸਮਾਂ ਬਹੁਤ ਜ਼ਿਆਦਾ ਹੋ ਗਿਆ। ਅੱਜ ਆਪਣੇ ਵਿੱਚ ਮਾਤਾ ਸੁਰਜੀਤ ਕੌਰ ਜੀ, ਇਸ ਘਰ ਦੇ ਮੁਖੀਆ ਸਵਰਗਵਾਸੀ ਸਰਦਾਰ ਹਰਦੇਵ ਸਿੰਘ ਹੋਰੀ ਤੇ ਸਾਧ ਸੰਗਤ, ਉਹਨਾਂ ਦੇ ਜੀਵਨ ਸਾਥੀ ਮਾਤਾ ਜੀ ਆਪਣੇ ਵਿੱਚ ਨਹੀਂ ਰਹੇ। ਉਹਨਾਂ ਦੀ ਜਿਹੜੀ ਦੇਖਭਾਲ, ਉਹਨਾਂ ਦਾ ਜਿਹੜਾ ਸਾਧ ਸੰਗਤ ਪਰਵਰਿਸ਼ ਪਰਿਵਾਰ ਨੇ ਕੀਤੀ, ਉਹ ਇੱਕ ਬਾਕਮਾਲ ਹੈ, ਇੱਕ ਸਮਾਜ ਨੂੰ ਸੇਧ ਹੈ। ਸਾਧ ਸੰਗਤ, ਉਹਨਾਂ ਦੀ ਸਤਿਕਾਰਯੋਗ ਪਿਆਰੀ ਧੀ ਬੀਬਾ ਪਰਮਜੀਤ ਕੌਰ ਔਰ ਸਾਧ ਸੰਗਤ ਭਾਈ ਸੁਖਪਾਲ ਸਿੰਘ ਹੋਰੀ, ਇਹਨਾਂ ਨੇ ਸਾਧ ਸੰਗਤ ਜੋ ਸੇਵਾ ਨਿਭਾਈ। ਉਹਨਾਂ ਦੇ ਸਤਿਕਾਰਯੋਗ ਦੋਹਤਾ ਜੀ ਭਾਈ ਚਰਨਜੀਤ ਸਿੰਘ ਔਰ ਉਹਨਾਂ ਦੇ ਘਰੋਂ ਬੀਬਾ ਸ਼ਗਨਦੀਪ ਕੌਰ ਰਸੌਲੀ ਪਿੰਡ ਵਾਲੀ, ਤੇ ਇਹਨਾਂ ਬੱਚਿਆਂ ਨੇ ਜੋ ਸੇਵਾ ਕੀਤੀ ਹੈ, ਜੋ ਉਹਨਾਂ ਦਾ ਨਿਮਰਤਾ ਵਾਲਾ ਸੁਭਾਅ, ਉਹਨਾਂ ਦਾ ਪਿਆਰ ਵਾਲਾ ਸੁਭਾਅ, ਇੱਕ ਸਮਾਜ ਨੂੰ ਅੱਜ ਮੈਸੇਜ ਜਾਂਦਾ ਹੈ। ਜੇ ਆਪਣੇ ਬਜ਼ੁਰਗਾਂ ਨੂੰ ਸੰਭਾਲਣਾ ਹੈ, ਆਪਣੇ ਬਜ਼ੁਰਗਾਂ ਨੂੰ ਪਿਆਰ ਦੇਣਾ ਹੈ, ਤਾਂ ਅੱਜ ਪਰਮਜੀਤ ਕੌਰ ਕੋਲੋਂ, ਸੁਖਪਾਲ ਸਿੰਘ ਕੋਲੋਂ ਤੇ ਗਗਨ ਕੋਲੋਂ, ਚਰਨਜੀਤ ਸਿੰਘ ਗਗਨ ਪਿਆਰ ਵਿੱਚ, ਤੇ ਸ਼ਗਨਦੀਪ ਕੌਰ ਕੋਲੋਂ ਪੁੱਛੋ ਵੀ ਇਸ ਤਰ੍ਹਾਂ ਬਜ਼ੁਰਗਾਂ ਨੂੰ ਸੰਭਾਲੀਏ ਪਿਆਰ ਵਾਲਿਓ। ਕਿਉਂਕਿ ਸੇਵਾ ਹੀ ਹੈ, ਕਿਸੇ ਦਾ ਅੰਦਰ ਠੰਡਾ ਹੋ ਜਾਵੇ, ਸੇਵਾ ਦੇ ਨਾਲ ਅਸੀਸ ਦੇ ਜਾਵੇ, ਤੇ ਇਹ ਤੋਂ ਵੱਡੀ ਖੁਸ਼ੀ ਨਹੀਂ ਜ਼ਿੰਦਗੀ ਦੀ ਕੋਈ ਹੋ ਸਕਦੀ। ਸੋ ਪਿਆਰੀ ਦੋਹਤੀ ਮਨਪ੍ਰੀਤ ਕੌਰ, ਇਸ ਬੱਚੀ ਨੇ ਬੜੀ ਸੇਵਾ ਕੀਤੀ ਹੈ। ਤੇ ਮਾਤਾ ਜੀ ਦੇ ਜੋ ਗਗਨ ਦੀ ਬੇਟੀ ਹੈ ਜੈਜ ਨੂਰ ਕੌਰ, ਤੇ ਸਮੂਹ ਢਿੱਲੋਂ ਪਰਿਵਾਰ, ਮਾਨ ਪਰਿਵਾਰ, ਤੇ ਭਾਈ ਅਮਰੀਕ ਸਿੰਘ ਹੋਰੀ, ਭਾਈ ਮਹਾ ਸਿੰਘ ਹੋਰੀ, ਤੇ ਮੱਲ ਵਾਲਾ ਪਰਿਵਾਰ, ਤੇ ਆਪਣਾ ਸਾਰੀ ਜਿੰਨੇ ਆਪ ਜੀ ਬੈਠੇ ਹੋ, ਗੋਬਿੰਦਪੁਰੇ ਵਾਲੇ ਮਾਸਟਰ ਜੀ ਮੇਰੇ ਕੋਲ ਬੈਠੇ ਨੇ, ਆਪ ਜੀ ਇਲਾਕੇ ਦੇ ਮੋਹਤਬਰ ਸੱਜਣ, ਪੰਚ, ਸਰਪੰਚ, ਮਾਣਯੋਗ ਸ਼ਖਸੀਅਤਾਂ, ਬਹੁਤ ਸੱਜਣ ਮੇਰੇ ਦਿਲ ਦੇ ਕਰੀਬ ਤੁਸੀਂ ਬੈਠੇ ਹੋ। ਤੇ ਇਸੇ ਤਰ੍ਹਾਂ ਸਾਧ ਸੰਗਤ ਦਲੇਲ ਵਾਲੇ ਤੋਂ ਸੰਗਤਾਂ ਪਹੁੰਚੀਆਂ ਨੇ, ਤੇ